हाँ जी बच्चे, सो देखो अपना जिहड़ा अज टैसट होया सी, अज आप उस टैसट की डिस्कशन करांगे ते बाकी नाल दी नाल तुहानूं समझ आई जाऊगा कि असीं किवें किसी सवाल नूं जां गलत कीता है जां असीं उहनूं किवें ठीक कर सकते हैं। ठीक है, ਤਾਂ ਇਹਦੇ 'ਚ ਆਪਣੇ ਆਬਜੈਕਟਿਵ ਸਵਾਲ ਸੀਗੇ 40 ਤੇ ਉਸ ਤੋਂ ਬਾਅਦ ਮੇਨਸ ਦੇ ਸਵਾਲ ਸੀ। ਆਪਾਂ ਸਾਰਿਆਂ ਨੂੰ ਡਿਸਕਸ਼ਨ ਕਰਾਂਗੇ ਕਿ ਆਪਾਂ ਕੀ ਮੇਨਸ ਦੇ ਸਵਾਲ ਸੀ ਉਹਨਾਂ 'ਚ ਕੀ ਲਿਖ ਸਕਦੇ ਸੀ, ਤੇ ਜਿਹੜੇ ਆ ਇਹ ਆਬਜੈਕਟਿਵ ਸਵਾਲ ਆ ਇਹ ਆਪਣੇ ਸਾਰੇ ਮਾਡਰਨ ਹਿਸਟਰੀ ਦੇ ਸਿਰਫ ਸ਼ੁਰੂ ਵਾਲੇ ਹਿੱਸੇ ਨਾਲ ਸੰਬੰਧਿਤ ਆ। 1857 ਦੇ ਰਿਵੋਲਟ ਤੋਂ ਪਹਿਲਾਂ ਈਵਨ ਕਿ ਨਾ ਤਾਂ ਇਹਦੇ 'ਚ ਐਜੂਕੇਸ਼ਨ ਵਾਲੀ ਚੀਜ਼ ਦਾ ਜ਼ਿਕਰ ਆ ਤੇ ਨਾ ਹੀ ਆਪਾਂ ਇਹਦੇ 'ਚ ਪ੍ਰੈਸ ਦਾ ਕੋਈ ਜ਼ਿਕਰ ਆ। ਠੀਕ ਆ, ਬਾਕੀ ਨੋਰਮਲੀ ਜਿੱਥੋਂ ਤੱਕ ਆਪਾਂ ਇਕਨੋਮਿਕ ਸਿਚੁਏਸ਼ਨਸ ਬਿਫੋਰ 1857 ਤੇ ਜਿਹੜੀਆਂ ਬ੍ਰਿਟਿਸ਼ ਐਂਡ ਇੰਡੀਅਨ ਸਟੇਟਸ ਉਹਨਾਂ ਨਾਲ ਸੰਬੰਧਿਤ ਸਵਾਲ ਸੀਗੇ। ਪਹਿਲਾ ਹੀ ਸਵਾਲ ਇਹ ਆ ਕਿ ਉਹ ਕਿਹੜਾ ਗਵਰਨਰ ਜਨਰਲ ਆ ਜਿਹਨੇ ਦਸਤਕ ਸਿਸਟਮ ਨੂੰ ਖਤਮ ਕੀਤਾ ਸੀਗਾ, ਕਿਉਂਕਿ ਇਹਦੇ ਨਾਲ ਨਾ ਇਹਦੇ 'ਚ ਬੜੀਆਂ ਕਰ ਚੋਰੀਆਂ ਹੁੰਦੀਆਂ ਸੀਗੀਆਂ। ਜਿਹੜੇ ਈਸਟ ਇੰਡੀਆ ਕੰਪਨੀ ਦੇ ਮੁਲਾਜ਼ਮ ਬਹੁਤ ਗੜਬੜ ਕਰਦੇ ਸੀ। ਇਹ ਉਹ ਬੰਦਾ ਸੀ ਜਿਹਨੇ ਦਸਤਕ ਸਿਸਟਮ ਨੂੰ ਖਤਮ ਕੀਤਾ ਸੀਗਾ। ਇੱਥੋਂ ਹੀ ਸਾਨੂੰ ਕੁਛ ਆਈਡੀਆ ਹੋ ਜਾਣਾ ਚਾਹੀਦਾ ਸੀ। ਵੈਸੇ ਹੀ ਜਿੱਥੋਂ ਇਹ ਕੁਐਸਚਨ ਮੈਂ ਪਿਕ ਕੀਤਾ ਸੀ ਨਾ ਉੱਥੇ ਸਵਾਲ ਐਵੇਂ ਨਹੀਂ ਸੀਗਾ, ਇਹ UPSC ਜੀ ਪੁਰਾਣਾ ਆਇਆ ਹੋਇਆ ਸਵਾਲ ਆ। ਉਹਦੇ 'ਚ ਸ਼ੁਰੂ ਹੋਇਆ ਸੀਗਾ ਕਿ ਉਹ ਗਵਰਨਰ ਜਨਰਲ ਦੱਸੋ ਜਿਹਨੇ ਡਿਊਲ ਸਿਸਟਮ ਨੂੰ ਅਬੋਲਿਸ਼ ਕੀਤਾ ਸੀਗਾ, ਦੋਹਰੀ ਪ੍ਰਣਾਲੀ ਨੂੰ ਖਤਮ ਕੀਤਾ ਸੀ। ਉਸ ਤੋਂ ਬਾਅਦ ਤਾਂ ਕੁਛ ਸਵਾਲ 'ਚ ਰਹਿ ਹੀ ਨਹੀਂ ਸੀ ਜਾਣਾ, ਤਾਂ ਉਹ ਲਾਈਨ ਵਿੱਚੋਂ ਮੈਨੂੰ ਚੱਕਣੀ ਪਈ। ਦਸਤਕ ਸਿਸਟਮ ਯਾਨੀ ਕਿ ਫ੍ਰੀ ਪਾਸ ਦਾ ਸਿਸਟਮ ਖਤਮ ਕੀਤਾ ਸੀ। ਬਾਕੀ ਜ਼ਿਆਦਾ ਜਿਹੜਾ ਨਾ ਇਹਦਾ ਮਦਰਸੇ ਵਾਲਾ ਜਿਹੜਾ ਕਨਸੈਪਟ ਆ ਇਹ ਉਦੋਂ ਪੜ੍ਹਿਆ ਜਾਊਗਾ ਜਦੋਂ ਤੁਸੀਂ ਐਜੂਕੇਸ਼ਨ ਪੜ੍ਹੋਗੇ, ਐਜੂਕੇਸ਼ਨ ਡਿਊਰਿੰਗ ਈਸਟ ਇੰਡੀਆ ਕੰਪਨੀ। ਫਿਰ ਜਦੋਂ ਤੁਸੀਂ ਐਜੂਕੇਸ਼ਨ ਪੜ੍ਹੋਗੇ, ਰੇਲਵੇ ਪੜ੍ਹੋਗੇ ਐਜੂਕੇਸ਼ਨ, ਤਾਂ ਉਦੋਂ ਇੱਕ ਆ ਵੀ ਆ ਜਾਊਗਾ ਪੋਸਟਲ ਸਿਸਟਮ। ਤਾਂ ਇਸ ਬੰਦੇ ਨੇ ਪ੍ਰੀ ਪੋਸਟ ਸਿਸਟਮ ਵੀ ਸ਼ੁਰੂ ਕੀਤਾ ਸੀਗਾ ਚਿੱਠੀ ਪੱਤਰ ਦਾ। ਬਟ ਇੱਥੋਂ ਹੀ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਉਹ ਬੰਦਾ ਸੀ ਜਿਹਨੇ ਕਰਪਸ਼ਨ ਦਾ ਕਨਸੈਪਟ ਖਤਮ ਕਰਨ ਵਾਸਤੇ ਡਿਊਲ ਸਿਸਟਮ ਅਬੋਲਿਸ਼ ਕੀਤਾ ਸੀ ਬੰਗਾਲ ਦੇ ਵਿੱਚ, ਤੇ ਦਸਤਕ ਪ੍ਰਣਾਲੀ ਜਿਹੜੀ ਸੀਗੀ ਉਹਨੂੰ ਖਤਮ ਕੀਤਾ ਸੀ। ਤੇ ਗਵਰਨਰ ਜਨਰਲ ਕਿਹੜਾ ਸੀਗਾ? ਵਾਰਨ ਹਾਸਟਿੰਗ, ਜਿਹੜਾ 1772 1772 'ਚ ਗਵਰਨਰ ਜਨਰਲ ਬਣ ਕੇ ਆਇਆ ਸੀਗਾ। ਆ ਜਾਓ ਅਗਲਾ ਸਵਾਲ। ਕਹਿੰਦਾ ਜਿਹੜੀਆਂ ਪੁਰਤਗੀਜ਼ ਈਸਟ ਇੰਡੀਆ ਕੰਪਨੀ ਸੀਗੀ, ਠੀਕ ਆ, ਉਹ ਇੰਡੀਆ 'ਚ ਸਭ ਤੋਂ ਪਹਿਲਾਂ ਆਈ ਸੀ, ਪਰ ਫਿਰ ਵੀ ਭਾਰਤ ਦੇ ਵਿੱਚ ਉਹ ਵਪਾਰ ਤੇ ਆਪਣੀ ਏਕਾਧਿਕਾਰ ਜਾਂ ਮੋਨੋਪਲੀ ਸਥਾਪਿਤ ਨਹੀਂ ਕਰ ਪਾਈ। ਉਹਦੇ ਕੀ ਕਾਰਨ ਮੰਨਦੇ ਹੋ ਤੁਸੀਂ? ਦੇਖੋ ਇਹ ਉਹ ਆਬਜੈਕਟਿਵ ਸਵਾਲ ਨੇ ਜਿਨ੍ਹਾਂ 'ਚੋਂ ਜੇ ਕੱਲ੍ਹ ਨੂੰ ਕੋਈ ਸਬਜੈਕਟਿਵ ਸਵਾਲ ਆ ਗਿਆ ਨਾ ਤਾਂ ਇਹਦੇ 'ਚੋਂ ਮੇਨਸ ਵਾਸਤੇ ਵੀ ਬਹੁਤ ਕੁਝ ਨਿਕਲ ਆਊਗਾ। ਕਿਵੇਂ ਭਲਾ? ਕਹਿੰਦਾ ਪੁਰਤਗੀਜ਼ ਜਿਹੜੇ ਸੀ ਉਹ ਸ਼ਿਪਿੰਗ ਦੇ ਮਾਮਲੇ 'ਚ, ਜਹਾਜ਼ ਬਣਾਉਣ ਦੇ ਮਾਮਲੇ 'ਚ ਬਹੁਤ ਪਿੱਛੇ ਸੀ। ਦੇਖੋ ਪੁਰਤਗਾਲੀਆਂ ਦੀ ਨੇਵੀ ਬਹੁਤ ਵਧੀਆ ਸੀਗੀ, ਉਹਨਾਂ ਨੇ ਆਉਂਦੇ ਹੀ ਸਮੁੰਦਰ ਦੀਆਂ ਲਹਿਰਾਂ 'ਤੇ ਕਬਜ਼ਾ ਕਰ ਲਿਆ ਸੀ। ਤੁਹਾਨੂੰ ਕਿਹੜਾ ਸਿਸਟਮ ਕਿਹਾ ਸੀ ਭਲਾ? ਕਾਰਟੇਜ ਸਿਸਟਮ। ਪਰ ਨੇਵੀ ਤਾਂ ਠੀਕ ਸੀ, ਪਰ ਸ਼ਿਪ ਬਿਲਡਿੰਗ 'ਚ ਉਹ ਬਹੁਤ ਕਾਮਯਾਬ ਨਹੀਂ ਸੀ। ਸ਼ਿਪ ਬਿਲਡਿੰਗ 'ਚ ਉਹਨਾਂ ਤੋਂ ਵੱਧ ਕਾਮਯਾਬ ਸੀ ਡੱਚ ਤੇ ਬ੍ਰਿਟਿਸ਼, ਤਾਂ ਹੀ ਤਾਂ ਉਹ ਆ ਕੇ ਇਹਨਾਂ ਨੂੰ ਰਿਪਲੇਸ ਕਰ ਗਏ। ਸੋ ਇਹ ਵੀ ਇੱਕ ਚੱਲ ਬਹੁਤ ਕਲੀਅਰ ਗੱਲ ਹੋ ਗਈ, ਸਾਨੂੰ ਪਤਾ ਲੱਗ ਗਿਆ। ਅਗਲੀ ਗੱਲ, ਰਿਲੀਜੀਅਸ ਇੰਟੋਲਰੈਂਸ, ਧਾਰਮਿਕ ਤੌਰ ਤੇ ਇੰਟੋਲਰੈਂਟ ਤਾਂ ਸੀਗੇ ਹੀ ਨਹੀਂ। ਕੋਈ ਦੱਸ ਸਕਦਾ ਇੰਡੀਆ 'ਚ ਕਿਹੜੀ ਵਿਦੇਸ਼ੀ ਤਾਕਤ ਸੀ ਜਿਹੜੀ ਧਾਰਮਿਕ ਤੌਰ ਤੇ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਸਹਿਨਸ਼ੀਲ ਸੀ? ਸਭ ਤੋਂ ਵੱਧ ਸਹਿਨਸ਼ੀਲ ਬ੍ਰਿਟਿਸ਼, ਜਿਨ੍ਹਾਂ ਕਰਕੇ ਉਹਨਾਂ ਨੂੰ ਭਾਰਤ 'ਚ ਬਹੁਤ ਜ਼ਿਆਦਾ ਮੌਕਾ ਮਿਲਿਆ ਤਰੱਕੀ ਕਰਨ ਦਾ। ਸਭ ਤੋਂ ਵੱਧ ਸਹਿਨਸ਼ੀਲ ਉਹ ਸੀ। ਇਹ ਤਾਂ ਏਡੇ ਖਤਰਨਾਕ ਸੀ, ਇਹਨਾਂ ਨੇ ਤਾਂ 16ਵੀਂ ਸਦੀ 'ਚ ਨਾ ਗੋਆ 'ਚ ਜਿੱਥੇ ਆਏ ਸੀ ਉੱਥੇ ਸਤੀ ਬੈਨ ਕਰਤੀ ਸੀ। ਸੋ ਆ ਵੀ ਚੀਜ਼ ਇਹਨਾਂ ਦੇ ਫੇਵਰ 'ਚ ਗਈ ਆ। ਪਰ ਜਿਹੜੇ ਉਹਨਾਂ ਦੇ ਇੰਡੀਆ 'ਚ ਵਪਾਰੀ ਆਏ ਸੀ ਨਾ, ਤੇ ਜਿਹੜੇ ਇੰਡੀਆ 'ਚ ਉਹਨਾਂ ਦੇ ਅਮੀਰ ਲੋਕ ਰਹਿਣ ਆਏ ਸੀਗੇ, ਵਪਾਰੀਆਂ ਕੋਲ ਜ਼ਿਆਦੀਆਂ ਪਾਵਰਾਂ ਨਹੀਂ ਸੀ ਹੈਗੀਆਂ। ਦੇਖੋ ਇੰਡੀਆ 'ਚ ਦੋ ਤਰੀਕੇ ਦੇ ਪੁਰਤਗੀਜ਼ ਆਏ ਸੀ, ਜਾਂ ਵਪਾਰੀ ਜਾਂ ਉੱਥੋਂ ਦੇ ਅਮੀਰ ਲੋਕ। ਉਹ ਇੱਥੇ ਇੰਡੀਆ 'ਚ ਬਿਜ਼ਨਸ ਦੇ ਪਰਪਸ ਨਾਲੋਂ ਘੱਟ ਆਏ ਸੀਗੇ, ਠੀਕ ਆ, ਉਹ ਐਸ਼ ਪ੍ਰਸਤੀ ਦੇ ਪਰਪਸ ਨਾਲੋਂ ਜ਼ਿਆਦਾ ਆਏ ਸੀ। ਉਹਨਾਂ ਕੋਲ ਜ਼ਿਆਦੀਆਂ ਪਾਵਰਾਂ ਸੀਗੀਆਂ। ਇਹ ਕਹਿੰਦੇ ਆ ਕਿ ਭਾਰਤ 'ਚ ਆਉਣ ਵਾਲੇ ਪੁਰਤਗੀਜ਼ ਵਪਾਰੀਆਂ ਕੋਲ ਪਾਵਰਾਂ ਜ਼ਿਆਦੀਆਂ ਸੀ। ਨਹੀਂ, ਕਿਹੜੇ ਕੇਸ 'ਚ, ਕਿਹੜੀ ਕੰਪਨੀ ਦੇ ਕੇਸ 'ਚ ਪਾਵਰ ਉਹਨਾਂ ਕੋਲ ਵਪਾਰੀਆਂ ਕੋਲ ਜ਼ਿਆਦੀਆਂ ਸੀ ਤੇ ਆਮ ਲੋਕਾਂ ਕੋਲ ਘੱਟ ਸੀ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਇੰਡੀਆ ਦੇ ਵਿੱਚ ਨਾ ਆਪਣੇ ਵਪਾਰੀਆਂ ਨੂੰ ਵੱਧ ਪਾਵਰਾਂ ਦੇ ਰੱਖੀਆਂ ਸੀ, ਤੇ ਜਿਹੜੇ ਲੋਕ ਇੰਡੀਆ 'ਚ ਵੈਸੇ ਨਾਰਮਲ ਆਏ ਸੀ ਹੋਰ ਕੰਮਕਾਰਾਂ ਵਾਸਤੇ, ਈਸਟ ਇੰਡੀਆ ਕੰਪਨੀ ਦੇ ਵਪਾਰ ਦੇ ਤੌਰ ਤੇ ਨਹੀਂ ਸੀ ਆਏ, ਉਹਨਾਂ ਕੋਲ ਪਾਵਰਾਂ ਘੱਟ ਸੀਗੀਆਂ। ਇਸੇ ਕਰਕੇ ਤਾਂ ਈਸਟ ਇੰਡੀਆ ਕੰਪਨੀ ਰਾਈਜ਼ ਕਰ ਗਈ। ਪੁਰਤਗਾਲੀਆਂ ਦੇ ਕੇਸ 'ਚ ਮਰਚੈਂਟਸ ਨੂੰ ਜੇ ਪਾਵਰਾਂ ਵੱਧ ਮਿਲੀਆਂ ਹੁੰਦੀਆਂ ਤੇ ਉਹ ਕੰਪਨੀ ਨੂੰ ਵੱਧ ਮੁਨਾਫਾ ਖੱਟ ਕੇ ਦਿੰਦੇ, ਕੰਪਨੀ ਕੋ ਵੱਧ ਮੁਨਾਫਾ ਆਉਂਦਾ ਤੇ ਕੰਪਨੀ ਉਹਦੇ ਨਾਲ ਲੜਾਈਆਂ ਲੜਨ 'ਚ ਖਰਚਾ ਓਟ ਲੈਂਦੀ। ਸੋ ਆਹ ਗੱਲ ਤਾਂ ਬਿਲਕੁਲ ਗਲਤ ਆ ਕਿ ਕੰਪਨੀ ਦੇ ਵਪਾਰੀਆਂ ਨੂੰ ਆਮ ਪੁਰਤਗੀਜ਼ ਜਿਹੜੇ ਇੰਡੀਆ 'ਚ ਆਏ ਸੀ ਉਹਨਾਂ ਨਾਲੋਂ ਵੱਧ ਪਾਵਰਾਂ ਸੀ। ਗਲਤ।
ਆਮ ਪੁਰਤਗੀਆਂ ਨੂੰ ਵੱਧ ਪਾਵਰਾਂ ਸੀ ਐਜ਼ ਕੰਪੇਅਰ ਟੂ ਪੁਰਤਗਾਲੀ ਕੰਪਨੀ ਦੇ ਵਪਾਰੀਆਂ ਤੋਂ। ਸੋ ਪਹਿਲੀ ਆਪਸ਼ਨ ਗਲਤ ਹੋ ਗਈ, ਦੂਜੀ ਤੇ ਤੀਜੀ ਆਪਸ਼ਨ ਸਹੀ ਆ। ਸੋ ਬੀ ਇਜ਼ ਦੀ ਕਰੈਕਟ ਆਪਸ਼ਨ। ਸੋ ਪੁਰਤਗਾਲੀਆਂ ਦੇ ਕੇਸ 'ਚ ਐਵੇਂ ਨਹੀਂ ਸੀਗਾ, ਆਮ ਪੁਰਤਗਾਲੀਆਂ ਕੋਲ ਪਾਵਰਾਂ ਜ਼ਿਆਦੀਆਂ ਸੀ ਤੇ ਪੁਰਤਗਾਲੀ ਵਪਾਰੀਆਂ ਕੋਲ ਪਾਵਰਾਂ ਘੱਟ ਸੀਗੀਆਂ। ਅਗਲੀ ਲਾਈਨ ਤੇ ਆ ਜਾਓ। ਕਹਿੰਦੇ ਸਬਸਿਡਰੀ ਅਲਾਇੰਸ ਨੂੰ ਲੈ ਕੇ ਕਿਹੜੀ ਗੱਲ ਗਲਤ ਆ? ਜਿਹੜੀ ਸਹਾਇਕ ਨੀਤੀ ਸੀਗੀ, ਸਹਾਇਕ ਗੱਠਜੋੜ ਦੀ ਨੀਤੀ, ਜਿਹੜੀ ਕਿ 1798 ਚ ਕੌਣ ਸ਼ੁਰੂ ਕਰਦਾ ਸੀਗਾ? ਵੈਲਸਲੇ ਨੇ ਸ਼ੁਰੂ ਕੀਤੀ ਸੀ, ਜਿਹਦੇ ਚ ਹੈਦਰਾਬਾਦ ਸਭ ਤੋਂ ਪਹਿਲਾ ਸ਼ਿਕਾਰ ਬਣਿਆ ਸੀ। ਵੈਸੇ ਮੈਂ ਦੱਸ ਚੁੱਕਿਆ ਕਿ ਸਬਸਿਡਰੀ ਅਲਾਇੰਸ ਦਾ ਕਨਸੈਪਟ ਵੈਲਸਲੇ ਤੋਂ ਕਿਤੇ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਸੀਗਾ। ਜਦੋਂ ਅਲਾਹਾਬਾਦ ਦੀ ਟ੍ਰੀਟੀ ਹੋਈ ਸੀ ਨਾ 1765 ਚ, ਤਾਂ ਜਿਹੜਾ ਅਵਧ ਸੀਗਾ ਉਹਦੇ ਨਾਲ ਵੀ ਇਹ ਸਬਸਿਡਰੀ ਅਲਾਇੰਸ ਵਰਗਾ ਕਨਸੈਪਟ ਹੀ ਹੋਇਆ ਸੀ। ਉਹਨਾਂ ਤੋਂ ਜ਼ਮੀਨ ਖੋ ਕੇ ਕਿਸੇ ਹੋਰ ਨੂੰ ਦੇ ਦੇਣੀ, ਫਲਾਣਾ ਢਮਕਾਣਾ, ਉੱਥੇ ਆਪਣੀ ਸੈਨਾ ਭੇਜ ਦੇਣੀ। ਪਰ ਉਦੋਂ ਸਬਸਿਡਰੀ ਅਲਾਇੰਸ ਸ਼ਬਦ ਵਰਤਿਆ ਹੀ ਨਹੀਂ ਸੀ ਜਾਂਦਾ। ਪਹਿਲੀ ਵਾਰੀ ਸਬਸਿਡਰੀ ਅਲਾਇੰਸ ਸ਼ਬਦ ਵਰਤਣ ਤੋਂ ਬਾਅਦ ਹੈਦਰਾਬਾਦ ਦਾ ਨਿਜ਼ਾਮ ਇਹਦਾ ਪਹਿਲਾ ਸ਼ਿਕਾਰ ਹੋਇਆ ਹੈ। ਉਸ ਤੋਂ ਬਾਅਦ ਤਾਂ ਫਿਰ ਮਰਾਠੇ ਵੀ ਬੜੇ ਸ਼ਿਕਾਰ ਹੋਏ ਆ। ਪਹਿਲਾਂ ਪੇਸ਼ਵਾ ਮਰਾਠਾ, ਫਿਰ ਦੂਜੇ ਪੇਸ਼ਵੇ, ਤੀਜਾ ਪੇਸ਼ਵਾ, ਤੇ ਵਿੱਚ ਹੋਰ ਵੀ ਕਈ, ਅਵਧ ਵਾਲਾ ਵੀ ਬਾਅਦ 'ਚ ਸ਼ਿਕਾਰ ਹੋਇਆ ਇਹਦਾ। ਕਹਿੰਦਾ ਇਹਦੇ ਨਾਲ ਇੱਕ ਬ੍ਰਿਟਿਸ਼ ਰੈਜ਼ੀਡੈਂਟ ਸੀਗਾ ਜਿਹੜਾ, ਉਹ ਭਾਰਤ ਦੇ ਕਿਸੇ ਵੀ ਰਾਜ ਦਰਬਾਰ ਦੇ ਉਹਨਾਂ ਦੀ ਅਦਾਲਤ 'ਚ ਬਹਿੰਦਾ ਸੀ। ਬਿਲਕੁਲ ਸਹੀ ਗੱਲ ਆ। ਇਹਨੂੰ ਸ਼ੁਰੂ ਕਰਨ ਵਾਲਾ ਬੰਦਾ 1798 ਦੇ ਵਿੱਚ ਲਾਰਡ ਵੈਲਸਲੇ ਸੀਗਾ। ਇਹ ਗੱਲ ਗਲਤ ਹੋ ਗਈ। ਸੋ ਆਪਣੇ ਮੁਤਾਬਕ ਇਹ ਸਹੀ ਆਨਸਰ, ਉਹਨਾਂ ਨੇ ਨੋਟ ਕਰੈਕਟ ਹੀ ਤਾਂ ਪੁੱਛਿਆ ਹੈ। ਤੀਜੀ ਗੱਲ, ਇਹਦਾ ਮਕਸਦ ਕੀ ਸੀਗਾ? ਬ੍ਰਿਟਿਸ਼ ਵਾਲੇ ਸਬਸਿਡਰੀ ਅਲਾਇੰਸ ਕਿਉਂ ਲੈ ਕੇ ਆਏ ਸੀ? ਤਾਂ ਕਿ ਬ੍ਰਿਟੇਨ ਨੂੰ ਛੱਡ ਕੇ ਬਾਕੀ ਯੂਰੋਪੀਅਨ ਪਾਵਰਸ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਕਿਹੜੀ ਪਾਵਰ ਸੀ ਭਲਾ? ਫ੍ਰੈਂਚ। ਕਿ ਫ੍ਰੈਂਚ ਪਾਵਰ ਨੂੰ ਇੰਡੀਆ ਦੇ ਰਾਜਿਆਂ ਤੋਂ ਦੂਰ ਰੱਖਿਆ ਜਾਵੇ, ਇਹੀ ਮਕਸਦ ਸੀਗਾ। ਤੇ ਹੈਦਰਾਬਾਦ ਦਾ ਨਿਜ਼ਾਮ 1799 ਚ ਤੇ ਜਾਂ 1800 ਦੇ ਅਰਾਊਂਡ, 1800 ਕਹਿ ਸਕਦੇ ਹੋ, 1800 ਦੇ ਅਰਾਊਂਡ ਸ਼ਿਕਾਰ ਹੋਣ ਵਾਲਾ ਪਹਿਲਾ ਇੰਡੀਅਨ ਰੂਲਰ ਸੀਗਾ, ਜਿਹੜਾ ਉਸ ਵੇਲੇ ਸਬਸਿਡਰੀ ਅਲਾਇੰਸ ਦਾ ਸ਼ਿਕਾਰ ਬਣਿਆ ਜਦੋਂ ਇਹ ਹੋਂਦ 'ਚ ਆਈ ਸੀ। ਆਹ ਦੱਸੋ, ਸਮਝ ਆ ਗਈ ਗੱਲ? ਕਲੀਅਰ ਆ ਕਨਸੈਪਟ? ਨੈਕਸਟ, ਉਸ ਤੋਂ ਬਾਅਦ ਅੱਗੇ ਗੱਲ ਆ ਗਈ, ਇਹਦਾ ਤਾਂ ਚਲੋ ਆਨਸਰ ਵਿੱਚ ਹੀ ਆ ਗਿਆ ਸੀਗਾ, ਐਂਗਲੋ ਡੱਚ ਰਾਈਵਲੀ। ਠੀਕ ਆ, ਦੇਖੋ ਇਹਦੇ 'ਚ ਬਹੁਤ ਧਿਆਨ ਨਾਲ ਸਮਝਿਓ। ਇਹ ਜਿਹੜੀ ਐਂਗਲੋ ਡੱਚ ਰਾਈਵਲੀ ਆ, ਤੁਹਾਨੂੰ ਪਤਾ 1823 ਦੇ ਵਿੱਚ ਨਾ ਅੰਬੋਇਆ ਨਾਮ ਦੀ ਇੱਕ ਜਗ੍ਹਾ ਸੀਗੀ ਇੰਡੀਆ ਦੇ। ਜੇ ਮੈਂ ਤੁਹਾਨੂੰ ਅੱਜ ਦੇ ਜ਼ਮਾਨੇ 'ਚ ਅੱਜ ਕਹਾਂ ਕਿ ਜੀ ਸਾਊਥ ਈਸਟ ਏਸ਼ੀਆ, ਤੁਸੀਂ ਫੱਟ ਪਛਾਣ ਲਓਗੇ ਇੰਡੋਨੇਸ਼ੀਆ ਵਾਲਾ ਇਲਾਕਾ। ਉਧਰਲੇ ਪਾਸੇ ਨਾ ਇੱਕ ਕਤਲੇਆਮ ਹੋਇਆ ਸੀਗਾ, ਜਿੱਥੇ ਜਾਪਾਨੀ ਤੇ ਬ੍ਰਿਟਿਸ਼ ਲੋਕ ਮਾਰੇ ਗਏ ਸੀ ਡੱਚ ਵਾਲਿਆਂ ਦੁਆਰਾ। ਉਸ ਤੋਂ ਬਾਅਦ ਡੱਚ ਤੇ ਬ੍ਰਿਟਿਸ਼ ਜਿਹੜੇ ਸੀਗੇ ਆਪਸ 'ਚ ਇੱਕ ਦੂਜੇ ਤੋਂ ਬੜੀ ਨਫ਼ਰਤ ਕਰਨ ਲੱਗ ਪਏ ਸੀਗੇ। ਇਹ ਬ੍ਰਿਟਿਸ਼ ਡੱਚ ਰਾਈਵਲੀ ਦੀ ਸ਼ੁਰੂਆਤ ਆ। ਉਸ ਤੋਂ ਬਾਅਦ ਤਕਰੀਬਨ ਜਿਹੜੇ ਉਹ ਸੀਗੇ, ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ, ਉਸ ਤੋਂ ਬਾਅਦ ਡੱਚ ਤੇ ਬ੍ਰਿਟਿਸ਼ ਜਿਹੜੇ ਸੀਗੇ ਨਾ, ਇਹਨਾਂ ਦਾ ਆਪਸੀ ਜਿਹੜਾ ਰੌਲਾ ਸੀਗਾ ਉਹ ਨਿਬੜਿਆ ਕਦੋਂ ਜਾ ਕੇ? ਜਦੋਂ ਬਾਅਦ 'ਚ ਇਹਨਾਂ ਨੇ ਇੱਕ ਸਮਝੌਤਾ ਜਿਹਾ ਕਰ ਲਿਆ ਕਿ ਵੀ ਬ੍ਰਿਟਿਸ਼ ਜਿਹੜੇ ਆ ਉਹ ਇੰਡੀਆ 'ਚ ਰਹਿਣਗੇ ਤੇ ਡੱਚ ਕਿੱਥੇ ਰਹਿਣਗੇ? ਇੰਡੋਨੇਸ਼ੀਆ। ਇਹ ਤੁਸੀਂ ਡੱਚ ਤੇ ਬ੍ਰਿਟਿਸ਼ ਵਾਲੀ ਜਦੋਂ ਮੈਂ ਕਹਾਣੀ ਸੁਣਾਈ ਸੀ ਉਹ 'ਚ ਯਾਦ ਕਰਿਓ। ਕਹਾਣੀ ਕੀ ਕਹਿ ਰਹੀ ਆ? ਕਹਿੰਦਾ ਐਂਗਲੋ ਡੱਚ ਕੰਪਰੋਮਾਈਜ਼ ਜਿਹੜਾ ਹੋਇਆ ਸੀਗਾ, ਜਿਹੜਾ ਅੰਬੋਇਆ ਦੇ ਕੰਟਰੋਵਰਸੀ ਤੋਂ ਬਾਅਦ ਹੋਇਆ ਸੀਗਾ, ਕਹਿੰਦਾ ਉਹਦਾ ਨਤੀਜਾ ਇਹ ਨਿਕਲਿਆ ਕਿ ਡੱਚ ਵਾਲੇ ਜਿਹੜੇ ਸੀ ਉਹ ਇੰਡੋਨੇਸ਼ੀਆ 'ਚੋਂ ਬਾਹਰ ਆ ਗਏ। ਇਹ ਗੱਲ ਸਹੀ ਹੈ ਕਿ ਗਲਤ ਆ? ਬ੍ਰਿਟਿਸ਼ ਵਾਲੇ ਬਾਹਰ ਆ ਗਏ ਸੀ ਤੇ ਬ੍ਰਿਟਿਸ਼ ਵਾਲੇ ਇੰਡੀਆ 'ਚ ਰਹਿਣਗੇ ਤੇ ਡੱਚ ਕਿੱਥੇ ਰਹੂਗਾ? ਇੰਡੋਨੇਸ਼ੀਆ। ਪਰ ਅਸਲੀ ਕਹਾਣੀ ਜਿਹੜੀ ਡੱਚ ਵਾਲਿਆਂ ਦੀ ਇੰਡੀਆ 'ਚੋਂ, ਡੱਚ ਵਾਲਿਆਂ ਦਾ ਬੋਰੀ ਬਿਸਤਰਾ ਪਤਾ ਕਦੋਂ ਪੈਕ ਹੋਇਆ? ਜਦੋਂ 1759 'ਚ, ਜਿਹਨੂੰ ਤੁਸੀਂ ਬੈਟਲ ਆਫ ਚੰਸੂਰਾ ਵੀ ਕਹਿੰਦੇ ਹੋ, ਬੈਟਲ ਆਫ ਬਦਾਰਾ ਵੀ ਕਹਿੰਦੇ ਹੋ, ਜਾਂ ਬੈਟਲ ਆਫ ਹੁਗਲੀ ਵੀ ਕਹਿੰਦੇ ਹੋ। ਉਸ ਲੜਾਈ 'ਚ ਡੱਚ ਵਾਲੇ ਕਿਹੜੇ ਰਾਜੇ ਨਾਲ ਮਿਲ ਕੇ ਲੜੇ ਸੀ? ਮੀਰ ਕਾਸਮ ਨਾਲ। ਬੈਟਲ ਆਫ ਹੁਗਲੀ 'ਚ, ਤੇ ਕਿਹਨਾਂ ਦੇ ਖਿਲਾਫ? ਬ੍ਰਿਟਿਸ਼ ਵਾਲਿਆਂ ਦੇ। ਉਸ ਤੋਂ ਬਾਅਦ ਬ੍ਰਿਟਿਸ਼ ਵਾਲਿਆਂ ਨੇ ਦੋਵੇਂ ਹਰਾਤੇ, ਨਾਲੇ ਮੀਰ ਕਾਸਮ ਗਿਆ ਤੇ ਨਾਲੇ ਡੱਚ ਗਏ। ਇੰਡੀਆ 'ਚੋਂ ਡੱਚ ਵਾਲਿਆਂ ਦਾ ਅਸਲੀ ਬੋਰੀ ਬਿਸਤਰਾ ਪੈਕ ਹੋਣਾ 1759 ਤੋਂ ਸ਼ੁਰੂ ਹੋਇਆ ਤੇ 1800 ਤੱਕ ਜਾਂਦੇ ਜਾਂਦੇ ਉਹ ਪੂਰੇ ਤਰੀਕੇ ਨਾਲ ਇੰਡੀਆ 'ਚੋਂ ਗਾਇਬ ਹੋ ਗਏ। ਇਹ ਬੈਟਲ ਆਫ ਬਦਾਰਾ ਜਾਂ ਬੈਟਲ ਆਫ ਚੰਸੂਰਾ ਜਾਂ ਬੈਟਲ ਆਫ ਹੁਗਲੀ। ਹੁਣ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਪੁਰਾਣੇ, ਦੇਖੋ ਟੈਸਟ ਦੇ 40 ਸਵਾਲ ਜਿਹੜੇ ਆ ਨਾ, ਉਹ ਪੂਰੇ ਦੇ ਪੂਰੇ ਚੈਪਟਰਾਂ ਨੂੰ ਕਵਰ ਕਰ ਗਏ ਆ ਹੁਣ। ਤਾਂ ਕਿਤੇ ਵੀ ਜੇ ਕਿਤੇ ਗੜਬੜ ਲੱਗਦੀ ਆ ਕਿਸੇ ਹੋਰ ਚੈਪਟਰ ਦਾ ਸਵਾਲ ਆ ਕਿਤੇ ਹੋਰ ਚੈਪਟਰ ਦਾ ਸਵਾਲ ਆ, ਦੋਵਾਂ ਨੇ ਮਿਲ ਕੇ ਪੂਰੇ ਦਾ ਪੂਰਾ ਡੱਚ ਵਾਲਿਆਂ ਦੀ ਸਾਰੀ ਸਟੋਰੀ ਹੀ ਖਤਮ ਕਰਤੀ। ਸੋ ਇਹ ਚੀਜ਼ਾਂ ਐਵੇਂ ਪੇਪਰ 'ਚ ਆਉਂਦੀਆਂ ਹੁੰਦੀਆਂ ਤੇ ਐਵੇਂ ਹੋਰ UPSC PPSC ਨੇ ਸਵਾਲ ਕਿਵੇਂ ਦੇ ਪਾਉਣੇ ਆ? ਇਹੋ ਜਿਹੇ ਸਵਾਲਾਂ ਦੇ ਨਾਲ ਹੀ ਸਾਰੀ ਕਹਾਣੀ ਖੜੀ ਆ। ਸੋ ਓਨਲੀ 2 ਇਜ਼
ਦੀ ਕਰੈਕਟ ਆਪਸ਼ਨ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਸੋ ਜੇ ਤੁਸੀਂ ਕਹਿ ਦੋਗੇ ਪੈਟ ਜੇ ਬਣੇ ਸਵਾਲ ਤੁਹਾਨੂੰ ਕੋਈ ਪੇਪਰਾਂ 'ਚ ਕਰਾਈ ਜਾਵੇ, ਕਰੀ ਚੱਲੋ, ਫਿਰ ਉਹਦਾ ਤਾਂ ਕੋਈ ਹੱਲ ਨਹੀਂ ਹੈਗਾ ਨਾ। ਪਰ ਆਹ ਦੱਸੋ ਕਹਾਣੀ ਸਮਝ ਆ ਗਈ? ਬੈਟਲ ਆਫ ਬਦਾਰਾ, ਬੈਟਲ ਆਫ ਚੰਸੂਰਾ, ਜਿਹਦੀ ਪੂਰੀ ਡਿਟੇਲ 'ਚ ਆਪਾਂ ਸਾਰੀ ਦੀ ਸਾਰੀ ਕਹਾਣੀ ਡਿਸਕਸ ਕੀਤੀ ਆ। ਖੈਰ ਆ ਜਾਓ ਅੱਗੇ। ਕਹਿੰਦਾ 18ਵੀਂ ਸਦੀ 'ਚ ਇਹਨਾਂ 'ਚੋਂ ਕਿਹੜੀਆਂ ਤਾਕਤਾਂ ਜਿਹੜੀਆਂ ਮੁਗਲ ਸਮਰਾਜ ਦੇ ਟੁੱਟਣ ਤੋਂ ਬਾਅਦ ਉੱਤਰਾਧਿਕਾਰ ਸਟੇਟਾਂ ਬਣੀਆਂ ਨੇ? ਉੱਤਰਾਧਿਕਾਰੀ ਸੂਬੇ ਉਹ ਹੁੰਦੇ ਆ ਜਿਹੜੇ ਉਹਦੇ 'ਚੋਂ ਹੀ ਟੁੱਟ ਕੇ ਬਣੇ ਹੋਣ। ਠੀਕ ਆ, ਤੁਸੀਂ ਕਹੋਗੇ ਬੰਗਾਲ ਵੀ ਉੱਤਰਾਧਿਕਾਰੀ ਸੂਬੇ ਦੇ ਤੌਰ ਤੇ ਉੱਪਰ ਕੇ ਸਾਹਮਣੇ ਆਇਆ ਸੀਗਾ। ਕਿਹੜਾ ਉੱਤਰਾਧਿਕਾਰੀ ਸੀ ਜਿਹਨੇ ਬੰਗਾਲ ਬਣਾਇਆ ਸੀ? ਮੁਰਸ਼ਿਦ ਕੁਲੀ ਖਾਨ। ਸਹੀ ਆ, ਵੀ ਫਿਰ ਸਹੀ ਆ। ਹੈਦਰਾਬਾਦ ਵੀ ਇੱਕ ਉੱਤਰਾਧਿਕਾਰੀ ਇਲਾਕਾ ਸੀਗਾ। ਇੱਥੇ ਕਿਹੜੇ ਉੱਤਰਾਧਿਕਾਰੀ ਨੇ ਬਣਾਇਆ ਸੀਗਾ ਬਈ? ਅਸ਼ਰਫ ਸ਼ਾਹ, ਜਿਹਨੂੰ ਕਿਲਚ ਖਾਨ ਵੀ ਕਹਿ ਦਿੰਦੇ ਸੀਗੇ, ਪਤਾ ਹੋਣਾ ਸਾਰਿਆਂ ਨੂੰ। ਪੰਜਾਬ ਤੇ ਮਰਾਠਾ ਇਹ ਤਾਂ ਰੈਬਲ ਸਟੇਟਾਂ ਸੀ, ਬਗਾਵਤੀ ਇਲਾਕੇ ਸੀਗੇ। ਇਹਨਾਂ ਨੂੰ ਕਹਿ ਸਕਦੇ ਆਪਾਂ ਇਸ ਕੈਟੇਗਰੀ 'ਚ? ਕਦੇ ਵੀ ਨਹੀਂ। ਇੱਕ ਹੋਰ ਕਿਹੜਾ ਰਹਿ ਗਿਆ? ਅਵਧ ਵੀ ਸੀ। ਕਿੰਨੇ ਬਣਾਇਆ ਸੀਗਾ? ਕਿੰਨਾ? ਸੱਦਤ ਖਾਨ ਨੇ। 3 ਜਾਣੇ ਆ ਤੇ ਤਿੰਨਾਂ ਦੇ ਨਾਮ ਤੁਸੀਂ ਰਟੀ ਬੈਠੇ ਹੋ। ਹੋਰ ਕੀ ਆ? ਹੁਣ ਇੱਕ ਗੱਲ ਦੱਸੋ, UPSC ਨੇ ਇੱਕ ਸਵਾਲ ਪੁੱਛਿਆ ਸੀ ਕਿ ਬਈ ਅਵਧ ਕਿੰਨੇ ਬਣਾਇਆ? ਆਪਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਪੁੱਛ ਲਿਆ। ਕੱਲ ਨੂੰ ਤਰੀਕਾਂ ਪੁੱਛ ਲੈਣਗੇ ਕਿ ਕਰਨੋਲਜੀ ਚਲਾ ਦਿਓ, ਪਹਿਲਾਂ ਕਿਹੜਾ ਬਣਿਆ, ਦੂਜਾ ਕਿਹੜਾ ਬਣਿਆ, ਤੀਜਾ ਕਿਹੜਾ ਬਣਿਆ। ਹੋਰ ਤੁਹਾਨੂੰ ਕੀ ਲੱਗਦਾ ਆਬਜੈਕਟਿਵ ਸਵਾਲ ਕਿਤੇ ਉੱਪਰੋਂ ਸਿੱਟ ਲਿਆਉਣਗੇ? ਤੁਸੀਂ ਆਪ ਪੈਟਰਨ ਦੇਖੋ, ਉਹੀ ਸਵਾਲ ਨੇ, ਇਹਨਾਂ ਨੂੰ ਹੀ ਘਮਾਈ ਫਿਰਾਈ ਜਾਣਗੇ। ਇਸ ਤੋਂ ਵੱਧ ਔਖਾ UPSC PPSC ਆਪਣਾ ਲੈਵਲ ਨਹੀਂ ਕਰਦੀ। ਪੇਪਰ ਜਿਹੜੇ ਮਰਜ਼ੀ ਦੇ ਸਵਾਲ ਦੇਖ ਲਓ। ਸੋ ਇਹਦਾ ਸਹੀ ਜਵਾਬ ਕੀ ਬਣਿਆ ਆਪਣੇ ਕੋਲ? 1, 2 ਐਂਡ 5। ਠੀਕ ਆ, ਸਕਸੈਸਰ ਸਟੇਟਸ ਪੁੱਛੀਆਂ ਸੀ। ਮੈਨੂੰ ਲੱਗਦਾ ਸਕਸੈਸਰ ਸਟੇਟਸ ਤਾਂ ਆਪਾਂ ਕਰੀ ਬੈਠੇ ਸੀਗੇ। ਪੂਰੇ ਦਾ ਪੂਰਾ ਚੈਪਟਰ ਪੜ੍ਹਿਆ, ਰੈਬਲ ਸਟੇਟਸ, ਸਕਸੈਸਰ ਸਟੇਟਸ, ਤੇ ਇਹੀ ਆਪਾਂ ਪੜ੍ਹਿਆ ਹੋਇਆ। ਠੀਕ ਹੈ, ਨੈਕਸਟ ਅਗਲਾ ਸਵਾਲ ਆ ਜਾਓ। ਕਹਿੰਦਾ 1833 ਦੇ ਚਾਰਟਰ ਐਕਟ ਤੇ ਜਾਣਕਾਰੀ ਦਿਓ ਮੈਨੂੰ। ਪਹਿਲੀ ਗੱਲ ਕਹਿੰਦਾ ਇਹਦੇ ਨਾਲ ਈਸਟ ਇੰਡੀਆ ਕੰਪਨੀ ਦੀ ਭਾਰਤ 'ਚ ਜਿਹੜੀ ਵਪਾਰਕ ਏਜੰਸੀ ਦੇ ਤੌਰ ਤੇ ਹੈਸੀਅਤ ਸੀਜ਼ ਹੋ ਗਈ। ਸੀਜ਼ ਹੋਣ ਦਾ ਮਤਲਬ ਕੀ ਹੁੰਦਾ ਭਲਾ? ਖਤਮ ਹੋ ਗਈ। ਸਹੀ ਹੈ ਕਿ ਗਲਤ ਹੈ? 1833 ਇਹੀ ਤਾਂ ਮੈਂ ਮੇਨਸ 'ਚ ਕੁਐਸਚਨ ਪਾਇਆ ਸੀਗਾ ਕਿ ਉਹਨਾਂ ਦਾ ਕਰਟਨ ਜਿਹੜਾ ਸੀਗਾ ਡੇਗਤਾ ਸੀਗਾ। ਇਹੀ ਸੀਗਾ ਕਿ 1833 ਦੇ ਐਕਟ ਨੇ। ਹੁਣ ਤੁਹਾਨੂੰ ਸਮਝ ਆਈ ਕਿ ਮੇਨਸ ਦੀ ਆਨਸਰ ਰਾਈਟਿੰਗ ਕਰਦੇ ਬਹੁਤ ਧਿਆਨ ਨਾਲ ਪੜ੍ਹਿਆ ਕਰੋ, ਬਹੁਤ ਥੋਰਲੀ ਪੜ੍ਹਿਆ ਕਰੋ, ਫਿਰ ਜਾ ਕੇ ਆਨਸਰ ਵੀ ਸੋਹਣਾ ਲਿਖਿਆ ਜਾਊਗਾ। ਤੇ ਪਲੱਸ ਕੁਐਸਚਨ ਜਿਹੜਾ ਵਧੀਆ, ਜਿਹੜੀ ਉਹ ਗੱਲ ਉਹ ਤਾਂ ਹੈ ਹੀ ਆ ਕਿ ਤਿਆਰੀ ਵਧੀਆ ਹੋਊਗੀ ਆਬਜੈਕਟਿਵ ਪੇਪਰਾਂ ਦੀ। ਕਮਰਸ਼ੀਅਲ ਕੰਪਨੀ ਦੇ ਤੌਰ ਤੇ ਉਹਦੀ ਹੈਸੀਅਤ ਖਤਮ ਹੋ ਗਈ। ਇਹਦੇ 'ਚ ਤਾਂ ਮੈਨੂੰ ਲੱਗਦਾ ਕੋਈ ਬਹੁਤ ਵੱਡੀ ਗੱਲ ਹੈ ਹੀ ਨਹੀਂ ਜਿਹੜੀ ਮੇਰੇ ਦੱਸਣ ਵਾਲੀ ਹੋਵੇ। ਗੱਲ ਇਸ ਤੋਂ ਅਗਲੇ ਪੁਆਇੰਟ ਦੀ ਕਰਦੇ ਆ। ਠੀਕ ਆ, ਕਹਿੰਦਾ ਕੰਪਨੀ ਦੇ ਸਾਰੇ ਕਰਜ਼ੇ ਹੁਣ ਭਾਰਤ ਸਰਕਾਰ ਦੇ ਕਰਜ਼ੇ ਹੋ ਗਏ। ਗੱਲ ਵੀ ਸਹੀ ਆ, ਕਿਉਂ? ਕੰਪਨੀ ਦੀ ਹੈਸੀਅਤ ਹੀ ਖਤਮ ਹੋ ਗਈ। ਹੁਣ ਕੰਪਨੀ ਦੇ ਸਾਰਾ ਇੰਡਾਇਰੈਕਟ ਜਿਹਾ ਕੰਟਰੋਲ ਕਿਹਦਾ ਹੋ ਗਿਆ ਭਲਾ? ਬ੍ਰਿਟਿਸ਼ ਗਵਰਨਮੈਂਟ ਦਾ। ਉਹ ਕਿਹਦਾ ਹੋ ਗਿਆ ਭਲਾ? ਬ੍ਰਿਟਿਸ਼। ਯਾਰ ਜਦੋਂ ਕੰਪਨੀ ਦੀ ਸਾਰੀ ਕਮਰਸ਼ੀਅਲ ਪਾਵਰ ਖੋਲੀ, ਤੁਹਾਨੂੰ ਮੈਂ ਸਵਾਲ ਪੁੱਛਦਾ, ਕੰਪਨੀ ਦੀ ਕਮਰਸ਼ੀਅਲ ਪਾਵਰ ਕਿਹਨੇ ਖੋਲੀ? ਬ੍ਰਿਟਿਸ਼ ਗਵਰਨਮੈਂਟ ਨੇ। ਉਸ ਟਾਈਮ ਭਾਰਤ 'ਚ ਸਰਕਾਰ ਕਿਹਨਾਂ ਦੀ ਸੀ? ਬ੍ਰਿਟਿਸ਼ ਗਵਰਨਮੈਂਟ। ਉਸ ਵੇਲੇ ਦੀ ਬ੍ਰਿਟਿਸ਼ ਗਵਰਨਮੈਂਟ ਨੂੰ ਕੀ ਮੈਂ ਗਵਰਨਮੈਂਟ ਆਫ ਇੰਡੀਆ ਨਹੀਂ ਕਹਿ ਸਕਦਾ? ਕਹਿ ਸਕਦਾ, ਕਿਉਂਕਿ ਉਸ ਵੇਲੇ ਭਾਰਤ ਦੀ ਸਰਕਾਰ ਬ੍ਰਿਟਿਸ਼ ਗਵਰਨਮੈਂਟ ਸੀ। ਇਹਦਾ ਮਤਲਬ ਕਿ ਇਸ ਅਧੀਨਿਯਮ ਦੇ ਤਹਿਤ ਈਸਟ ਇੰਡੀਆ ਕੰਪਨੀ ਦੇ ਸਾਰੇ ਕਰਜ਼ਿਆਂ ਦੀ ਜ਼ਿੰਮੇਵਾਰੀ ਹੁਣ ਭਾਰਤ ਸਰਕਾਰ ਦੀ ਹੋ ਗਈ। ਉਦੋਂ ਕਿ ਇੰਡੀਆ ਦੀ ਗਵਰਨਮੈਂਟ ਥੋੜਾ ਸੀਗੀ, ਇੰਡੀਅਨਸ ਦੀ ਗਵਰਨਮੈਂਟ ਥੋੜਾ ਸੀ। ਉਹ ਤਾਂ ਅੰਗਰੇਜ਼ਾਂ ਦੇ ਵੇਲੇ, ਅੰਗਰੇਜ਼ਾਂ ਦੀ ਸਰਕਾਰ ਨੂੰ ਉਸ ਵੇਲੇ ਕੀ ਕਿਹਾ ਜਾਂਦਾ ਸੀਗਾ? ਭਾਰਤ ਸਰਕਾਰ। ਤਾਂ ਸਾਰੇ ਦੇ ਸਾਰੇ ਕਰਜ਼ੇ ਜਿਹੜੇ ਸੀਗੇ ਉਹ ਈਸਟ ਇੰਡੀਆ ਕੰਪਨੀ ਦੇ ਡੱਬੇ 'ਚੋਂ ਨਿਕਲ ਕੇ ਕਿਹਨਾਂ ਦੇ ਡੱਬੇ 'ਚ ਚਲੇ ਗਏ? ਭਾਰਤ ਸਰਕਾਰ ਦੇ ਡੱਬੇ 'ਚ। ਤੇ ਭਾਰਤ ਸਰਕਾਰ ਮਤਲਬ ਬ੍ਰਿਟਿਸ਼ ਗਵਰਨਮੈਂਟ। ਇਹਦਾ ਮਤਲਬ ਇਹ ਆ 1833 ਦੇ ਐਕਟ ਦੀਆਂ ਅਣਕਹੀਆਂ ਗੱਲਾਂ ਜਿਹੜੀਆਂ ਕਈ ਵਾਰੀ ਸਿਰਫ ਡਿਸਕਸ ਕਰਨੀਆਂ ਰਹਿ ਜਾਂਦੀਆਂ, ਫਿਰ ਉਹ ਕੁਐਸਚਨਾਂ 'ਚ ਆ ਜਾਂਦੀਆਂ। ਤਾਂ ਹੀ ਤਾਂ ਕਈ ਵਾਰੀ ਕਹਿ ਦਿੰਦਾ ਬੰਦਾ ਕਿ ਇਹਨੂੰ ਬਹੁਤ ਧਿਆਨ ਨਾਲ ਪੜ੍ਹ ਕੇ ਆਇਓ। ਇਹ ਗੱਲ ਮੈਂ ਕਿਉਂ ਕਹਿੰਦਾ ਹੁੰਦਾ ਕਿ ਤੁਹਾਡੇ ਕੋਲ ਇੱਕ ਸਪੈਕਟਰਮ ਨਾਮ ਦੀ ਕਿਤਾਬ ਆ, ਆਪਣੇ ਨੋਟਸ ਵੀ ਆ, ਸਪੈਕਟਰਮ ਵੀ ਆ। ਮੈਂ ਕਿਉਂ ਕਹਿੰਦਾ ਹੁੰਦਾ ਕਿ ਕਿਤਾਬ ਜ਼ਰੂਰ ਪੜ੍ਹੋ। ਕਿਤਾਬਾਂ ਹੀ ਹੁੰਦੀਆਂ, ਕਿਤਾਬਾਂ ਤੋਂ ਉੱਪਰ ਕੁਛ ਨਹੀਂ ਹੋ ਸਕਦਾ। ਠੀਕ ਆ, ਉਹਦਾ ਕੋਈ ਅਲਟਰਨੇਟ ਨਹੀਂ। ਕਿਸੇ ਕਿਤਾਬ ਜਿਹੜੀ ਚੰਗੀ ਕਿਤਾਬ ਆ ਨਾ, ਇੱਕ ਸਟੈਂਡਰਡ ਬੁੱਕ ਆ, ਨੋਟਸ ਵੀ ਬਹੁਤ ਵਧੀਆ, ਮੈਂ ਉਹ 'ਚ ਕੋਈ ਕਮੀ ਛੱਡੀ ਨਹੀਂ ਬਣਾਉਂਦੇ ਹੋਏ। ਪਰ ਹਾਂ, ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਸਾਈਡ 'ਤੇ ਨੋਟ ਕਰ ਲੈਣੀਆਂ ਚਾਹੀਦੀਆਂ। ਤੁਹਾਨੂੰ ਕੀ ਲੱਗਦਾ ਕਿ ਇੱਕ ਬੰਦਾ ਜਦੋਂ ਆਪਣੀ ਕਲਾਸ ਨੋਟਸ ਜਿਹੜੇ ਪ੍ਰਿੰਟਡ ਨੋਟਸ ਮੇਰੇ ਕੋਲ ਲੈ ਕੇ ਜਾਂਦਾ ਤੇ ਉਹਦੇ 'ਤੇ ਆਪਣੀਆਂ ਐਡੀਸ਼ਨਸ ਕਰਦਾ ਹੈ, ਉਹਨਾਂ ਐਡੀਸ਼ਨਸ ਦਾ ਮਤਲਬ ਅੱਜ ਸਮਝ ਆਊਗਾ ਤੁਹਾਨੂੰ ਹੁਣ ਪਤਾ ਲੱਗੂਗਾ ਕਿ ਯਾਰ 33 ਦੇ ਐਕਟ ਬਾਰੇ 4 ਗੱਲਾਂ ਪਤਾ ਸੀ, 5ਵੀਂ ਇੱਕ ਨਹੀਂ ਸੀ ਪਤਾ, ਉਹੀ ਪੇਪਰ 'ਚ ਆਈ ਹੋਈ ਹੈ। ਜਿਹੜੀ ਇੱਕ ਪਤਾ ਸੀ ਉਹਦੇ ਨਾਲ ਸਵਾਲ ਨਹੀਂ ਨਿਕਲ ਰਿਹਾ। ਠੀਕ ਆ, ਸੋ ਇਹਦੇ ਨਾਲ ਪਹਿਲੀ ਆਪਸ਼ਨ ਵੀ ਸਹੀ ਆ ਤੇ ਦੂਸਰੀ ਆਪਸ਼ਨ ਵੀ ਸਹੀ ਆ। ਸੋ ਬੋਥ 1 ਐਂਡ 2। ਠੀਕ ਆ ਨਾ। 1833 ਦੇ ਐਕਟ। ਹੁਣ ਇਹ ਇੱਕ ਸਬਕ ਆ ਗਿਆ ਤੁਹਾਨੂੰ ਕਿ ਸਾਰੇ ਐਕਟਾਂ ਦੀ ਇਕੱਲੇ ਕਲੌਜ਼ ਨੂੰ ਦੁਬਾਰਾ ਪੜ੍ਹਨਾ। ਇਹ ਨਾ ਹੋਵੇ, ਇੱਕ ਗੱਲ ਪੱਕੀ ਆ, UPSC ਤੇ PPSC ਦੀ ਤਿਆਰੀ ਪੇਪਰ ਪਾਉਣ ਵਾਲਾ ਬੰਦਾ ਨਾ,
ਜਦੋਂ ਕਿਤੇ ਵੀ ਸਵਾਲ ਪਾਉਂਦਾ ਨਾ ਉਹ ਇੱਕ ਐਕਟ ਨੂੰ ਚੰਗੀ ਤਰ੍ਹਾਂ ਪੜ੍ਹਦਾ ਕਿ ਇਹਦੀ ਉਹ ਕਿਹੜੀ ਲਾਈਨ ਹੈ ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਵਰਤੀ, ਉਹਨੂੰ ਚੱਕਦਾ, ਫਿਰ ਉਹ ਅਗਲੇ ਨੇ ਪਾਤੀ, ਫਿਰ ਆਹ ਕਰ ਦਿੰਦੇ, ਐਵੇਂ ਕਰਦੇ ਫਿਰ ਉਹ। ਨੈਕਸਟ ਅਗਲੀ ਗੱਲ ਕਹਿੰਦਾ ਅਸ਼ਰਫ ਸ਼ਾਹ ਬਾਰੇ ਸਹੀ ਗੱਲ ਦੱਸੋ। ਕਹਿੰਦਾ ਅਸ਼ਰਫ ਸ਼ਾਹ ਜਿਹੜਾ ਸੀਗਾ ਉਹ ਅਵਧ ਦਾ ਫਾਊਂਡਰ ਸੀਗਾ, ਸਹੀ ਕਿ ਗਲਤ? ਇਹ ਤਾਂ ਬਿਲਕੁਲ ਗਲਤ ਗੱਲ ਆ। ਇਹ ਅਸ਼ਰਫ ਸ਼ਾਹ ਤਾਂ ਉੱਥੋਂ ਦਾ ਫਾਊਂਡਰ ਹੈ ਹੀ ਨਹੀਂ ਸੀ। ਕਿੱਥੋਂ ਦਾ ਫਾਊਂਡਰ ਸੀ ਇਹ ਭਲਾ? ਹੈਦਰਾਬਾਦ ਦਾ। ਦੂਜੀ ਗੱਲ, ਜਿਹੜਾ ਅਸ਼ਰਫ ਸ਼ਾਹ ਸੀਗਾ ਇਹ ਕਹਿੰਦੇ ਜਹੰਦਰ ਸ਼ਾਹ ਦਾ ਸਮਕਾਲੀ ਸੀਗਾ, ਬਿਲਕੁਲ ਗਲਤ। ਇਹ ਤਾਂ ਰੰਗੀਲੇ ਦਾ ਸਮਕਾਲੀ ਸੀਗਾ। ਉਹ ਇਹਨੇ ਉਹ ਨਹੀਂ ਸੀਗਾ ਇਹ ਆਪਣਾ ਅਸ਼ਰਫ ਸ਼ਾਹ ਜਿਹਨੇ ਰੰਗੀਲੇ ਦੀ ਹੈਲਪ ਕਰਕੇ ਕਿਹੜੇ 2 ਬੰਦੇ ਮਰਵਾਏ ਸੀਗੇ? ਸੈਯਦ ਭਰਵਾ ਮਰਵਾਤੇ ਸੀ ਇਹਨੇ। ਪਰ ਬਾਅਦ ਚ ਰੰਗੀਲਾ ਆਪ ਸ਼ਰਾਬ ਸ਼ਰੂਬ ਪੀ ਕੇ ਲੰਘ ਜਾਂਦਾ ਸੀਗਾ। ਇਹਨੇ ਗੁੱਸੇ 'ਚ ਪਹਿਲਾਂ ਤਾਂ ਉਹਦੇ ਦਰਬਾਰ 'ਚ ਗਿਆ, ਫਿਰ ਦੁਬਾਰਾ ਵਾਪਸ ਗੁੱਸੇ 'ਚ ਆ ਕੇ ਇਹਨੇ ਫਿਰ ਕੀ ਸ਼ੁਰੂ ਕੀਤਾ ਸੀ? ਆਪਣਾ ਹੈਦਰਾਬਾਦ ਦੁਬਾਰਾ ਬਣਾਇਆ ਸੀ। ਪੂਰੀ ਸਟੋਰੀ ਸੁਣਾਈ ਸੀ ਮੈਂ ਤੁਹਾਨੂੰ। ਹਿੰਦੂਆਂ ਪ੍ਰਤੀ ਇਹ ਬਹੁਤ ਟੋਲਰੈਂਟ ਸੀਗਾ, ਇੱਥੋਂ ਤੱਕ ਕਿ ਇਹਦੇ ਤੇ ਮਿਨਿਸਟਰ ਵੀ 1-2 ਹਿੰਦੂ ਸੀ। ਜਦੋਂ ਦੇਸ਼ ਆਜ਼ਾਦ ਹੋਇਆ ਨਾ 1947 'ਚ ਦੇਸ਼ ਆਜ਼ਾਦ ਹੋਇਆ, ਉਸ ਵੇਲੇ ਤੱਕ ਵੀ ਜਿਹੜਾ ਨਿਜ਼ਾਮ ਆਫ ਹੈਦਰਾਬਾਦ ਸੀ ਨਾ ਉਹਦੇ ਦਰਬਾਰ ਦੇ ਜਿਹੜੇ ਦਰਬਾਰੀ ਸੀਗੇ ਉਹ ਬਹੁਤੇ ਹਿੰਦੂ ਸੀ ਤੇ ਹਿੰਦੂ ਵਜ਼ੀਰਾਂ ਤੇ ਹੀ ਇਹਦਾ ਬਹੁਤਾ ਯਕੀਨ ਰਿਹਾ ਐਂਡ ਤੱਕ ਨਿਜ਼ਾਮੁਲ ਮੁਲਕ ਦਾ। ਠੀਕ ਆ, ਸੋ ਇਹ ਗੱਲ ਤਾਂ ਦੇਖੋ ਆ ਵੀ ਗਲਤ ਹੋ ਗਈ, ਆ ਵੀ ਗਲਤ ਹੋ ਗਈ। ਜੇ ਤੀਸਰੇ ਆਪਸ਼ਨ ਦਾ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਰੈਕਟ ਕਿਹੜੇ ਆ ਤਾਂ ਓਬਵੀਅਸ ਜੀ ਗੱਲ ਆ ਤਾਂ ਟਿਕ ਲਾਉਣਾ ਹੀ ਪੈਣਾ ਸੀ। ਜੇ ਕੋਈ ਇਹ ਕਹਿ ਦੇ ਕਿ ਮੈਨੂੰ ਤੀਸਰੀ ਆਪਸ਼ਨ ਸਮਝ ਨਹੀਂ ਸੀ ਆ ਰਹੀ ਤਾਂ ਇਹ ਤਾਂ ਸ਼ੋਰ ਹੋਣਾ ਤੁਸੀਂ ਕਿ ਪਹਿਲੀ ਤੇ ਦੂਜੀ ਆਪਸ਼ਨ ਨੂੰ ਤੁਸੀਂ ਸਹੀ ਕਹਿ ਹੀ ਨਹੀਂ ਸਕਦੇ। ਇਹ ਜਹੰਦਰ ਸ਼ਾਹ ਦਾ ਸਮਕਾਲੀ ਨਹੀਂ ਸੀਗਾ, ਮੁਹੰਮਦ ਸ਼ਾਹ ਰੰਗੀਲਾ ਦਾ ਸਮਕਾਲੀ ਸੀਗਾ। ਸੋ ਇਸ ਆਪਸ਼ਨ ਨੂੰ ਤਾਂ ਤੁਸੀਂ ਕਦੇ ਵੀ ਸਹੀ ਕਰ ਹੀ ਨਹੀਂ ਸਕਦੇ। ਠੀਕ ਆ, ਸੋ ਇਸ ਤਰੀਕੇ ਨਾਲ ਕਈ ਵਾਰੀ ਸਵਾਲਾਂ ਨੂੰ ਪਹਿਚਾਨਣਾ ਪੈਂਦਾ ਕਿ ਕਿਵੇਂ ਸਵਾਲ ਕਰੀਏ। ਆ ਜਾਓ ਵੀ ਅੱਗੇ ਹੁਣ। ਕਹਿੰਦਾ ਆ ਘਟਨਾਵਾਂ ਉਹ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕਦੋਂ ਕੀਤਾ ਸੀ? ਕਰਨਾਲ ਦੀ ਲੜਾਈ ਕਦੋਂ ਹੋਈ ਆ? ਫੈਬ 1739 1730। ਬਕਸਰ ਦੀ ਲੜਾਈ ਕਦੋਂ ਹੋਈ ਆ? 1764 ਤੇ ਪਾਣੀਪਤ ਦੀ 1761 ਤੇ ਟੀਪੂ ਸੁਲਤਾਨ ਦੀ ਮੌਤ ਕਿਹੜੀ ਲੜਾਈ 'ਚ ਹੋਈ ਆ ਦੱਸੋਗੇ? ਚੌਥੀ ਐਂਗਲੋ ਮਰਾਠਾ ਲੜਾਈ 'ਚ। ਉਹ ਕਦੋਂ ਹੋਈ ਆ? ਤੇ ਲਾਈਏ ਕਰਨੋਲਜੀ 'ਚ ਸਭ ਤੋਂ ਪਹਿਲਾਂ ਲੱਗੂਗੀ 1 3 1 3 2 4 ਆ ਹੈਗਾ। ਠੀਕ ਆ, ਬਣ ਗਈ ਆਪਸ਼ਨਸ। ਇਹ ਮੈਨੂੰ ਲੱਗਦਾ ਹੁਣ ਕੱਲੀ ਲੜਾਈ ਦੀ ਡਿਸਕਸ਼ਨ ਦੀ ਤਾਂ ਲੋੜ ਬਣਦੀ ਨਹੀਂ। ਆ ਜਾਓ ਅੱਗੇ। ਕਹਿੰਦੇ ਹਾਂ, ਕਹਿੰਦੇ ਭਾਰਤ 'ਚ ਕੁਛ ਨਾ ਆਰਥਿਕ ਕ੍ਰਿਟਿਕ ਸੀਗੇ ਜਿਹੜੇ ਬਸਤੀਵਾਦ ਦਾ ਬਹੁਤ ਨਾ ਆਰਥਿਕ ਵਿਰੋਧ ਕਰਦੇ ਸੀਗੇ, ਯਾਦ ਆ? ਕਹਿੰਦੇ ਉਹਨਾਂ ਨੇ ਇੱਕ ਸ਼ਬਦ ਹੋਮ ਚਾਰਜ ਕੋਇਨ ਕਰਿਆ ਸੀ। ਕੋਈ ਦੱਸ ਸਕਦਾ ਕਿ ਸਭ ਤੋਂ ਮਸ਼ਹੂਰ ਬੰਦਾ ਕੌਣ ਸੀਗਾ ਇਹਨਾਂ 'ਚੋਂ ਜਿਹੜਾ ਅਰਥ ਸ਼ਾਸਤਰੀ ਸੀਗਾ ਜਿਹੜਾ ਅੰਗਰੇਜ਼ਾਂ ਦਾ ਬਹੁਤ ਇਸ ਪੱਧਰ ਤੇ ਇਕਨੋਮਿਕ ਮਾਮਲਿਆਂ ਤੇ ਵਿਰੋਧ ਕਰਦਾ ਸੀ? ਦਾਦਾ ਭਾਈ ਨਾਰੋ ਜੀ। ਨਾਂ ਤਾਂ ਬਹੁਤ ਸੀ, ਦਾ ਹਿੰਦੂ ਵਾਲਾ ਸੁਬਰਾਮਨੀਆ ਅਈਅਰ ਹੋ ਗਿਆ, ਦਾਦਾ ਭਾਈ ਨਾਰੋ ਜੀ ਹੋ ਗਿਆ, ਗੋਪਾਲ ਕ੍ਰਿਸ਼ਨ ਗੋਖਲੇ ਹੋ ਗਿਆ। ਠੀਕ ਆ, ਅੱਗੇ ਜਾ ਕੇ ਹੋਰ ਵੀ ਬਹੁਤ ਨਾਮ ਸੀ ਇਹਦੇ 'ਚ। ਰਮੇਸ਼ ਚੰਦਰ ਦੱਤ, RC ਦੱਤ ਜਿਹਦੀ ਇਕਨੋਮਿਕ ਹਿਸਟਰੀ ਆਫ ਇੰਡੀਆ ਨਾਮ ਦੀ ਕਿਤਾਬ ਬੜੀ ਚੱਲੀ ਸੀ। ਸੁਰਿੰਦਰਨਾਥ ਬੈਨਰਜੀ ਹੋ ਗਿਆ, ਬੜੇ ਅਰਥ ਸ਼ਾਸਤਰੀ ਸੀਗੇ। ਉਹਨਾਂ ਨੇ ਇੱਕ ਗੱਲ ਕਹੀ ਸੀ, ਹੋਮ ਚਾਰਜ। ਇਹ ਹੋਮ ਚਾਰਜ ਕੀ ਸੀਗਾ? ਕੋਈ ਦੱਸ ਸਕਦਾ? ਘਰ ਦੇ ਖਰਚੇ। ਹੋਮ ਚਾਰਜ ਦੇ ਵਿੱਚ ਕੀ ਚੀਜ਼ ਆਉਂਦੀ ਇਹਨਾਂ 'ਚ? ਕੋਈ ਦੱਸ ਸਕਦਾ? ਵਿਚ ਇਜ਼ ਕਰੈਕਟਲੀ ਡਿਸਕ੍ਰਾਈਬ। ਸਭ ਤੋਂ ਸਹੀ ਚੀਜ਼ ਕਿਹੜੀ ਇਹਨਾਂ ਤੋਂ? ਸਭ ਤੋਂ ਵਧੀਆ ਚੀਜ਼ ਕਿਹੜੀ ਆ? ਹੋਮ ਚਾਰਜ 'ਚ ਕੀ ਸੀਗਾ? ਦੇਖੋ, ਜੇ ਇੱਕ ਅੰਗਰੇਜ਼ ਇੰਡੀਆ 'ਚ ਕੰਮ ਕਰ ਰਿਹਾ, ਈਸਟ ਇੰਡੀਆ ਕੰਪਨੀ ਦੇ ਮੁਲਾਜ਼ਮਾਂ ਜਾਂ ਕੋਈ ਵੀ ਅੰਗਰੇਜ਼ ਇੰਡੀਆ 'ਚ ਕੰਮ ਕਰ ਰਹੇ ਆ, ਉਹਨਾਂ ਨੂੰ ਇੱਥੇ ਤਨਖਾਹ ਮਿਲ ਰਹੀ ਹੈ ਇੰਡੀਆ 'ਚ, ਕੀ ਉਹਨੂੰ ਇੰਡੀਆ ਵਾਲਿਆਂ ਨੇ ਹੋਮ ਚਾਰਜ ਕਿਹਾ ਸੀਗਾ? ਇੱਕ ਗੱਲ ਹੋਰ, ਕੀ ਤੁਸੀਂ ਉਹਦੇ 'ਚ ਤਾਂ ਨਹੀਂ ਕਨਫਿਊਜ਼ ਹੋ ਗਏ? ਡਰੇਨ ਆਫ ਵੈਲਥ। ਡਰੇਨ ਆਫ ਵੈਲਥ ਤਾਂ ਵੱਡਾ ਟਰਮ ਆ, ਉਹਦੇ ਅੰਦਰ ਹੋਮ ਚਾਰਜ ਤਾਂ ਛੋਟੀ ਜੀ ਗੱਲ ਸੀਗੀ। ਡਰੇਨ ਆਫ ਵੈਲਥ 'ਚ ਕੀ ਕਹਿੰਦੇ ਸੀਗੇ ਕਿ ਸਾਡਾ ਪੈਸਾ ਕਿਵੇਂ ਲੈ ਕੇ ਜਾ ਰਹੇ ਹੋ? ਵਿਦੇਸ਼ੀ ਦੇਸ਼ ਗਵਾਂਢੀਆਂ ਨਾਲ ਲੜਾਈਆਂ ਲੜਨ 'ਚ ਸਾਡਾ ਪੈਸਾ ਵਰਤ ਰਹੇ ਹੋ। ਕੀ ਇਹਦੇ ਨਾਲ ਸਾਡੇ ਦੇਸ਼ ਦੀ ਵੈਲਥ ਡਰੇਨ ਹੋ ਰਹੀ ਹੈ ਕਿ ਨਹੀਂ ਹੋ ਰਹੀ? ਹੋ ਰਹੀ ਹੈ। ਤੁਸੀਂ ਇੰਡੀਆ 'ਚ ਆ ਕੇ ਸਾਡਾ ਹੀ ਪੈਸਾ ਈਸਟ ਇੰਡੀਆ ਕੰਪਨੀ ਦੇ ਮੁਲਾਜ਼ਮ ਕਮਾ ਰਹੇ ਆ, ਉਹਦੇ ਨਾਲ ਸਾਡਾ ਪੈਸਾ ਡਰੇਨ ਆਫ ਵੈਲਥ ਹੋ ਰਿਹਾ, ਪੈਸਾ ਇੰਡੀਆ 'ਚੋਂ ਨਿਕਲ ਰਿਹਾ ਹੈ। ਤੀਜੀ ਚੀਜ਼ ਉਹਨਾਂ ਨੇ ਕਹੀ ਸੀ ਕਿ ਇੱਕ ਤੁਹਾਡੇ ਹੋਮ ਚਾਰਜਸ ਬਹੁਤ ਜ਼ਿਆਦਾ ਨੇ। ਇਹ ਕੀ ਸੀ ਹੋਮ ਚਾਰਜ? ਕਿ ਤੁਸੀਂ ਬੈਠੇ ਇੰਗਲੈਂਡ 'ਚੋਂ ਤੇ ਪੈਸਾ ਸਾਡੇ ਦੇਸ਼ 'ਚੋਂ ਕਮਾ ਕੇ ਲੈ ਕੇ ਜਾ ਰਹੇ ਹੋ। ਕਿਵੇਂ ਭਲਾ? ਤੁਸੀਂ ਕਹਿੰਦੇ ਹੋ ਕਿ ਇੰਗਲੈਂਡ 'ਚ ਇੱਕ ਬੰਦਾ ਇੰਡੀਆ ਦੇ ਮਸਲਿਆਂ ਤੇ ਨਿਗਰਾਨੀ ਰੱਖਦਾ ਹੈ, ਉਹਦੀ ਤਨਖਾਹ ਵੀ ਇੰਡੀਆ 'ਚ ਜਾਊਗੀ। ਯਾਰ ਹੈਗਾ ਤੁਹਾਡੇ ਘਰ ਦਾ ਖਰਚਾ, ਲੈ ਤੁਸੀਂ ਸਾਡੇ ਦੇਸ਼ ਤੋਂ ਰਹੇ ਹੋ ਇਹ ਕਹਿ ਕੇ ਕਿ ਉਹ ਤੁਹਾਡੇ ਮਸਲੇ ਦੇਖ ਰਿਹਾ। ਇਹ ਕੋਈ ਗੱਲ ਬਣੀ? ਹੋਮ ਚਾਰਜਿਸ ਡਰੇਨ ਆਫ ਵੈਲਥ ਦਾ ਇੱਕ ਛੋਟਾ ਜਿਹਾ ਹਿੱਸਾ ਸੀਗਾ। ਤਾਂ ਇਹ ਨਾ ਸਮਝੋ ਕਿ ਡਰੇਨ ਆਫ ਵੈਲਥ ਹੀ ਹੋਮ ਚਾਰਜ ਹੋ ਗਿਆ। ਮੇਰੀ ਗੱਲ ਸਮਝ ਗਏ? ਤਾਂ ਕਿਹੜੀ ਚੀਜ਼ ਬੈਸਟ ਐਕਸਪਲੇਨ ਕਰ ਰਹੀ ਹੈ ਡਰੇਨ ਆਫ ਵੈਲਥ ਉਹਨੂੰ, ਹੋਮ ਚਾਰਜਿਸ ਨੂੰ?
इन ब्रिटेन कि ब्रिटेन ਦੇ ਵਿੱਚ ਭਾਰਤੀ ਲੋਕਾਂ ਦੇ। ਇੱਕ ਗੱਲ ਹੋਰ, ਸੈਕਟਰੀ ਆਫ ਸਟੇਟ, ਇੱਕ ਮਿੰਟ ਬੱਚੇ ਇੱਕ ਗੱਲ ਹੋਰ ਦੱਸੋ, ਇੰਡੀਆ ਦੇ ਵਿੱਚ ਇੱਕ ਗਵਰਨਰ ਜਨਰਲ ਦਾ ਦਫ਼ਤਰ ਸੀਗਾ, ਉਹਦੇ ਮੁਲਾਜ਼ਮਾਂ ਦੀ ਤਨਖਾਹ ਹੋਮ ਚਾਰਜ 'ਚ ਆਊਗੀ? ਨਹੀਂ। ਇੰਗਲੈਂਡ 'ਚ ਇੱਕ ਸੈਕਟਰੀ ਆਫ ਸਟੇਟ ਦਾ ਦਫ਼ਤਰ ਸੀਗਾ, ਉਹਦੇ 14 ਮੁਲਾਜ਼ਮਾਂ ਦੀ ਤਨਖਾਹ ਜਿਹੜੀ ਹੈ ਕੀ ਉਹ ਹੋਮ ਚਾਰਜ 'ਚ ਆਊਗੀ? ਉਹ ਆਊਗੀ। ਉਹਦੇ 14 ਮੁਲਾਜ਼ਮਾਂ ਦੀ ਤਨਖਾਹ ਜੇ ਇੰਡੀਆ 'ਚ ਜਾ ਰਹੀ ਹੈ ਤੇ ਉਹ ਹੋਮ ਚਾਰਜ 'ਚ ਆਊਗੀ। ਡਰੇਨ ਆਫ ਵੈਲਥ 'ਚ ਸਾਰੀਆਂ ਹੀ ਆਉਣਗੀਆਂ ਯਾਰ, ਭਾਵੇਂ ਅੰਗਰੇਜ਼ ਇੰਡੀਆ 'ਚ ਬਹਿ ਕੇ ਤਨਖਾਹ ਲੈਣ, ਭਾਵੇਂ ਇੰਗਲੈਂਡ 'ਚ ਲੈਣ, ਪੈਸਾ ਤਾਂ ਸਾਰੇ ਬਾਹਰ ਲੈ ਕੇ ਜਾ ਰਹੇ ਆ। ਡਰੇਨ ਆਫ ਵੈਲਥ, ਪੈਸੇ ਨੂੰ, ਪੈਸੇ ਦੇ ਨਿਕਾਸ ਦੇ ਵਿੱਚ ਤਾਂ ਸਾਰੇ ਆ ਗਏ, ਪਰ ਹੋਮ ਚਾਰਜ ਤਾਂ ਸਿਰਫ ਕੀ ਆ ਭਲਾ, ਇੰਡੀਆ 'ਚੋਂ ਬਾਹਰ ਬਹਿ ਕੇ ਇੰਡੀਆ ਦੇ ਪੈਸੇ ਨੂੰ ਖਿੱਚ ਲੈਣਾ, ਦੈਟ ਇਜ਼ ਹੋਮ ਚਾਰਜ। ਪੱਲੇ ਪੈ ਗਈ ਗੱਲ? ਸੋ ਆ ਕਹਾਣੀ ਕਲੀਅਰ ਹੋ ਜਾਣੀ ਚਾਹੀਦੀ ਹੈ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ, ਕਹਿੰਦਾ ਪਰਮਾਨੈਂਟ ਸੈਟਲਮੈਂਟ, ਸਥਾਈ ਬੰਦੋਬਸਤ। ਪਤਾ ਹੀ ਹੈ ਸਾਰਿਆਂ ਨੂੰ ਕਿੰਨੇ ਲੈ ਕੇ ਆਇਆ ਸੀ, ਕੌਣ ਲੈ ਕੇ ਆਇਆ ਸੀ ਸਥਾਈ ਬੰਦੋਬਸਤ। ਇੱਕ ਗੱਲ ਹੋਰ, ਜੇ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਟੈਸਟ ਦਿੱਤੇ ਤੋਂ ਬਿਨਾਂ ਕਨਸੈਪਟ ਕਲੀਅਰ ਕਰ ਲੋਗੇ, ਅਸਲੀ ਕਨਸੈਪਟ ਪਤਾ ਜਿਹੜਾ ਅਗਲੇ ਹਫਤੇ ਆਪਣਾ ਟੈਸਟ ਆ ਇਨਵਾਇਰਮੈਂਟ ਦਾ, ਤੁਹਾਨੂੰ ਨਾ ਇਨਵਾਇਰਮੈਂਟ 75% ਹੁਣ ਸਮਝ ਆਇਆ, 25 ਉਹ ਟੈਸਟ ਤੋਂ ਬਾਅਦ ਆਊਗਾ। ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਟੈਸਟ ਦੇ ਕੇ ਸਮਝ ਆਉਂਦੀਆਂ। ਇਹੀ ਟੈਸਟ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਆ, ਟੈਸਟ ਦੇ ਕੇ ਤੁਹਾਨੂੰ ਐਂ ਲੱਗਣ ਲੱਗ ਪਊਗਾ। ਤੇ ਇੱਕ ਗੱਲ ਹੋਰ, ਜਿਹੜਾ ਬੰਦਾ ਕਹੇ ਨਾ ਮੈਂ ਟੈਸਟ ਘਰੇ ਬਹਿ ਕੇ ਦੇਖ ਲੂੰਗਾ, ਤੁਹਾਨੂੰ ਨਾ, ਤੁਸੀਂ ਕਦੇ ਵੀ ਬੰਦਾ ਘਰੇ ਬਹਿ ਕੇ ਇੰਨਾ ਸੀਰੀਅਸ ਹੋ ਕੇ ਕੁਐਸਚਨ ਨਹੀਂ ਪੜ੍ਹਦਾ ਜਿੰਨਾ ਕਲਾਸ 'ਚ ਪੜ੍ਹਦਾ। ਉਹਨੂੰ ਐਂ ਲੱਗਦਾ ਹੁੰਦਾ ਕਿ ਯਾਰ ਹੁਣ ਮੇਰਾ ਠੀਕ ਹੋ ਹੀ ਜਾਵੇ, ਇੱਕ ਵਾਰੀ ਨੂੰ ਚੰਗੀ ਤਰ੍ਹਾਂ ਪੜ੍ਹ ਹੀ ਲਵਾਂ। ਫਿਰ ਵੀ ਗਲਤ ਕਰ ਲਏ, ਫਿਰ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਉਹਨੂੰ ਕਿਸੇ ਨੇ ਦੱਸਿਆ ਨਾ ਕਿ ਇਸ ਕੁਐਸਚਨ ਦਾ ਸਹੀ ਆਨਸਰ ਆਏ, ਫਿਰ ਨਹੀਂ ਕਦੇ ਉਹ ਭੁੱਲਦਾ। ਇਹੀ ਇੱਕ ਟੈਸਟ ਦਾ ਸਭ ਤੋਂ ਵੱਡੀ ਸੱਚਾਈ ਹੁੰਦੀ ਆ। ਟੈਸਟ ਇੱਕ ਨਾ ਘਟਨਾ ਹੋ ਜਾਂਦੀ ਆ ਪੂਰੀ ਦੀ ਪੂਰੀ ਸਾਡੇ ਨਾਲ, ਜਿਹੜੀ ਸਾਨੂੰ ਉਹ ਪੂਰੀ ਦੀ ਪੂਰੀ ਸਟੋਰੀ ਨੂੰ ਦੁਬਾਰਾ ਮੁੱਢੋਂ ਛੁੱਡੋ ਪੜ੍ਹਨ ਵਾਸਤੇ ਮਜਬੂਰ ਕਰ ਦਿੰਦੀ ਹੈ। ਅਦਰਵਾਈਜ਼ ਬੰਦਾ ਆਪਣੇ ਲੈਵਲ ਤੇ, ਜੇ ਮੈਂ ਤੁਹਾਨੂੰ ਇਹ ਗੱਲ ਕਹਿ ਦਾਂ ਉਹ ਬਈ ਮੈਂ ਤੁਹਾਡਾ ਟੈਸਟ ਲੈਣਾ, ਆਹ ਸਾਰੇ ਐਕਟ ਚੰਗੀ ਤਰ੍ਹਾਂ ਪੜ੍ਹ ਕੇ ਆਇਓ, ਤੁਸੀਂ ਕਦੀ ਵੀ ਇੰਨੀ ਸੀਰੀਅਸ ਨਹੀਂ ਪੜ੍ਹੋਗੇ। ਦੂਜੀ ਗੱਲ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਉਹ 'ਚ ਸੀਰੀਅਸਨੈਸ ਦਿਖਾਉਣੀ ਕਿੱਥੇ ਆ। ਹੁਣ ਤੁਸੀਂ ਇਕੱਲੇ ਕਲੌਜ਼ ਤੇ ਕਿੱਥੇ ਸੀਰੀਅਸਨੈਸ ਦਿਖਾਉਣੀ ਆ? ਨਹੀਂ ਤਾਂ ਤੁਸੀਂ ਆਪ ਦੱਸੋ, ਤੁਸੀਂ ਕਦੀ ਡਰੇਨ ਆਫ ਵੈਲਥ 'ਚ ਹੋਮ ਚਾਰਜ ਨੂੰ ਇੰਨਾ ਸੀਰੀਅਸਲੀ ਪੜ੍ਹਨਾ ਸੀ? ਕਦੇ ਵੀ ਨਹੀਂ ਸੀ ਪੜ੍ਹਿਆ ਜਾਣਾ। ਤੇ ਇਹ ਤੁਸੀਂ ਪਹਿਲੇ ਨਹੀਂ ਤੇ ਤੁਸੀਂ ਅਖੀਰਲੇ ਨਹੀਂ। ਇਹ ਟੈਸਟਾਂ ਦੀ ਖਾਸੀਅਤ ਆ। ਟੈਸਟ ਜਦੋਂ ਵੀ ਹੁੰਦੇ ਆ, ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਆ, ਮੈਨੂੰ ਬਹੁਤ ਜਾਣੇ ਕਹਿੰਦੇ ਸੀਗੇ ਕਿ ਜਦੋਂ ਤੱਕ ਤੁਸੀਂ ਆਪਣੇ ਇੰਸਟੀਟਿਊਟ 'ਚ ਟੈਸਟ ਵਗੈਰਾ ਲੈਂਦੇ ਸੀ ਨਾ, ਤਾਂ ਸਾਡੇ ਪੇਪਰ ਕਲੀਅਰ ਕਰਨ ਦੇ ਚਾਂਸ ਬਹੁਤ ਵੱਧ ਜਾਂਦੇ ਸੀਗੇ। ਤਾਂ ਉਹ ਇਸੇ ਕਰਕੇ ਕਿ ਮੇਰੇ ਟੈਸਟ ਖਾਸੀਅਤ ਨਹੀਂ ਸੀਗੇ, ਟੈਸਟ ਦੀ ਡਿਸਕਸ਼ਨ। ਤੇ ਟੈਸਟ ਦੀ ਡਿਸਕਸ਼ਨ 'ਚ ਮੈਂ ਕੁਝ ਬਹੁਤਾ ਨਹੀਂ ਦੱਸਦਾ, ਮੈਂ ਬਸ ਇੰਨਾ ਕਹਿੰਦਾ ਹੁੰਦਾ ਕਿ ਉਹਦੇ 'ਚ ਇੰਨਾ ਕੁ ਅਹਿਸਾਸ ਕਰਾ ਦਿੰਦਾ ਕਿ ਬੰਦਾ ਘਰੇ ਜਾ ਕੇ ਜੇ ਇੱਕ ਵਾਰ ਵੀ ਦੌਰ ਪਾ ਗਿਆ ਨਾ ਉਹ ਸਾਰੇ ਪੈਂਡਿੰਗ ਟੌਪਿਕ ਤੇ, ਤਾਂ ਸਮਝ ਲਓ ਕਹਾਣੀ ਕਲੀਅਰ ਕਰ ਦੂਗਾ। ਐਨੀ ਡਾਊਟ? ਆ ਜਾਓ ਜੀ ਹੁਣ ਅੱਗੇ। ਕਹਿੰਦਾ ਪਰਮਾਨੈਂਟ ਸੈਟਲਮੈਂਟ, ਕਹਿੰਦਾ ਇਹ ਸੈਟਲਮੈਂਟ ਜਿਹੜੀ ਸੀ, ਇਹ 'ਚ ਜਿਹੜੇ ਜ਼ਮੀਨ ਦੇ ਜਾਇਦਾਦ ਦੇ ਹੱਕ ਸੀ ਉਹ ਹੈਰੀਡਿਟਰੀ ਸੀ ਤੇ ਟਰਾਂਸਫਰੇਬਲ ਸੀ। ਸਹੀ ਕਿ ਗਲਤ? ਇਹ ਇੱਕ ਗੱਲ ਹੋਰ, ਪਰਮਾਨੈਂਟ ਸੈਟਲਮੈਂਟ 'ਚ ਜਾਇਦਾਦ ਦੇ ਹੱਕ ਕਿਹਨਾਂ ਕੋਲ ਸੀਗੇ? ਜ਼ਮੀਨਦਾਰਾਂ ਕੋਲ। ਜੇ ਉਹ ਮਰ ਗਿਆ ਉਹਦੇ ਮੁੰਡੇ ਕੋਲ, ਉਹਦਾ ਮਰ ਗਿਆ ਉਹਦੇ ਮੁੰਡੇ ਕੋਲ। ਪਹਿਲੀ ਗੱਲ ਤਾਂ ਸਹੀ ਆ। ਤੇ ਜੇ ਕਿਸੇ ਨੇ ਸ਼ਾਮ ਤੱਕ, ਜਿੱਦਣ ਤੱਕ ਟੈਕਸ ਪੇ ਕਰਨਾ ਸੀ ਤੇ ਟੈਕਸ ਨਾ ਦਿੱਤਾ, ਕੀ ਇਹ ਜ਼ਮੀਨ ਦੇ ਜਾਇਦਾਦ ਦੇ ਹੱਕ ਉਹਦੇ ਕੋਲ ਰਹਿੰਦੇ ਸੀ ਕਿ ਕਿਸੇ ਹੋਰ ਕੋਲ ਵੀ ਚਲੇ ਜਾਂਦੇ ਸੀ? ਤੇ ਫਿਰ ਦੋਵੇਂ ਗੱਲਾਂ ਹੀ ਸਹੀ ਆ। ਐ ਸਵਾਲ ਦਾ ਆਨਸਰ ਨਿਕਲਣਾ ਹੈ। ਆ ਜਾਓ ਅਗਲੀ ਗੱਲ। ਕਹਿੰਦਾ ਇਹਦੇ 'ਚ ਕਹਿੰਦਾ ਡਿਲੇ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ ਹੈਗੀ ਕਿ ਤੁਸੀਂ ਆਪਣਾ ਰੈਵਨਿਊ ਡਿਲੇ ਕਰ ਹੀ ਨਹੀਂ ਸਕਦੇ। ਸੀਗੀ ਕਿ ਨਹੀਂ? ਬਿਲਕੁਲ ਵੀ ਨਹੀਂ ਸੀ। ਕਿਹੜਾ ਲਾਅ ਸੀ ਭਲਾ ਜਿਹੜਾ ਕਹਿੰਦਾ ਸੀ ਕਿ ਪ੍ਰੋਵੀਜ਼ਨ ਹੋ ਹੀ ਨਹੀਂ ਸਕਦੀ? ਸਨਸੈਟ ਲਾਅ। ਅਗਲੇ ਸਾਲ ਐਡ ਕੀਤਾ ਸੀ 1794 'ਚ। ਪਹਿਲਾਂ ਤਾਂ ਮਾੜੀ ਮੋਟੀ ਸੀਗੀ, ਪਰ ਅਗਲੇ ਸਾਲ ਤਾਂ ਪੱਕਾ ਹੀ ਪੋਚਾ ਫੇਰਤਾ ਕਿ ਨਾ ਡਿਲੇ ਦੀ ਤਾਂ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਇਹਦੇ 'ਚ। ਬਈ ਪਹਿਲੀ ਵੀ ਸਹੀ ਹੋ ਗਈ, ਦੂਜੀ ਵੀ। ਲੈਂਡ ਰੈਵਨਿਊ ਨੂੰ ਰੀਵਿਊ ਕੀਤਾ ਜਾਂਦਾ ਸੀ ਤੇ ਜਿਵੇਂ ਜਿਵੇਂ ਪ੍ਰੋਡਕਟਿਵਿਟੀ ਵੱਧਦੀ ਸੀ ਉਹਦੇ ਹਿਸਾਬ ਨਾਲ ਟੈਕਸ ਸਹੀ ਕੀਤਾ ਜਾਂਦਾ ਸੀ। ਐਵੇਂ ਦੀ ਕੋਈ ਗੱਲ ਪੜ੍ਹੀ ਆਪਾਂ ਇਹਦੇ 'ਚ? ਇਹਦਾ ਆਹੀ ਤਾਂ ਰੌਲਾ ਸੀ ਕਿ ਇਹ 'ਚ ਕੁਛ ਵੀ ਰੀਵਿਊ ਨਹੀਂ ਹੋਇਆ। ਉਹ ਜਿਹੜੇ ਰੀਵਿਊ ਹੋਏ ਆ ਉਹ ਕਿਹੜੇ 'ਚ ਹੋਇਆ ਭਲਾ? ਮਾਹਲਵਾੜੀ 'ਚ। ਕਿਤੇ 30 ਸਾਲ, ਕਿਤੇ 20 ਸਾਲ ਬਾਅਦ, ਪਰ ਇਹਦੇ 'ਚ ਤਾਂ ਕੋਈ ਰਿਵਿਊ ਨਹੀਂ। ਇਹਦਾ ਇਹੀ ਤਾਂ ਰੌਲਾ ਸੀਗਾ ਇਹਦਾ। ਠੀਕ ਆ, ਤਾਂ ਇਹ ਕੀ ਹੋ ਗਿਆ ਆਪਣਾ? ਗਲਤ। ਆ ਗੱਲ ਸਮਝ ਆ ਗਈ ਚੀਜ਼? ਤਾਂ ਕਿਹੜੀ ਆਪਸ਼ਨ ਸਹੀ ਬਣ ਗਈ? 1 and 2 ਆਪਸ਼ਨਸ। ਸੋ ਸਮਝ ਆ ਗਈ ਗੱਲ? ਜੇ ਕਲੀਅਰ ਹੈ ਕਨਸੈਪਟ? ਸੋ ਐਵੇਂ ਦੇ ਸਵਾਲ, ਐਵੇਂ ਦੇ ਆਪਸ਼ਨਸ ਜਿਹੜੇ ਆ। ਨੈਕਸਟ ਅੱਗੇ ਆ ਜਾਓ। ਠੀਕ ਆ, ਤੇ ਨੈਕਸਟ ਅੱਗੇ ਆ ਗਿਆ ਆਪਣੇ ਕੋਲ। ਕਹਿੰਦਾ ਰੇਲਵੇ ਦੀ ਡਿਵੈਲਪਮੈਂਟ ਨੂੰ ਲੈ ਕੇ ਕਿਹੜੀ ਗੱਲ ਗਲਤ ਆ? ਸਹੀ ਨਹੀਂ ਗੀ, ਮਤਲਬ ਗਲਤ ਆ। ਠੀਕ ਆ, ਰੇਲਵੇ ਦੀ ਡਿਵੈਲਪਮੈਂਟ ਨੂੰ ਲੈ ਕੇ ਭਾਰਤ 'ਚ ਜਿਹੜੀਆਂ ਰੇਲਵੇ ਸ਼ੁਰੂ 'ਚ ਰੇਲਵੇ ਆਈ ਹੈ ਜਿਹੜੀ, ਉਹ ਪ੍ਰਾਈਵੇਟ ਕੰਪਨੀਆਂ ਲੈ ਕੇ ਆਈਆਂ। ਪਹਿਲੀ ਆਪਸ਼ਨ। ਜ਼ਿਆਦਾ ਮੈਂ ਰੇਲਵੇ ਬਾਰੇ ਪੜ੍ਹਾਇਆ ਵੀ ਨਹੀਂ ਜ਼ਿਆਦਾ। ਦੂਜੀ ਗੱਲ, ਇੰਡੀਆ 'ਚ ਰੇਲਵੇ ਜਿਹੜੀ ਸੀ
ਉਹਦਾ ਮਕਸਦ ਸੀਗਾ ਮਿਲਟਰੀ ਦੇ ਇੰਟਰਸਟ ਨੂੰ ਪੂਰਾ ਕਰਨਾ। ਦੂਸਰੀ ਆਪਸ਼ਨ ਮੈਂ ਜ਼ਿਆਦਾ ਪੜ੍ਹਾਇਆ ਵੀ ਨਹੀਂ, ਇਸ ਕਰਕੇ ਮੈਨੂੰ ਜ਼ਿਆਦਾ ਕਲੀਅਰ ਵੀ ਨਹੀਂ ਹੋ ਰਿਹਾ। ਤੀਜੀ ਆਪਸ਼ਨ, ਭਾਰਤ 'ਚ ਪਹਿਲੀ ਰੇਲਵੇ ਬੰਬੇ ਤੋਂ ਠਾਣੇ ਖੋਲ੍ਹੀ ਗਈ ਸੀ 1853 'ਚ ਲਾਰਡ ਡਲਹੌਜ਼ੀ ਦੇ ਵੇਲੇ। ਸ਼ਾਇਦ ਇਹ ਵੀ ਮੈਂ ਹਜੇ ਕੁਝ ਪ੍ਰੋਪਰ ਮੈਂ ਨਹੀਂ ਕਹਿੰਦਾ ਪੜ੍ਹਾਇਆ, ਪਰ ਹਾਂ ਜੇ ਤੁਸੀਂ ਨੋਟਸ ਪੜ੍ਹੇ ਹੋਣਗੇ ਤਾਂ ਪੱਕਾ ਆਇਆ ਹੋਊਗਾ, ਸਾਰੀਆਂ ਚੀਜ਼ਾਂ ਆਈਆਂ ਇਹ। ਪਰ ਹਾਂ ਸਵਾਲਾਂ ਦੇ ਆਨਸਰ ਕਿਵੇਂ ਲੱਭੀਦੇ ਆ, ਇੱਕ ਤੁਸੀਂ ਸਰਚ ਕਰਕੇ ਜ਼ਰੂਰ ਆਓਗੇ ਕਿ ਪੰਜਾਬ 'ਚ ਪਹਿਲੀ ਰੇਲਵੇ ਕਦੋਂ ਚੱਲੀ ਆ ਪੰਜਾਬ 'ਚ, ਠੀਕ ਆ। ਕਿਉਂਕਿ ਜਦੋਂ ਪੰਜਾਬ 'ਚ ਪਹਿਲੀ ਰੇਲਵੇ ਚੱਲੀ ਆ ਨਾ, ਉਹਨੇ ਬਹੁਤ ਕਾਂਡ ਕਰੇ ਆ। ਪਹਿਲੀ ਰੇਲਵੇ ਜਦੋਂ ਚੱਲੀ ਆ ਤਾਂ ਨਾ ਲੋਕਾਂ ਨੂੰ ਕਹਿਤਾ, ਆਪਣੇ ਇੱਥੋਂ ਵਾਲਿਆਂ ਨੂੰ, ਪਾਕਿਸਤਾਨ ਵਾਲਿਆਂ ਨੂੰ, ਆ ਜਿਹੜੇ ਪੰਜਾਬ ਦੇ ਲੋਕ, ਪਾਕਿਸਤਾਨ ਦੇ ਪੰਜਾਬ ਵਾਲੇ, ਇਹਨਾਂ ਨੂੰ ਕਹਿਤਾ ਕਿ ਬਈ ਇੱਟਾ ਉੱਟਾ ਦਾ ਪ੍ਰਬੰਧ ਕਰ ਲਓ ਕੋਈ। ਇਹਨਾਂ ਨੇ ਨਾ ਨੇੜੇ ਜੇ ਪਿੰਡ ਸੀਗੇ, ਠੀਕ ਆ, ਉੱਥੋਂ ਮਿੱਟੀ ਪੱਟੀ, ਥੱਲਿਓਂ ਨਿਕਲ ਆਈਆਂ ਇੱਟਾਂ। ਮੈਂ ਕਹਿੰਦਾ ਪੂਰੇ ਦਾ ਪੂਰਾ ਪਿੰਡ ਹੀ ਛਾਂਟਦਾ। ਉਹ ਤੋਂ ਬਾਅਦ 'ਚ ਪਤਾ ਲੱਗਾ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਆ, ਸਾਰੀ ਦੀ ਸਾਰੀ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਇੱਟਾਂ ਜਿਹੜੀਆਂ ਨਾ, ਉਹ ਰਾਵਲਪਿੰਡੀ ਤੋਂ ਮੁਲਤਾਨ ਵਾਲੀ ਰੇਲਵੇ ਲਾਈਨ 'ਤੇ ਲਾਤੀਆਂ ਜਾ ਕੇ। ਉਹ ਤਾਂ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਸਾਨੂੰ ਲੱਭੀ ਆ ਨਾ, ਉਹ 1/4 ਵੀ ਨਹੀਂ ਹੈਗੀ, 3/4 ਤਾਂ ਇਹਨਾਂ ਨੇ ਪਟਰੀ ਦੇ ਵਿਛਾਤੀ ਸੀ। ਤਾਂ ਮਤਲਬ ਉਹਦਾ ਬਾਅਦ 'ਚ ਪਤਾ ਲੱਗਿਆ ਉਹਨਾਂ ਨੂੰ, ਜਿਹੜੇ ਵਿਚਾਲੇ ਆਰਕੀਓਲੋਜੀ ਵਾਲੇ ਸੀਗੇ, ਕਿ ਭਾਈ ਇਹ ਜਿਹੜੀ ਇੱਟ ਲਾਈ ਬੈਠੇ ਆ, ਇਹ ਤਾਂ 2000 3000 4 ਸਾਲ ਪੁਰਾਣੀ, 3-4000 ਸਾਲ ਪੁਰਾਣੀ ਇੱਟ ਆ। ਤਾਂ ਟੈਲੈਂਟ ਤਾਂ ਸਾਡੇ 'ਚ ਪੂਰਾ ਸੀਗਾ, ਪਰ ਖੈਰ ਆਪਾਂ ਨੂੰ ਪਤਾ ਵੀ ਨਹੀਂ, ਠੀਕ ਆ। ਅਗਲਿਆਂ ਨੇ ਜੋ ਲੱਗਿਆ ਅਗਲਿਆਂ ਨੇ ਦੱਬਤਾ, ਉਹਨਾਂ ਨੂੰ ਕੁਛ ਜ਼ਿਆਦਾ ਨੌਲੇਜ ਤਾਂ ਹੈ ਨਹੀਂ ਸੀ ਇਹਨਾਂ ਚੀਜ਼ਾਂ ਬਾਰੇ। ਕਹਿੰਦਾ ਰੇਲਵੇ ਦੇ ਜਿਹੜੇ ਰੇਟ ਸੀ ਉਹ ਇਸ ਤਰੀਕੇ ਨਾਲ ਫਿਕਸ ਕੀਤੇ ਗਏ ਸੀ ਕਿ ਜਿਹੜੀ ਸਮਾਨ ਦੀ ਅੰਦਰੂਨੀ ਮੂਵਮੈਂਟ ਆ ਨਾ ਦੇਸ਼ ਦੇ ਵਿੱਚ, ਜਿਹੜੀ ਆ ਉਹਨੂੰ ਪ੍ਰਮੋਟ ਕੀਤਾ ਜਾ ਸਕੇ। ਦੇਸ਼ ਦੇ ਵਿੱਚ ਸਮਾਨ ਦੀ ਅੰਦਰੂਨੀ ਮੂਵਮੈਂਟ ਆ ਜਿਹੜੀ, ਇਹਨੂੰ ਪ੍ਰਮੋਟ ਕੀਤਾ ਜਾ ਸਕੇ ਕਿ ਵੱਧ ਤੋਂ ਵੱਧ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਚੱਲ ਜੇ। ਇੱਕ ਗੱਲ ਯਾਦ ਰੱਖਿਓ, ਬਹੁਤ ਸਾਰੇ ਸਵਾਲਾਂ ਦੇ ਜਵਾਬ ਨਾ ਦਿਮਾਗ ਨਾਲ ਦੇਣੇ ਪੈਂਦੇ ਆ। ਪਤਾ ਕਿਉਂ? ਕਿਉਂਕਿ ਪੇਪਰ 'ਚ ਉਹ ਸਵਾਲ ਕਦੀ ਸੁਣਿਆ ਹੀ ਨਹੀਂ ਹੁੰਦਾ। ਹੁਣ ਅੰਗਰੇਜ਼ਾਂ ਦਾ ਭਾਰਤ 'ਚ ਰੇਲਵੇ ਦਾ ਕਦੀ ਵੀ ਮੋਟਿਵ ਇੰਡੀਆ ਦੇ ਅੰਦਰ ਗੁਡਸ ਦੀ ਮੂਵਮੈਂਟ ਵਧੀਆ ਰਵੇ, ਇਹ ਮਕਸਦ ਕਦੇ ਵੀ ਨਹੀਂ ਰਿਹਾ। ਇੱਕੋ ਮਕਸਦ ਰਿਹਾ ਕਿ ਸਾਡਾ ਸਮਾਨ ਜਿਹੜਾ ਹੈ ਨਾ, ਉਹ ਐਕਸਪੋਰਟ ਇੰਪੋਰਟ ਜਿਹੜਾ ਹੈ ਬਸ ਉਹ ਵਧੀਆ ਹੋਵੇ ਦੁਨੀਆ ਦੇ ਦੂਜੇ ਦੇਸ਼ਾਂ ਨਾਲ। ਰੇਲਵੇ ਦੇ ਭਾੜੇ ਜਿਹੜੇ ਆ ਉਹ ਫਿਕਸ ਕਰਨ ਦਾ ਮਕਸਦ ਕਦੇ ਵੀ ਸਾਡੇ ਦੇਸ਼ ਦੇ ਅੰਦਰ ਸਮਾਨ, ਇਹ ਤਾਂ ਅੱਜ ਭਾਰਤ ਸਰਕਾਰ ਦਾ ਮਕਸਦ ਆ ਕਿ ਰੇਲਵੇ ਐਵੇਂ ਰੇਲਵੇ ਦੇ ਰੇਟ ਐਵੇਂ ਚਲਾਏ ਜਾਣ ਕਿ ਦੇਸ਼ 'ਚ ਇੰਟਰਨਲ ਮੂਵਮੈਂਟ ਆਫ ਗੁਡਸ ਸੌਖੀ ਰਵੇ। ਅੰਗਰੇਜ਼ਾਂ ਦਾ ਮਕਸਦ ਸੀਗਾ ਤਾਂ ਕਿ ਕਿਹਨੂੰ ਪ੍ਰਮੋਟ ਕੀਤਾ ਜਾਵੇ? ਇੰਪੋਰਟ ਐਂਡ ਐਕਸਪੋਰਟ। ਸੋ ਆ ਦੇਸ਼ ਦੇ ਅੰਦਰ ਇੰਟਰਨਲ ਮੂਵਮੈਂਟਸ ਆਫ ਗੁਡਸ, ਪਤਾ ਕਿਹੜੀ ਸਰਕਾਰ ਦੀ ਇੰਟੈਂਸ਼ਨ ਹੁੰਦੀ ਹੈ, ਕਿਹੜੀ ਸਰਕਾਰ ਦੀ ਸੋਚ ਹੁੰਦੀ ਹੈ? ਵੈਲਫੇਅਰ ਸਰਕਾਰ, ਜਿਹੜੀ ਸੁਸ਼ਾਸਨ ਚਾਹੁੰਦੀ ਹੈ ਸਰਕਾਰ। ਜਿੰਨੇ ਤੁਹਾਨੂੰ ਗੁਲਾਮ ਕਰਨਾ ਹੈ ਉਹ ਤਾਂ ਆਪਣੇ ਪਰਸਨਲ ਵੈਸਟਡ ਇੰਟਰਸਟ ਚਾਹੁੰਦੀ ਆ, ਜਿਹੜੇ ਆਪਣੇ ਸ਼ੌਂਕ ਨੇ, ਆਪਣਾ ਜੋ ਚਾਹੁੰਦੇ ਆ ਉਹ ਕਦੇ ਵੀ ਤੁਹਾਡੇ ਗੁਡਸ ਦੀ ਵਧੀਆ ਤਰੀਕੇ ਨਾਲ ਮੂਵਮੈਂਟ ਹੋਵੇ, ਇਹ ਕਦੀ ਵੀ ਉਹਨਾਂ ਦੀ ਇੰਟੈਂਸ਼ਨ ਹੋ ਹੀ ਨਹੀਂ ਸਕਦੀ। ਸੋ ਆਹ ਚੀਜ਼ ਆਪਣੇ ਕੋਲ ਆਨਸਰ ਆ ਗਈ। ਇਹਦਾ ਮਤਲਬ ਬਾਕੀ ਗੱਲਾਂ ਯਾਦ ਕਰ ਲਓ ਕਿ ਪਹਿਲੀ ਟ੍ਰੇਨ ਬੰਬੇ ਤੋਂ ਠਾਣੇ ਚੱਲੀ ਆ 1853 ਚੱਲੀ ਆ, ਡਲਹੌਜ਼ੀ ਦੇ ਵੇਲੇ ਚੱਲੀ ਆ। ਤੇ ਮੈਂ ਤੁਹਾਡੀ ਇੱਕ ਗੱਲ ਤੁਹਾਡੀ ਜਾਣਕਾਰੀ ਲਈ ਦੱਸਦਾ, 1813 ਤੂਰਾਂ 'ਚ ਜਦੋਂ ਇੰਗਲੈਂਡ 'ਚ ਰੇਲਵੇ ਆਈ ਆ, ਠੀਕ ਆ, ਸਟੈਪਸਨ ਨੇ ਜਦੋਂ ਬਣਾਈਆਂ ਰੇਲ ਭਾਰਤ 'ਚ, ਫਿਰ 1835-40 ਤੋਂ ਬਾਅਦ ਰੇਲਵੇ ਦਾ ਦੌਰ ਆਇਆ ਤੇ ਸ਼ੁਰੂ 'ਚ ਕੰਮ ਭਾਰਤ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਗਿਆ। ਉਹਨਾਂ ਕੰਪਨੀਆਂ ਨੂੰ ਕਿਹਾ ਗਿਆ ਕਿ ਤੁਹਾਨੂੰ 10% 15% ਸਰਕਾਰ ਆਪਣੇ ਮੁਨਾਫੇ 'ਚੋਂ ਦਿਆ ਕਰੂਗੀ। ਫਿਰ ਜਦੋਂ ਰੇਲਵੇ ਦਾ ਕੰਮ ਵਧੀਆ ਚੱਲ ਗਿਆ, ਫਿਰ ਸਰਕਾਰ ਨੇ ਰੇਲਵੇ ਆਪਣੇ ਹੱਥਾਂ 'ਚ ਲੈ ਲਈ, ਠੀਕ ਆ। ਸ਼ੁਰੂ 'ਚ ਰੇਲਵੇ ਪ੍ਰਾਈਵੇਟ ਪਲੇਅਰਸ ਦੇ ਹੱਥਾਂ 'ਚ ਚੱਲੀ ਸੀ ਤੇ ਮਕਸਦ ਪਤਾ ਕੀ ਸੀਗਾ ਕਿ ਭਾਰਤ ਦੇ ਵਿੱਚ ਰੇਲਵੇ ਦੀਆਂ ਪਟੜੀਆਂ ਐਵੇਂ ਵਿਛਾਈਆਂ ਜਾਣ ਕਿ ਜੇਲ੍ਹਾਂ ਤੇ ਸੈਨਾ ਦੇ ਅੱਡੇ ਕਨੈਕਟ ਕੀਤੇ ਜਾਣ। ਤੇ ਤੀਜੀ ਚੀਜ਼ ਕਿਹੜੀ ਕਨੈਕਟ ਕੀਤੀ ਜਾਵੇ? ਕੋਲੇ ਦੀਆਂ ਮਾਈਨਾਂ, ਜਿੱਥੋਂ ਰॉ ਮਟੀਰੀਅਲ ਸਮੁੰਦਰ ਦੇ ਕੰਢਿਆਂ ਤੱਕ ਪਹੁੰਚਾਇਆ ਜਾ ਸਕੇ। ਕਦੇ ਵੀ ਸਾਡੇ ਦੇਸ਼ ਦੇ ਅੰਦਰ ਸਮਾਨ ਇੱਕ ਜਗ੍ਹਾ ਤੋਂ ਸੌਖੀ ਜਗ੍ਹਾ ਪਹੁੰਚ ਜੇ, ਇਹ ਕਦੇ ਵੀ ਅੰਗਰੇਜ਼ਾਂ ਦਾ ਮਕਸਦ ਨਹੀਂ ਰਿਹਾ। ਫੌਜ ਪ੍ਰਾਇੋਰਟੀ ਦੇ ਆਧਾਰ ਤੇ ਮੂਰਲਿਆਂ 'ਚ ਰਹੀ ਆ, ਇੱਕ ਫੌਜ ਰਹੀ ਆ, ਤੇ ਦੂਜੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਲੀਅਰ ਹੈ ਕਨਸੈਪਟ? ਨੈਕਸਟ ਅੱਗੇ ਆ ਜਾਓ। ਹੁਣ ਅਗਲੀ ਗੱਲ ਆ ਗਈ, ਕਹਿੰਦਾ ਟੀਪੂ ਸੁਲਤਾਨ ਨੂੰ ਲੈ ਕੇ ਕਿਹੜੀ ਗੱਲ ਸਹੀ ਆ? ਟੀਪੂ ਸੁਲਤਾਨ ਅੱਜ ਦੇ ਜ਼ਮਾਨੇ 'ਚ ਜੇ ਦੇਖਿਆ ਜਾਵੇ ਤਾਂ ਉਹਦੇ ਤੇ ਮੰਦਰ ਤੋੜਨ, ਐਂਟੀ ਹਿੰਦੂ ਹੋਣ ਦਾ ਦਾਗ ਵੀ ਲੱਗਦੇ ਆ, ਪਰ ਟੀਪੂ ਸੁਲਤਾਨ ਦੀ ਸੱਚਾਈ ਸਭ ਜਾਣਦੇ ਆ ਕਿ ਉਹ ਬੰਦਾ ਟਰੀ ਆਫ ਲਿਬਰਟੀ ਲਾਇਆ ਸੀ ਉਹਨੇ ਸ਼੍ਰੀਰੰਗਾਪਟਨਮ, ਠੀਕ ਆ। ਸ਼੍ਰੀਰੰਗਾਪਟਨਮ ਗਲਤ ਹੋ ਗਿਆ, ਸ਼੍ਰੀਰੰਗਾਪਟਨਮ। ਇਹ ਤਾਂ ਪਤਾ ਹੀ ਆ ਉਹ ਕਿਹੜੀ ਰੈਵੋਲੂਸ਼ਨ ਤੋਂ ਪ੍ਰਭਾਵਿਤ ਸੀਗਾ? ਫ੍ਰੈਂਚ ਰੈਵੋਲੂਸ਼ਨ ਤੋਂ, ਜਿਹੜੀ ਉਹਨਾਂ ਸਮਿਆਂ 'ਚ ਚੱਲ ਰਹੀ ਸੀ ਲੂਈਸ 16 ਦੇ ਖਿਲਾਫ। ਪੜ੍ਹਾਈ ਨਾ ਮੈਂ ਪੂਰੀ ਸਟੋਰੀ। ਇਹਦੇ ਬਾਰੇ ਕਿਹਾ ਜਾਂਦਾ ਕਿ ਇਹਨੇ ਸ਼੍ਰਿੰਗੇਰੀ ਟੈਂਪਲ, ਜਿੱਥੇ ਮਾਤਾ ਸ਼ਾਰਦਾ ਦਾ ਉਹ ਮਤਲਬ ਕਿ ਕਹਿ ਲਓ ਕਿ ਉੱਥੇ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਹੈ, ਉੱਥੇ ਕਹਿੰਦੇ ਆ ਕਿ ਇਹ ਨਾ ਸਾਊਥ ਇੰਡੀਆ ਦੇ ਵਿੱਚ ਜਿਹੜੇ ਸਾਡੇ ਆਦਿ ਸ਼ੰਕਰਾਚਾਰਿਆ ਜੀ ਸੀ ਨਾ,
ਉਹਨਾਂ ਦੁਆਰਾ ਬਣਾਇਆ ਗਿਆ ਪਹਿਲਾ ਮੱਠ ਸੀਗਾ ਕਰਨਾਟਕਾ ਦਾ ਟੈਂਪਲ ਆ। ਤੇ ਕਰਨਾਟਕਾ ਦਾ ਐਡਾ ਮਸ਼ਹੂਰ ਟੈਂਪਲ ਆ, ਆਪਣੇ ਲੋਕਾਂ 'ਚ ਹਿੰਦੂਆਂ ਦੇ ਵਿੱਚ ਇਮੇਜ ਸੁਧਾਰਨ ਵਾਸਤੇ ਇਸ ਬੰਦੇ ਨੇ ਇਹਦੀ ਰਿਪੇਅਰ ਵਾਸਤੇ ਫੰਡ ਵੀ ਦਿੱਤੇ ਸੀਗੇ। ਸੋ ਇਹ ਇੱਕ ਬਹੁਤ ਇੰਪੋਰਟੈਂਟ ਮੰਦਿਰ ਆ ਜਿਹਨੂੰ ਰਿਪੇਅਰ ਕਰਾਉਣ ਦਾ ਜ਼ਿਕਰ ਟੀਪੂ ਸੁਲਤਾਨ ਦੇ ਇਤਿਹਾਸ 'ਚ ਆਉਂਦਾ ਹੈ। ਮੋਸਟ ਇੰਪੋਰਟੈਂਟ ਪੁਆਇੰਟ ਆ, ਇਹਨੂੰ ਕਦੇ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਤੇ ਇਹ ਜਕੋਬੀਅਨ ਕਲੱਬ ਦਾ ਮੈਂਬਰ ਸੀ। ਯਾਦ ਆ ਜਕੋਬੀਅਨ ਕਲੱਬ ਕਿਹਦੇ ਨਾਲ ਸੰਬੰਧਿਤ ਸੀ ਭਲਾ? ਫ੍ਰੈਂਚ ਰੈਵੋਲੂਸ਼ਨ ਨਾਲ ਸੰਬੰਧਿਤ ਸੀ। ਉਹ ਯਾਦ ਆ ਨੀਲੀਆਂ ਧਾਰੀਆਂ ਵਾਲੀਆਂ ਉਹ ਪੈਂਟਾਂ ਪਾਉਂਦੇ ਸੀ, ਮੈਂ ਜ਼ਿਕਰ ਕੀਤਾ ਵੀ ਸੀਗਾ ਇਹਦੇ 'ਚ ਕਿ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਇੱਕ ਰੋਬਸਫੇਅਰ ਨਾਮ ਦਾ ਸ਼ਖਸ ਸੀਗਾ ਜਿਨੇ ਫਰਾਂਸ ਦੇ ਰਾਜੇ ਦੇ ਖਿਲਾਫ ਬਗਾਵਤ ਕੀਤੀ ਸੀ। ਉਹਨਾਂ ਦਾ ਗਰੁੱਪ ਸੀਗਾ ਜਕੋਬੀਅਨ ਗਰੁੱਪ। ਤਾਂ ਉਸ ਗਰੁੱਪ ਦਾ ਇਹਨੇ ਆਪਣੇ ਆਪ ਨੂੰ ਮੈਂਬਰ ਬਣ ਲਿਆ ਕਿਉਂਕਿ ਇਹ ਇੰਡੀਆ ਦੇ ਵਿੱਚ ਕਿਹੜੀ ਯੂਰੋਪੀਅਨ ਪਾਵਰ ਸੀ ਜਿਨ੍ਹਾਂ ਦੇ ਨਾਲ ਇਹਦੇ ਸੰਬੰਧ ਸਭ ਤੋਂ ਵਧੀਆ ਸੀਗੇ? ਫ੍ਰੈਂਚ ਵਾਲੇ। ਸੋ ਓਬਵੀਅਸ ਜੀ ਗੱਲ ਆ, ਉੱਥੋਂ ਇਹਦਾ ਆਨਸਰ ਆ ਗਿਆ। ਸੋ ਕਿਹੜਾ ਆਨਸਰ ਸਹੀ ਹੋ ਗਿਆ? ਆ ਵੀ ਸਹੀ ਆ, ਆ ਵੀ ਸਹੀ ਆ ਤੇ ਆ ਵੀ ਸਹੀ ਆ। 1 2 ਐਂਡ 3 ਆ ਦੱਸੋ ਜੀ, ਗੱਲ ਸਮਝ ਆ ਗਈ? ਅਗਲੀ ਗੱਲ, ਇੰਡੀਆ ਦਾ ਜਿਹੜਾ ਪੋਸਟਲ ਸਿਸਟਮ ਆ, ਮਾਡਰਨ ਪੋਸਟਲ ਸਿਸਟਮ ਆ, ਠੀਕ ਆ ਚਿੱਠੀ ਪੱਤਰ ਵਾਲਾ ਸਿਸਟਮ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਇੰਡੀਆ ਦਾ ਜਿਹੜਾ ਚਿੱਠੀ ਪੱਤਰ ਵਾਲਾ ਸਿਸਟਮ, ਇਹ ਇੰਡੀਆ 'ਚ ਇੱਕ ਸ਼ਖਸ ਆ, ਇੱਕ ਗਵਰਨਰ ਜਨਰਲ ਆ ਡਲਹੌਜ਼ੀ। ਉਹਨੂੰ ਫਾਦਰ ਆਫ ਮਾਡਰਨ ਇੰਡੀਆ ਕਿਹਾ ਜਾਂਦਾ ਹੈ ਜਾਂ ਮੇਕਰ ਆਫ ਮਾਡਰਨ ਇੰਡੀਆ। ਉਹ ਬੰਦਾ ਭਾਰਤ 'ਚ ਰੇਲਵੇ ਲੈ ਕੇ ਆਇਆ। ਡਲਹੌਜ਼ੀ 1848 ਤੋਂ ਲੈ ਕੇ 1856 ਤੱਕ ਭਾਰਤ 'ਚ ਗਵਰਨਰ ਜਨਰਲ ਰਿਹਾ। ਉਹ ਬੰਦਾ ਭਾਰਤ 'ਚ ਰੇਲਵੇ ਲੈ ਕੇ ਆਇਆ। ਉਹ ਬੰਦਾ ਭਾਰਤ 'ਚ ਟੈਲੀਗ੍ਰਾਮ ਸਰਵਿਸਿਜ਼ ਲੈ ਕੇ ਆਇਆ। ਉਹ ਬੰਦੇ ਨੇ ਇੰਡੀਆ ਦਾ ਪੋਸਟਲ ਸਿਸਟਮ ਜਿਹੜਾ ਸੀਗਾ ਉਹਨੂੰ ਮਾਡਰਨ ਕੀਤਾ। ਪੋਸਟਲ ਸਟੈਂਪਸ ਉਹ ਬੰਦਾ ਲੈ ਕੇ ਆਇਆ। ਉਹਨੇ ਕਹਿਤਾ ਪੋਸਟਲ ਸਟੈਂਪਸ, ਉਹਨੇ ਪਤਾ ਕੀ ਕੀਤਾ? ਇਸ ਦੀਆਂ ਇਹੀ ਪੋਸਟਲ ਸਟੈਂਪਸ ਜਿਹੜੀਆਂ ਸੀ ਇਹਨਾਂ ਵਾਸਤੇ ਸਿਆਪਾ ਲੈ ਕੇ ਆਈਆਂ। ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ, ਜਿਹੜੇ ਫੌਜੀ ਬੰਗਾਲ ਦੇ ਫੌਜੀ ਪੰਜਾਬ ਲੜਨ ਜਾਂਦੇ ਸੀ ਤੇ ਪੰਜਾਬ ਦੇ ਫੌਜੀਆਂ ਨੂੰ ਜਾਂ ਕਿਸੇ ਇੱਕ ਦੂਜੇ ਇਲਾਕੇ ਦੇ ਫੌਜੀਆਂ ਨੂੰ ਲੜਨ ਲਈ ਕਿਤੇ ਹੋਰ ਲੈ ਗਏ, ਫੌਜੀਆਂ ਨੂੰ ਚਿੱਠੀ ਪੱਤਰ ਫ੍ਰੀ ਸੀਗਾ। ਇਹਨੇ ਪੋਸਟਲ ਸਟੈਂਪ ਲਾਂਚ ਕਰਕੇ ਕਹਿਤਾ ਸਾਰਿਆਂ ਵਾਸਤੇ ਫੀਸ ਕਰਤੀ। ਠੀਕ ਆ, ਫੌਜੀਆਂ ਨੇ ਜਿਹੜੀ 1857 'ਚ ਬਗਾਵਤ ਕੀਤੀ ਹੈ ਨਾ, ਬਗਾਵਤ ਦੇ ਕਈ ਕਾਰਨਾਂ 'ਚੋਂ ਇੱਕ ਕਾਰਨ ਫੌਜ ਦਾ ਇਹ ਵੀ ਸੀਗਾ ਕਿ ਇਹਨੇ ਸਾਡੇ ਤੇ ਵੀ ਪੋਸਟਲ ਸਟੈਂਪ ਦਾ ਖਰਚਾ ਚੇਪਤਾ। ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਸੀ। ਮੈਂ ਇਹ ਦੱਸਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਹਿਲੀ ਵਾਰੀ ਪੋਸਟਲ ਸਟੈਂਪਸ ਦਾ ਕੰਸੈਪਟ ਡਲਹੌਜ਼ੀ ਲੈ ਕੇ ਆਇਆ ਸੀ। ਇਹ 1857 ਦੀ ਕ੍ਰਾਂਤੀ ਦੇ ਕਈ ਕਾਰਨਾਂ 'ਚੋਂ ਇੱਕ ਕਾਰਨ ਵੀ ਰਿਹਾ। ਤੇ ਤੁਹਾਡੀ ਜਾਣਕਾਰੀ ਲਈ ਦੱਸਦਾ, ਇਹ ਜਿਹੜੇ ਪੋਸਟਲ ਰੇਟ ਸੀ ਨਾ, ਇਹ ਡਿਸਟੈਂਸ ਤੇ ਡਿਪੈਂਡ ਨਹੀਂ ਸੀ ਕਰਦੇ, ਪੂਰੇ ਇੰਡੀਆ 'ਚ ਆਲ ਓਵਰ ਫਿਕਸ ਸੀਗੇ। ਸੋ ਇਹ ਆਪਸ਼ਨ ਗਲਤ ਹੋ ਗਈ। ਪੂਰੇ ਇੰਡੀਆ 'ਚ ਫਿਕਸ। ਤੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਦਾ, ਫੌਜੀਆਂ ਨੂੰ ਵੀ ਇਹ ਦੇਣੇ ਜ਼ਰੂਰੀ ਸੀਗੇ। ਪਹਿਲਾਂ ਫੌਜੀਆਂ ਵਾਸਤੇ ਨਹੀਂ ਸੀ ਹੁੰਦੇ। ਤੇ ਮੈਂ ਇਹ ਵੀ ਦੱਸਦਾ ਕਿ ਪਹਿਲੀ ਟੈਲੀਗ੍ਰਾਫ ਸਰਵਿਸ ਜਿਹੜੀ ਆ, ਆਹ ਤਾਂ ਇੱਕ ਫੈਕਟ ਆ। ਤੇ ਫੈਕਟ ਕਈ ਵਾਰੀ ਨਾ ਪੇਪਰਾਂ 'ਚ ਨੋਟਿਸ ਕਰਿਆ ਕਰੋ, ਫੈਕਟ ਵਾਲੀ ਆਪਸ਼ਨ ਜ਼ਿਆਦਾ ਗਲਤ ਨਹੀਂ ਪਾਉਂਦੇ ਹੋ, ਕਿਉਂਕਿ ਜ਼ਿਆਦਾਤਰ ਫੈਕਟ ਵਾਲੀ ਆਪਸ਼ਨ ਜਿਹੜੀ ਆ ਉਹ ਸਹੀ ਹੋਈ ਹੁੰਦੀ ਆ। ਠੀਕ ਆ, ਤੀਸਰੀ ਆਪਸ਼ਨ ਤਾਂ ਸਹੀ ਆ। ਵੈਸੇ ਵੀ ਜੇ ਤੁਸੀਂ ਦੂਜੀ ਆਪਸ਼ਨ ਤੁਹਾਨੂੰ ਪਤਾ ਲੱਗ ਜਾਂਦੀ ਕਿ ਪੋਸਟਲ ਸਟੈਂਪਾਂ ਜਿਹੜੀਆਂ ਨੇ ਫੌਜੀਆਂ ਵਾਸਤੇ ਫ੍ਰੀ ਨਹੀਂ ਸੀ ਤੇ ਇੱਕੋ ਡਿਸਟੈਂਸ ਤੇ ਡਿਪੈਂਡ ਨਹੀਂ ਸੀ ਕਰਦੀਆਂ, ਆਲ ਓਵਰ ਇੰਡੀਆ ਇੱਕੋ ਰੇਟ ਸੀ। ਜੇ ਦੂਜੀ ਆਪਸ਼ਨ ਨੂੰ ਤੁਸੀਂ ਗਲਤ ਕਰ ਦਿੰਦੇ ਤਾਂ ਤੁਹਾਨੂੰ ਪਹਿਲੀ ਤੇ ਤੀਜੀ ਸਹੀ ਲਾਉਣੀ ਪੈਣੀ ਸੀਗੀ। ਤੁਹਾਨੂੰ ਪਹਿਲੀ ਤੇ ਤੀਜੀ ਸਹੀ ਲਾਉਣੀ ਪੈਣੀ ਸੀ। ਕਹਿੰਦੇ ਐਂਗਲੋ ਸਿੱਖ ਵਾਰ ਵਾਸਤੇ ਦੇ ਸੰਬੰਧ 'ਚ ਭਾਰਤ ਤੇ ਸਿੱਖਾਂ ਜਿਹੜੀਆਂ ਐਂਗਲੋ ਸਿੱਖ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਹੋਈਆਂ। ਪਹਿਲੀ ਐਂਗਲੋ ਸਿੱਖ ਵਾਰ ਪਤਾ ਕਦੋਂ ਸ਼ੁਰੂ ਹੋਈ ਆ? ਜਦੋਂ ਅੰਗਰੇਜ਼ਾਂ ਨੇ ਲਾਲ ਸਿੰਘ ਤੇ ਤੇਜ ਸਿੰਘ ਨੂੰ ਇਹ ਕਿਹਾ ਕਿ ਤੁਸੀਂ ਸੈਨਾ ਨੂੰ ਪ੍ਰਵੋਕ ਕਰੋ, ਕਿਉਂਕਿ ਦੋ ਗਦਾਰ ਸੀਗੇ। ਉਹਨਾਂ ਨੂੰ ਕਿਹਾ ਪ੍ਰਵੋਕ ਕਰਕੇ ਸਿੱਖਾਂ ਨੂੰ ਕਹੋ ਕਿ ਆਪਾਂ ਸਤਲੁਜ ਟੱਪ ਕੇ ਪਰਲੇ ਪਾਸੇ ਅੰਗਰੇਜ਼ਾਂ ਤੇ ਹਮਲਾ ਕਰਨਾ ਹੈ। ਸਿੱਖਾਂ ਨੇ ਆਹੀ ਗਲਤੀ ਕਰ ਲਈ। ਆਪਣੇ ਦੋ ਗਦਾਰ ਸੈਨਾਪਤੀਆਂ ਦੀ ਗੱਲਾਂ 'ਚ ਆ ਕੇ ਇਹਨਾਂ ਨੇ ਸਤਲੁਜ ਕ੍ਰਾਸ ਕਰਤੀ ਤੇ ਅੰਗਰੇਜ਼ਾਂ ਨੂੰ ਬਹਾਨਾ ਮਿਲ ਗਿਆ ਕਿ ਇਹ ਸਤਲੁਜ ਕ੍ਰਾਸ ਕਰਕੇ ਉਰਲੇ ਪਾਸੇ ਆਏ ਆ ਪਟਿਆਲੇ ਵਾਲੀ ਸਾਈਡ, ਤੇ ਇਹ ਆਪਣਾ ਬਾਰਡਰ ਕ੍ਰਾਸ ਕਰਕੇ ਆਏ ਆ ਜਿਹੜਾ 1809 'ਚ ਟ੍ਰੀਟੀ ਆਫ ਅੰਮ੍ਰਿਤਸਰ ਫਰੈਂਡਸ਼ਿਪ ਟ੍ਰੀਟੀ 'ਚ ਫਿਕਸ ਹੋਇਆ ਸੀ ਸਾਡਾ ਬਾਰਡਰ। ਇਹਨਾਂ ਨੇ ਬਾਰਡਰ ਤੋੜਤਾ। ਇਸ ਕਰਕੇ ਇਹ ਲੜਾਈ ਉੱਥੋਂ ਸ਼ੁਰੂਆਤ ਹੋਈ ਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਟਾਈਮ ਗਵਰਨਰ ਜਨਰਲ ਕੌਣ ਸੀਗਾ? 1845 'ਚ ਲੜਾਈ ਹੋਈ ਆ ਤੇ 1844 ਤੋਂ ਲੈ ਕੇ 48 ਤੱਕ ਲਾਰਡ ਹਡਿੰਗੇ ਟੁੰਡੀ ਲਾਟ ਸਾਡਾ ਗਵਰਨਰ ਜਨਰਲ ਸੀ। 48 ਤੋਂ 56 ਤੱਕ ਡਲਹੌਜ਼ੀ। ਟੁੰਡੀ ਲਾਟ ਇਸ ਕਰਕੇ ਕਿਉਂਕਿ ਨਪੋਲੀਅਨ ਦੇ ਨਾਲ ਹੋਈਆਂ ਲੜਾਈਆਂ 'ਚ ਯੂਰਪ ਦੇ ਵਿੱਚ ਇਹਦੀ ਇੱਕ ਬਾਂਹ ਵੱਢੀ ਗਈ ਸੀ, ਇਸ ਕਰਕੇ ਟੁੰਡਾ ਹੋਣ ਕਰਕੇ ਇਹਨੂੰ ਟੁੰਡੀ ਲਾਟ ਕਿਹਾ ਜਾਂਦਾ ਸੀਗਾ। ਸੋ ਲੜਾਈ ਸਿੱਖਾਂ ਨੂੰ ਪ੍ਰਵੋਕ ਕਰਕੇ ਸ਼ੁਰੂ ਕਰਵਾਈ ਕਿਹਨਾਂ ਨੇ? ਮਿਸਰ ਤੇਜ ਸਿੰਘ ਤੇ ਲਾਲ ਸਿੰਘ ਜਿਹੜਾ ਉਸ ਟਾਈਮ ਪ੍ਰਧਾਨ ਮੰਤਰੀ ਸੀ ਤੇ ਤੇਜ ਸਿੰਘ ਕਮਾਂਡਰ ਇਨ ਚੀਫ ਸੀ ਸਿੱਖਾਂ ਦਾ। ਸੋ ਇਹਨਾਂ ਦੋਵਾਂ ਨੇ ਬੜੀ ਸਾਜ਼ਿਸ਼ ਕੀਤੀ। ਤੇ ਆਪਾਂ ਕੀ ਕਹਿ ਸਕਦੇ, ਕਿਹੜੀ ਆਪਸ਼ਨ ਸਹੀ ਹੋਈ?
ਦੋਵੇਂ ਆਪਸ਼ਨ ਆ। ਫਸਟ ਐਂਗਲੋ ਸਿੱਖ ਵਾਰ ਦੇ ਅੰਦਰ 5 ਲੜਾਈਆਂ ਹੋਈਆਂ। ਚਲੋ ਮੈਂ ਉਹਨਾਂ ਤੇ ਤਾਂ ਕੋਈ ਸਵਾਲ ਪੁੱਛਿਆ ਹੀ ਨਹੀਂ ਤਾਂ ਮੈਂ ਵੀ ਪੁੱਛ ਸਕਦਾ ਸੀ ਕਿ ਉਹਦੀਆਂ 5 ਲੜਾਈਆਂ ਚੋਂ 4 ਲੜਾਈਆਂ ਪਾ ਕੇ ਕਿ ਕਰਨੌਲਜੀ ਦੱਸੋ ਪਹਿਲਾਂ ਕਿਹੜੀ ਹੋਈ ਆ ਬਾਅਦ 'ਚ ਕਿਹੜੀ ਹੋਈ ਹੈ। ਜਾਂ ਮੈਂ ਇਹ ਵੀ ਪੁੱਛ ਸਕਦਾ ਸੀ 3 ਲੜਾਈਆਂ, ਸਾਹਮਣੇ ਪਾਸੇ 3 ਅੰਗਰੇਜ਼ ਅਫਸਰ ਕਿ ਕਿਹੜਾ ਕਿਹੜੀ ਲੜਾਈ 'ਚ ਅਫਸਰ ਸੀ, ਜਾਂ 3 ਸਿੱਖ ਲੀਡਰ ਕਿ ਕਿਹੜਾ ਕਿਹੜੀ ਇਸ ਲੜਾਈ ਦਾ ਲੀਡਰ ਰਿਹਾ ਹੈ। ਸੋ ਐਵੇਂ ਦੀਆਂ ਮੈਚ ਆਫ ਫੋਲੋਇੰਗਸ ਕਰਾਉਣੀਆਂ ਕੋਈ ਔਖੀ ਗੱਲ ਨਹੀਂ। ਕਹਿੰਦਾ ਅੱਜ ਪੋਰਟੋ ਨੋਵੋ, ਇਸ ਲੜਾਈ ਦਾ ਸੰਬੰਧ ਕਿਹਦੇ ਨਾਲ ਆ, ਕਿਸ ਲੜਾਈ ਨਾਲ ਸੰਬੰਧ ਆ ਪੋਰਟੋ ਨੋਵੋ ਦੀ ਲੜਾਈ ਦਾ। ਅਸਲ 'ਚ ਇਹ ਲੜਾਈ ਜਿਹੜੀ ਆ ਨਾ ਉਹ ਕਰਨਾਟਕਾ, ਅੱਜ ਦੇ ਕਰਨਾਟਕਾ ਤੇ ਉਸ ਟਾਈਮ ਮੈਸੂਰ ਦੇ ਬਾਰਡਰ ਤੇ ਹੋਈ ਸੀਗੀ, ਮੈਸੂਰ ਦੇ ਇਲਾਕੇ 'ਚ ਹੋਈ ਸੀ। ਇਹ ਲੜਾਈ ਪਤਾ ਕਦੋਂ ਹੋਈ ਆ? ਚਲੋ ਮੈਨੂੰ ਇਹ ਦੱਸ ਦਿਓ, ਮੈਂ ਤੁਹਾਨੂੰ ਹਿੰਟ ਦੇ ਦਿੰਦਾ। 1780 ਤੋਂ ਲੈ ਕੇ 84 ਤੱਕ ਕਿਹੜੀ ਲੜਾਈ ਹੋਈ ਆ, ਕੋਈ ਦੱਸ ਸਕਦਾ? ਸੈਕਿੰਡ ਐਂਗਲੋ ਮੈਸੂਰ ਵਾਰ। ਇਸ ਲੜਾਈ 'ਚ ਅੰਗਰੇਜ਼ਾਂ ਵੱਲੋਂ ਕਿਹੜਾ ਅਫਸਰ ਲੜਿਆ ਹੈ? ਸਰਕੂਟੀ। ਤੇ ਮੈਸੂਰ ਵੱਲੋਂ ਹੈਦਰ ਅਲੀ। ਹੈਦਰ ਅਲੀ ਇਸ ਲੜਾਈ ਦੇ ਵਿੱਚ ਹਾਰ ਜਾਂਦਾ ਹੈ ਅੰਗਰੇਜ਼ਾਂ ਤੋਂ, ਪਰ ਉਸ ਤੋਂ ਬਾਅਦ ਉਹ ਆਪਣੀ ਸੈਨਾ ਨੂੰ ਇਕੱਠੀ ਕਰਦਾ ਹੈ ਤੇ ਦੁਬਾਰਾ ਫੇਰ ਹਰਾਉਂਦਾ ਹੈ ਉਹਨਾਂ ਨੂੰ। ਹਰਾਉਣ ਤੋਂ ਬਾਅਦ ਇਹ ਇੰਨਾ ਕਮਜ਼ੋਰ ਪੈ ਜਾਂਦਾ ਹੈ, ਹਰਾਉਣ ਤੋਂ ਬਾਅਦ ਹਰਾਉਂਦਾ ਹੈ ਅੰਗਰੇਜ਼ਾਂ ਨੂੰ, ਕਮਜ਼ੋਰ ਇਹ ਪਰਸਨਲੀ ਪੈਂਦਾ। ਉਹਦੀ ਵਜ੍ਹਾ ਸੀ ਇਹਨੂੰ ਕੈਂਸਰ ਸੀ, ਇਹਦੀ ਕੈਂਸਰ ਨਾਲ ਮੌਤ ਹੋ ਜਾਂਦੀ ਆ। ਤੇ ਲੜਾਈ ਫਿਰ ਚੱਲਦੀ, ਲੜਾਈ 'ਚ ਇਹਦੀ ਜਗ੍ਹਾ ਕੌਣ ਲੈਂਦਾ? ਇਹਦਾ ਮੁੰਡਾ ਟੀਪੂ ਸੁਲਤਾਨ। ਤੇ ਐਂਡ 'ਚ ਜਾ ਕੇ ਟੀਪੂ ਸੁਲਤਾਨ ਜਿਹੜਾ ਹੈ ਉਹ ਇਸ ਲੜਾਈ 'ਚ, ਕਿਉਂਕਿ ਫਾਦਰ ਸਾਹਿਬ ਦੇ ਪਿੱਛੇ ਹਟਣ ਤੋਂ ਬਾਅਦ ਜਾਂ ਮਰਨ ਤੋਂ ਬਾਅਦ ਇਹ ਲੜਾਈ ਨੂੰ ਉਹਨਾਂ ਸਾਂਭ ਨਹੀਂ ਸਕਿਆ। ਲੜਾਈ ਬਰਾਬਰੀ 'ਤੇ ਮੁੱਕਦੀ ਆ, ਪਰ ਥੋੜ੍ਹਾ ਜਿਹਾ ਇਹਨਾਂ ਦਾ ਨੁਕਸਾਨ ਵੱਧ ਹੁੰਦਾ ਹੈ। ਤੇ ਮੈਂ ਦੱਸਿਆ ਵੀ ਸੀ ਕਿ ਦੂਜੀ ਲੜਾਈ 'ਚ ਟ੍ਰੀਟੀ ਆਫ ਮੈਂਗਲੋਰ ਹੋਈ ਹੈ। ਜਿਹੜੀ ਪਹਿਲੀ ਲੜਾਈ ਇਹ ਜਿੱਤੇ ਆ 1767 ਤੋਂ ਲੈ ਕੇ 69 ਤੱਕ, ਉਹਦੇ 'ਚ ਇਹਨਾਂ ਨੇ ਅੰਗਰੇਜ਼ਾਂ ਨੂੰ ਹਰਾਇਆ ਹੈ ਤੇ ਟ੍ਰੀਟੀ ਆਫ ਮਦਰਾਸ ਹੋਈ ਹੈ। ਤੀਜੀ ਲੜਾਈ 'ਚ ਟੀਪੂ ਸੁਲਤਾਨ ਹਾਰ ਜਾਂਦਾ ਹੈ ਤੇ ਆਪਣੇ 2 ਬੇਟੇ ਵੀ ਸੌਂਪ ਦਿੰਦਾ ਹੈ ਕਾਰਨਵਾਲਿਸ ਨੂੰ 1792 'ਚ, ਤੇ ਟ੍ਰੀਟੀ ਆਫ ਸ਼੍ਰੀਰੰਗਾਪਟਨਮ ਹੋਈ ਹੈ। ਤੇ ਚੌਥੀ 'ਚ ਸੀਜ਼ ਹੋ ਜਾਂਦਾ ਹੈ ਸ਼੍ਰੀਰੰਗਾਪਟਨਮ, ਹਾਰ ਹੀ ਜਾਂਦੇ ਆ ਵਿਚਾਰੇ, ਠੀਕ ਆ, ਤੇ ਮਰ ਵੀ ਜਾਂਦਾ ਹੈ ਟੀਪੂ ਸੁਲਤਾਨ। ਸੋ ਜੇ ਕੋਈ ਪੁੱਛੇ ਬੈਟਲ ਆਫ ਪੋਰਟੋ ਨੋਵਾ, ਇਹ ਲੜਾਈ ਦਾ ਜ਼ਿਕਰ ਆ ਸੈਕਿੰਡ ਐਂਗਲੋ, ਕਿੱਥੇ ਗਈ? ਸੈਕਿੰਡ ਐਂਗਲੋ ਮੈਸੂਰ ਵਾਰ। ਕਿਹੜੀ ਹੈ ਜੀ? ਸੈਕਿੰਡ ਐਂਗਲੋ ਮੈਸੂਰ ਵਾਰ। ਇਹ ਜ਼ਿਕਰ ਬੜਾ ਇੰਪੋਰਟੈਂਟ ਆ, ਲੜਾਈ ਨੂੰ ਪੜ੍ਹਿਓ, ਉਹਦੇ 'ਚ ਆ ਜਾਣਾ ਹੈ। ਕਹਿੰਦਾ ਇਹ ਦੱਸੋਗੇ ਇਹ ਉਦਯੋਗਿਕ ਕ੍ਰਾਂਤੀ ਜਿਹੜੀ ਆਈ ਸੀ 19ਵੀਂ ਸੈਂਚਰੀ ਦੇ ਪਹਿਲੇ ਹਾਫ 'ਚ 1800 ਤੋਂ ਲੈ ਕੇ 1850 ਦੇ ਅਰਾਊਂਡ, ਬਸ ਇੰਨਾ ਦੱਸੋ ਕਿ ਇਹਨੇ ਭਾਰਤ ਦੀ ਅਰਥਚਾਰੇ ਤੇ ਕੀ ਅਸਰ ਪਾਇਆ ਹੈ? ਭਾਰਤ ਦਾ ਜਿਹੜਾ ਦਸਤਕਾਰੀ ਸੀ, ਹੈਂਡੀਕ੍ਰਾਫਟ ਸੀ, ਇਹਨੂੰ ਤਬਾਹ ਕਰਤਾ। ਸਹੀ ਕਿ ਗਲਤ? ਸਹੀ ਹੈ ਜੀ। ਦੂਜੀ ਗੱਲ, ਭਾਰਤ ਦੇ ਵਿੱਚ ਮਸ਼ੀਨਸ ਲੈ ਕੇ ਆਏ, ਠੀਕ ਆ। ਕਹਿੰਦੇ ਇਹਦਾ ਸਹੀ ਅਸਰ ਕਿਹੜਾ ਇਹਨਾਂ 'ਚੋਂ? 1 2 3 4। ਇਹ ਤਾਂ ਬਹੁਤ ਸੌਖਾ ਸਵਾਲ ਆ। ਸਭ ਤੋਂ ਆਹੀ ਪਹਿਲਾ ਅਸਰ ਹੀ ਹੋਇਆ, ਕਿਉਂਕਿ ਇਹਨੇ ਆਹੀ ਕੀਤਾ। ਇੱਕ ਗੱਲ ਦੱਸੋ, ਕੀ ਤੁਹਾਨੂੰ ਲੱਗਦਾ ਕਿ ਭਾਰਤ ਦੇ ਵਿੱਚ ਮਸ਼ੀਨਾਂ ਆ ਗਈਆਂ ਸੀ? ਗਲਤ। ਭਾਰਤ ਨੂੰ ਤੇ ਰॉ ਮਟੀਰੀਅਲ ਦੀ ਮੰਡੀ ਬਣਾ ਕੇ ਧਰਤਾ ਸੀ ਇਹਨਾਂ ਨੇ। ਰੇਲਵੇ ਲਾਈਨਸ ਭਾਰਤ ਦੇ ਸਾਰੇ ਹਿੱਸਿਆਂ 'ਚ ਵਿਛ ਗਈਆਂ ਸੀ। ਗਲਤ। ਉੱਥੇ ਵਿਛੀਆਂ ਸੀ ਜਿੱਥੋਂ ਇੰਪੋਰਟ ਐਕਸਪੋਰਟ ਕਰਨਾ ਸੀ, ਜਿੱਥੇ ਕੱਚੇ ਮਾਲ ਨੂੰ ਲਾ ਕੇ ਆਉਣਾ ਸੀ, ਜਾਂ ਜਿੱਥੇ ਫੌਜ ਛੱਡਣੀ ਸੀ। ਪੂਰੇ ਭਾਰਤ 'ਚ ਇਹਨਾਂ ਨੇ ਰੇਲਵੇ ਵਿਛਾਈ ਨਹੀਂ। ਇਹ ਕੁਝ ਨਹੀਂ ਹੋਇਆ। ਤੀਜੀ ਗੱਲ, ਭਾਰਤ ਦੇ ਵਿੱਚ ਜਿਹੜਾ ਬ੍ਰਿਟਿਸ਼ ਤੋਂ ਇੰਗਲੈਂਡ ਇੰਡੀਆ 'ਚ ਸਮਾਨ ਇੰਪੋਰਟ ਹੁੰਦਾ ਸੀ, ਉਹਦੇ ਤੇ ਹੈਵੀ ਡਿਊਟੀ ਲਾਤੀ ਸੀ। ਗਲਤ। ਉਹਦਾ ਟੈਕਸ ਫ੍ਰੀ ਕਰਤਾ ਸੀ। ਇੰਡੀਆ ਦਾ ਸਮਾਨ ਜਿਹੜਾ ਐਕਸਪੋਰਟ ਹੁੰਦਾ ਸੀ, ਉਹਦੇ ਤੇ ਹੈਵੀ ਡਿਊਟੀ ਲਾਤੀ ਸੀ। ਸ਼ਬਦ ਸਾਰੇ ਉਵੇਂ ਦੇ ਹੀ ਆ। ਸਾਨੂੰ ਲੱਗਦਾ ਰੇਲਵੇ ਆ ਗਈ, ਆ ਵੀ ਠੀਕ ਹੋਣਾ ਚਾਹੀਦਾ, ਪਰ ਰੇਲਵੇ ਸਾਰੇ ਭਾਰਤ ਨਹੀਂ, ਸਿਰਫ ਲਿਮਿਟਡ ਜਗ੍ਹਾ ਤੇ ਆਈ ਆ। ਦੂਜਾ ਵੀ ਸਹੀ ਲੱਗਦਾ ਕਿ ਮਸ਼ੀਨਾਂ ਆ ਗਈਆਂ ਸੀ। ਮਸ਼ੀਨਾਂ ਥੋੜਾ ਆਈਆਂ ਸੀ, ਮਸ਼ੀਨਾਂ ਆਈਆਂ ਸੀ ਪਰ ਇੰਗਲੈਂਡ 'ਚ ਆਈਆਂ ਸੀ, ਇੰਡੀਆ 'ਚ ਨਹੀਂ ਸੀ ਆਈਆਂ। ਤੀਜੀ ਗੱਲ, ਹੈਵੀ ਡਿਊਟੀ ਲਾਈ ਜ਼ਰੂਰ ਸੀ। ਇੰਡੀਆ ਤੋਂ ਜੋ ਸਮਾਨ ਬਾਹਰ ਐਕਸਪੋਰਟ ਹੁੰਦਾ ਉਹਦੇ ਤੇ, ਨਾ ਕਿ ਜੋ ਬਾਹਰੋਂ ਇੰਡੀਆ ਇੰਪੋਰਟ ਹੁੰਦਾ ਉਹਦੇ ਤੇ। ਕਿੰਨੀਆਂ ਚਲਾਕੀ ਨਾਲ ਗਲਤੀਆਂ ਕਰਵਾਈਆਂ ਜਾਂਦੀਆਂ ਕਿਸੇ ਵੀ ਪੇਪਰ 'ਚ। 1813 ਦਾ ਜਿਹੜਾ ਚਾਰਟਰ ਐਕਟ ਆ, ਉਹਦੇ ਨਾਲ ਸੰਬੰਧਿਤ ਗੱਲਾਂ ਤੇ ਜ਼ਿਕਰ ਕਰੋ। ਕਹਿੰਦਾ ਇਹਨੇ ਚਾਈਨਾ ਤੇ ਚਾਹ ਨੂੰ ਛੱਡ ਕੇ ਈਸਟ ਇੰਡੀਆ ਕੰਪਨੀ ਦੀ ਸਾਰੀ ਮੋਨੋਪੋਲੀ ਖਤਮ ਕਰਤੀ। ਸਹੀ ਕਿ ਗਲਤ? ਬਿਲਕੁਲ ਸਹੀ ਆ, ਇਹ 'ਚ ਕੋਈ ਗੜਬੜ ਨਹੀਂ। ਇਹਨੇ ਕਹਿੰਦਾ ਬ੍ਰਿਟਿਸ਼ ਕਰਾਊਨ ਨੂੰ ਪੂਰੀ ਸੋਵਰੈਨਿਟੀ ਦੇਤੀ ਭਾਰਤ ਦੀਆਂ ਸਾਰੀਆਂ ਟੈਰੀਟਰੀਜ਼ ਤੇ ਜੋ ਕੰਪਨੀ ਦੀਆਂ ਸੀ। ਸਹੀ ਆ, ਇਹ ਵੀ ਆਪਾਂ ਪੜ੍ਹਿਆ। ਕਹਿੰਦਾ ਹੁਣ ਭਾਰਤ ਦਾ ਸਾਰਾ ਰੈਵਨਿਊ ਜਿਹੜਾ ਹੈ ਉਹ ਬ੍ਰਿਟਿਸ਼ ਪਾਰਲੀਮੈਂਟ ਕੰਟਰੋਲ ਕਰੂਗੀ ਇਸ ਐਕਟ ਤੋਂ ਬਾਅਦ। ਬ੍ਰਿਟਿਸ਼ ਪਾਰਲੀਮੈਂਟ ਦਾ ਭਾਰਤ ਦੇ ਰੈਵਨਿਊ ਤੇ ਕੰਟਰੋਲ ਪਤਾ ਕਦੋਂ ਹੋਇਆ ਸੀਗਾ? ਜਦੋਂ ਬੋਰਡ ਆਫ ਡਾਇਰੈਕਟਰ ਆਫ ਕੋਰਟ ਆਫ ਡਾਇਰੈਕਟਰਸ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੇ ਤੇ ਇੱਕ ਏਜੰਸੀ ਕੰਟਰੋਲ ਕਰੂਗੀ, 8-9 ਮੈਂਬਰਾਂ ਦੀ ਟੀਮ ਕੰਟਰੋਲ ਕਰੂਗੀ, ਜਿਹਨੂੰ ਬੋਰਡ ਆਫ ਕੰਟਰੋਲ ਕਿਹਾ ਜਾਊਗਾ, ਜਿਹੜੀ ਤੁਹਾਡੇ ਸਾਰੇ ਪੈਸੇ ਨੂੰ ਕੰਟਰੋਲ ਕਰਿਆ ਕਰੂਗੀ। ਤਾਂ ਬ੍ਰਿਟਿਸ਼ ਪਾਰਲੀਮੈਂਟ ਦਾ
ਈਸਟ ਇੰਡੀਆ ਕੰਪਨੀ ਦੇ ਰੈਵਨਿਊ ਤੇ ਨਿਗਰਾਨੀ ਰੱਖਣ ਦਾ ਮਤਲਬ ਪਤਾ ਕੀ ਆ? ਕੋਰਟ ਆਫ ਡਾਇਰੈਕਟਰਸ ਤੇ ਨਿਗਰਾਨੀ ਰੱਖਣ ਵਾਸਤੇ ਬੋਰਡ ਆਫ ਕੰਟਰੋਲ ਦਾ ਬਣ ਜਾਣਾ। ਇਹ ਦੱਸੋ ਕਿਹੜੇ ਐਕਟ 'ਚ ਹੋਇਆ ਸੀ? 1784 ਦੇ ਪਿਟਸ ਐਕਟ 'ਚ। ਹੁਣ ਇੱਕ ਨਵੀਂ ਗੱਲ ਸਮਝ ਆਈ ਤੁਹਾਨੂੰ ਕਿ ਰੈਵਨਿਊ ਆਫ ਇੰਡੀਆ ਵਿਲ ਬੀ ਕੰਟਰੋਲਡ ਬਾਏ ਬ੍ਰਿਟਿਸ਼ ਪਾਰਲੀਮੈਂਟ। ਇਹ ਪਤਾ ਕਿਹੜੀ ਗੱਲ ਨੂੰ ਕਹਿਣ ਦਾ ਦੂਜਾ ਤਰੀਕਾ ਹੈ? ਬੋਰਡ ਆਫ ਕੰਟਰੋਲ ਆ ਗਿਆ। ਇਸ ਗੱਲ ਨੂੰ ਕਹਿਣ ਦਾ ਦੂਜਾ ਤਰੀਕਾ ਹੈ। ਇਹੀ ਤਾਂ ਕਹਾਣੀ ਹੁੰਦੀ ਆ ਕਿ ਹਰ ਗੱਲ ਕਈ ਵਾਰੀ ਬਦਲੇ ਹੋਏ ਮਤਲਬ ਨਾਲ ਤੁਹਾਡੇ ਸਾਹਮਣੇ ਆ ਜਾਂਦੀ ਆ। ਜੇ ਇਹੀ ਗੱਲ ਮੈਂ ਐਂ ਲਿਖ ਦਿੰਦਾ ਕਿ ਕੋਰਟ ਆਫ ਡਾਇਰੈਕਟਰਸ ਦੀ ਰੈਗੂਲੇਸ਼ਨ ਵਾਸਤੇ ਬੋਰਡ ਆਫ ਕੰਟਰੋਲ ਬਣਿਆ, ਜਾਂ ਐਵੇਂ ਕਹਿ ਦਿੰਦਾ ਕਿ ਇੰਡੀਆ ਦੇ ਵਿੱਚ ਕੰਪਨੀ ਦੇ ਰੈਵਨਿਊ ਦੀ ਨਿਗਰਾਨੀ ਰੱਖਣ ਵਾਸਤੇ ਬੋਰਡ ਆਫ ਕੰਟਰੋਲ ਬਣਿਆ, ਤੁਸੀਂ ਫੱਟ ਪਛਾਣ ਜਾਣਾ ਸੀਗਾ ਕਿ ਇਹ ਆਪਸ਼ਨ ਗਲਤ ਆ। ਇੰਡੀਆ ਦੇ ਵਿੱਚ ਕੰਪਨੀ ਦੇ ਪੈਸੇ ਵਾਸਤੇ ਬ੍ਰਿਟਿਸ਼ ਪਾਰਲੀਮੈਂਟ ਨੇ ਨਿਗਰਾਨੀ ਰੱਖੀ। ਇਹਦੇ ਤੋਂ ਤੁਸੀਂ ਪਛਾਣ ਹੀ ਨਹੀਂ ਸਕੇ ਕਿ ਇਹ ਬੋਰਡ ਆਫ ਕੰਟਰੋਲ ਦੀ ਪ੍ਰੋਵੀਜ਼ਨ ਦੀ ਗੱਲ ਕਰ ਰਿਹਾ। ਥਰਡ ਪ੍ਰੋਵੀਜ਼ਨ ਇਜ਼ ਰੋਂਗ। ਆਨਸਰ ਕੀ ਆ ਗਿਆ ਜੀ? 1 ਐਂਡ 2। ਸਮਝ ਆ ਰਹੀ ਹੈ? ਸੋ ਇਹ ਪਤਾ ਲੱਗ ਗਿਆ ਕਿ ਇੱਥੇ ਜੋ ਆਪਾਂ ਡਿਸਕਸ਼ਨ ਕਰ ਰਹੇ ਹਾਂ ਉਹ ਪਤਾ ਕੀ ਆ? ਇਹ ਟੈਸਟ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਕਿ ਤੁਹਾਡੇ ਨੰਬਰ ਹੀ ਨਹੀਂ ਆਏ ਇਹਦੇ ਵਾਸਤੇ ਨਹੀਂ ਪਾਏ ਜਾਂਦੇ। ਇਹ ਗੱਲ ਆਪਣੇ ਦਿਮਾਗ 'ਚੋਂ ਕੱਢ ਦਿਓ। ਜੇ ਟੈਸਟ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਪਾਇਆ ਜਾਂਦਾ ਨਾ ਤਾਂ ਫਿਰ ਉਸ ਤੋਂ ਬਾਅਦ ਉਹਦੀ ਡਿਸਕਸ਼ਨ ਕਦੇ ਨਹੀਂ ਕਰੀਦੀ। ਬਸ ਉਹਨੂੰ ਅਗਲੇ ਨੂੰ ਕਹੀ ਜਾਈਦਾ ਕਿ ਤੁਹਾਨੂੰ ਪਤਾ ਨਹੀਂ। ਮੈਨੂੰ ਵੀ ਪਤਾ ਹੈ ਕਿ ਕਈ ਵਾਰੀ ਕਈਆਂ ਨਾਲ ਪਤਾ ਕੀ ਹੁੰਦਾ, ਇੱਕ ਆਪਸ਼ਨ ਨਾਲ ਕਿਸੇ ਦੇ ਸਾਰੇ ਹੀ ਸਵਾਲ ਗਲਤ ਹੋ ਜਾਂਦੇ ਆ। ਪਰ ਗੱਲ ਇਹ ਆ ਉਹ ਵੀ ਉਹਦੇ ਲਈ ਚਿੰਤਾ ਕਰਨ ਦੀ ਗੱਲ ਨਹੀਂ, ਕਿਉਂਕਿ ਉਹਨੂੰ ਇੱਕ ਸਵਾਲ ਦੇ ਬਾਕੀ ਆਪਸ਼ਨ ਤਾਂ ਆਉਂਦੇ ਹੀ ਸੀਗੇ। ਇੱਕ ਸਵਾਲ ਨੂੰ ਇਸ ਤਰੀਕੇ ਨਾਲ ਉਹਦੇ ਮਤਲਬ ਬਦਲ ਕੇ ਪਾਉਣ ਦਾ ਮਤਲਬ ਆ ਕਿ ਤੁਹਾਨੂੰ ਅੱਜ ਦੇ ਜ਼ਮਾਨੇ 'ਚ ਪੇਪਰ ਸੈੱਟ ਕਰਨ ਵਾਲੇ ਦੀ ਮਾਨਸਿਕਤਾ ਪਤਾ ਲੱਗ ਜੇ। ਤਾਂ ਉਹਦੇ ਨਾਲ ਕੀ ਆ, ਤੁਹਾਡੇ ਬਹੁਤੇ ਸਵਾਲ ਜਿਹੜੇ ਆ ਠੀਕ ਹੋਣੇ ਸ਼ੁਰੂ ਹੋ ਜਾਣਗੇ ਆਪਣੇ ਆਪ। ਕਹਿੰਦਾ 17ਵਾਂ ਸਵਾਲ ਆਪਾਂ ਵੈਸੇ ਕੈਂਸਲ ਹੀ ਕਰਤਾ ਸੀਗਾ। ਮੈਂ 17ਵਾਂ ਸਵਾਲ ਕੈਂਸਲ ਕਰਾਤਾ ਸੀਗਾ। ਰਣਜੀਤ ਸਿੰਘ ਆਲੂਵਾਲੀਆ ਮਿਸਲ ਦਾ ਨਹੀਂ ਸੀ। ਕਿਹੜੀ ਮਿਸਲ ਦਾ ਸੀ? ਸ਼ੁਕਰ ਚੱਕੀਆ ਮਿਸਲ। ਇਹ ਅਸੀਂ ਹਜੇ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਝ ਪੜ੍ਹਿਆ ਵੀ ਨਹੀਂ, ਬਿਕੋਜ਼ ਜਦੋਂ ਪੰਜਾਬ ਪੜ੍ਹਾਂਗੇ ਤਾਂ ਫਿਰ ਦੇਖਾਂਗੇ। ਪਰ ਫਿਲਹਾਲ ਦੀ ਘੜੀ ਇਹ ਆ ਕਿ ਜੇ ਮੈਂ ਤੀਸਰੇ ਆਪਸ਼ਨ ਨੂੰ ਵਿੱਚੋਂ ਡਿਲੀਟ ਕਰਦਾ, ਠੀਕ ਆ, ਤੇ ਮਿਸਲ ਜਿਹੜਾ ਸੀਗਾ ਉਹ ਮਿਲਟਰੀ ਬ੍ਰਦਰਹੁੱਡ ਇੱਕ ਅਰੈਬਿਕ ਸ਼ਬਦ ਆ, ਠੀਕ ਆ, ਇਹ ਵੀ ਸਹੀ ਆ। ਤੇ ਸਿੱਖ 12 ਮਿਸਲਾਂ 'ਚ ਵੰਡੇ ਸੀਗੇ, ਇਹ ਵੀ ਗੱਲ ਸਹੀ ਆ। ਸੋ 1 ਐਂਡ 2 ਸਹੀ ਆ। ਜੇ ਸਿੱਖਾਂ ਦੀਆਂ ਮਿਸਲਾਂ ਪੁੱਛਾਂਗੇ ਤਾਂ 12। ਤੇ ਜੇ ਕਦੀ ਗਲਤੀ ਨਾਲ ਪੇਪਰ 'ਚ, ਵੈਸੇ ਮੈਂ ਪੜ੍ਹਾਇਆ ਨਹੀਂ ਹਜੇ ਤੇ ਮੈਂ ਕੋਈ ਬਹੁਤੀ ਐਕਸਪਲੇਨੇਸ਼ਨ ਦੇਣਾ ਵੀ ਨਹੀਂ ਚਾਹੁੰਦਾ ਕਿ ਜੇ ਤੁਹਾਨੂੰ ਕਿਸੇ ਨੇ ਪੁੱਛ ਲਿਆ ਕਿ ਦਲ ਖਾਲਸਾ ਜਿਹੜਾ ਬਣਿਆ ਸੀ ਉਹਦੀਆਂ ਮਿਸਲਾਂ ਕਿੰਨੀਆਂ ਸੀ, ਤਾਂ ਤੁਸੀਂ ਜਵਾਬ ਦਿਓਗੇ 11। 11 ਤੇ 12 'ਚ ਬਹੁਤ ਵੱਡਾ ਫਰਕ ਆ, ਠੀਕ ਆ। ਸੋ ਇਹ ਖੈਰ ਆਪਾਂ 17ਵਾਂ ਸਵਾਲ ਡਿਸਕਸ ਹੀ ਨਹੀਂ ਕਰਨਾ ਕਿਉਂਕਿ ਆਪਣੇ ਸਿਲੇਬਸ 'ਚ ਹੀ ਹੈ ਨਹੀਂ ਸੀਗਾ। ਆਪਾਂ ਇਸ ਟੌਪਿਕ ਨੂੰ ਡਿਸਕਸ ਹੀ ਨਹੀਂ ਕੀਤਾ ਪ੍ਰੋਪਰ ਹਜੇ। ਆਪਾਂ ਤਾਂ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਆਪਣਾ ਸਿਲੇਬਸ ਸੀ ਨਾ ਮਾਡਰਨ ਹਿਸਟਰੀ 'ਚ। ਰਣਜੀਤ ਸਿੰਘ ਦਾ ਪੰਜਾਬ ਦਾ ਸਿਲੇਬਸ ਆ, ਉੱਥੇ ਦੇਖਾਂਗੇ ਜਾ ਕੇ। ਆ ਜਾਓ ਵੀ ਅੱਗੇ। ਕਹਿੰਦੇ ਅੰਮ੍ਰਿਤਸਰ ਦੀ ਟ੍ਰੀਟੀ ਜਿਹੜੀ ਪਰਪੈਚੁਅਲ ਫਰੈਂਡਸ਼ਿਪ ਜਿਹੜੀ 1809 ਦੇ ਵਿੱਚ ਹੋਈ ਸੀ ਸੰਧੀ, ਕਿਉਂਕਿ ਤੁਸੀਂ ਕਹੋਗੇ ਅੰਮ੍ਰਿਤਸਰ ਦੀ ਸੰਧੀ ਤਾਂ ਇੱਕ ਹੋਰ ਵੀ ਹੋਈ ਆ 1846 'ਚ, ਠੀਕ ਆ, ਪਰ ਉਹ ਸਮਝੌਤੇ ਦੀ ਜਾਂ ਦੋਸਤੀ ਦੀ ਸੰਧੀ ਥੋੜਾ ਸੀ। ਉਹ ਨਾਲੇ ਕਿਹੜਾ ਸਿੱਖਾਂ ਨਾਲ ਹੋਈ, ਉਹ ਕਿਹਦੇ ਨਾਲ ਹੋਈ ਆ? ਉਹ ਕਿਹੜਾ ਉੱਥੋਂ ਦਾ ਸੀ, ਕਸ਼ਮੀਰ ਦਾ ਰਾਜਾ ਕਿਹੜਾ ਸੀਗਾ? ਕਸ਼ਮੀਰ ਦਾ ਉਸ ਵੇਲੇ ਦਾ ਰਾਜਾ ਗੁਲਾਬ ਸਿੰਘ ਡੋਗਰਾ। ਉਹ ਗੁਲਾਬ ਸਿੰਘ ਡੋਗਰੇ ਨੂੰ 75 ਲੱਖ 'ਚ ਕੀ ਵੇਚਿਆ ਸੀ ਭਲਾ? ਕਸ਼ਮੀਰ ਵੇਚਿਆ ਸੀਗਾ। ਉਹ ਟ੍ਰੀਟੀ ਹੋਈ ਸੀ 16 ਮਾਰਚ 1846 ਨੂੰ। ਪਰ ਇਹ ਤਾਂ ਅੰਮ੍ਰਿਤਸਰ ਦੀ ਟ੍ਰੀਟੀ ਜਿਹੜੀ ਅਸਲੀ ਟ੍ਰੀਟੀ ਆ ਰਣਜੀਤ ਸਿੰਘ ਨਾਲ ਹੋਈ ਆ, ਉਹ ਤਾਂ 1809 'ਚ ਹੀ ਹੋਈ ਆ। ਕਹਿੰਦੇ ਇਹਦੇ ਬਾਰੇ ਦੱਸੋ। ਇਹ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਹੋਈ ਸੀ ਸੈਕਿੰਡ ਐਂਗਲੋ ਸਿੱਖ ਵਾਰ ਹਾਰਨ ਤੋਂ ਬਾਅਦ। ਉਹ ਇਹ ਕੋਈ ਗੱਲ ਬਣੀ? ਸੈਕਿੰਡ ਸਿੱਖ ਐਂਗਲੋ ਸਿੱਖ ਵਾਰ ਕਦੋਂ ਖਤਮ ਹੋਈ ਆ? 49 'ਚ। ਤੇ ਉਦੋਂ ਰਣਜੀਤ ਸਿੰਘ ਸੀਗਾ। ਰਣਜੀਤ ਸਿੰਘ ਨੇ ਤਾਂ ਐਂਗਲੋ ਸਿੱਖ ਵਾਰ ਹੀ ਨਹੀਂ ਲੜੀ। ਇਹ ਤਾਂ ਗਲਤੀ ਹੋ ਗਿਆ। ਜਿਹੜੀ ਅੰਮ੍ਰਿਤਸਰ ਦੀ ਸੰਧੀ ਹੋਈ ਆ, ਦੋਸਤੀ ਦੀ ਸੰਧੀ, ਉਹ ਤਾਂ 1809 'ਚ ਹੋਈ ਆ। ਉਹਦੇ 'ਚ ਕੀ ਹੋਇਆ ਸੀ ਵਾਲਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿੱਚ ਕਿ ਭਾਈ ਅੱਜ ਤੋਂ ਬਾਅਦ ਆਪਣੇ 'ਚ ਬਾਰਡਰ ਕਿਹੜਾ ਭਲਾ? ਸਤਲੁਜ। ਤੇ ਉਸ ਟ੍ਰੀਟੀ ਕਰਨ ਆਇਆ ਕੌਣ ਸੀ ਅੰਗਰੇਜ਼ਾਂ ਦੇ ਬਿਹਾਫ ਤੇ? ਚਾਰਲਸ ਮੈਟਕਲੈਫੇ, ਠੀਕ ਆ। ਵੈਸੇ ਮੈਂ ਪੜ੍ਹਾਈ ਨਹੀਂ ਉਹ ਪਰ ਮੈਂ ਗੱਲਾਂ 'ਚ ਦੱਸਿਆ ਜ਼ਰੂਰ ਆ ਕਿ ਇਹਨੇ ਸਿੱਖਾਂ ਨੂੰ ਕਹਿਤਾ ਸੀ ਕਿ ਤੁਸੀਂ ਸਤਲੁਜ ਕ੍ਰਾਸ ਕਰਕੇ ਨਹੀਂ ਆਉਣਾ, ਤੁਸੀਂ ਸਤਲੁਜ ਕ੍ਰਾਸ ਕਰਕੇ ਨਹੀਂ ਆਉਣਾ। ਉਹਦੇ ਈਸਟ ਵਾਲੇ ਪਾਸੇ ਸਾਡੇ ਸਬਸਿਡਰੀ ਅਲਾਏ ਨੇ। ਆ ਪਟਿਆਲਾ, ਨਾਭਾ, ਜੀਂਦ ਵਾਲੇ ਰਾਜੇ ਕੌਣ ਸੀਗੇ ਭਲਾ? ਜਿਹੜੇ ਅੰਗਰੇਜ਼ਾਂ ਦੇ ਕੀ ਸੀ ਭਲਾ? ਸਬਸਿਡਰੀ ਅਲਾਈ। ਤਾਂ ਜੇ ਤੁਸੀਂ ਕਹੋਗੇ ਐਂਗਲੋ ਸਿੱਖ ਵਾਰ ਦੀ ਨੂੰ ਜਦੋਂ ਮੈਂ ਪੜ੍ਹਾਇਆ ਸੀ ਤੁਹਾਨੂੰ ਸਿੱਖਾਂ ਦੇ ਕੰਟੈਕਸਟ 'ਚ, ਤਾਂ ਮੈਂ ਉਦੋਂ 1809 ਦੀ ਟ੍ਰੀਟੀ ਦਾ ਜ਼ਿਕਰ ਕੀਤਾ ਜ਼ਰੂਰ ਸੀਗਾ। ਮੈਂ ਉਨੇ ਕੁ ਆਧਾਰ 'ਤੇ ਹੀ ਤੁਹਾਡੇ ਤੋਂ ਇਹ ਸਵਾਲ ਪੁੱਛਿਆ, ਇਸ ਤੋਂ ਵੱਧ ਕੇ ਮੈਂ ਡਿਟੇਲ 'ਚ ਪੁੱਛਿਆ ਵੀ ਨਹੀਂ। ਵੈਸੇ ਮੈਂ ਮੰਨ ਸਕਦਾ ਕਿ ਜੇ ਆਪਾਂ 1809 ਦਾ ਪੜ੍ਹਿਆ ਹੀ ਨਹੀਂ ਐਗਜ਼ੈਕਟ, ਤਾਂ ਫਿਰ
ਫਿਰ ਤੁਹਾਨੂੰ ਇਸ ਟ੍ਰੀਟੀ ਦਾ ਸਵਾਲ ਜੇ ਨਹੀਂ ਵੀ ਆਉਂਦਾ ਤਾਂ ਤੁਹਾਡੇ ਵਾਸਤੇ ਚਿੰਤਾ ਦੀ ਕੋਈ ਗੱਲ ਨਹੀਂ, ਇਹਦਾ 2 ਇਜ਼ ਦੀ ਕਰੈਕਟ ਆਪਸ਼ਨ। ਠੀਕ ਆ, ਸੋ ਨੈਕਸਟ ਅੱਗੇ ਆਪਣੇ ਕੋਲ ਆ ਗਿਆ ਟੀਪੂ ਸੁਲਤਾਨ ਬਾਰੇ। ਪਹਿਲੀ ਗੱਲ ਇਹ ਦੱਸੋ, ਜੇ ਟੀਪੂ ਸੁਲਤਾਨ ਆ ਗਿਆ ਤੇ ਰਾਕਟ ਟੈਕਨੋਲੋਜੀ ਵਰਡ ਆਉਣਾ ਚਾਹੀਦਾ ਕਿ ਨਹੀਂ? ਬਿਲਕੁਲ ਆਉਣਾ ਚਾਹੀਦਾ ਹੈ। ਦੂਜੀ ਗੱਲ, ਇਹ ਬੰਦੇ ਨੇ ਲੈਂਡ ਰੈਵਨਿਊ ਸਿਸਟਮ ਜਿਹੜਾ ਸੀਗਾ ਸਰਵੇ ਦੇ ਬੇਸ ਤੇ ਕੀਤਾ ਸੀਗਾ। ਇਹ ਇਸ ਬੰਦੇ ਦੀ ਖਾਸੀਅਤ ਸੀਗੀ। ਇਹਨੇ ਬੰਦੇ ਨੇ ਬਹੁਤ ਐਡਵਾਂਸ ਲੈਂਡ ਰੈਵਨਿਊ ਸਿਸਟਮ ਸ਼ੁਰੂ ਕੀਤਾ ਸੀਗਾ। ਇਹਨੇ ਹੀ ਰਾਕਟ ਟੈਕਨੋਲੋਜੀ ਸ਼ੁਰੂ ਕੀਤੀ ਸੀ। ਇਹ ਬੰਦਾ ਇਰੀਗੇਸ਼ਨ ਦੇ ਮਾਮਲੇ 'ਚ ਵੀ ਬਹੁਤ ਵਧੀਆ ਇਸੇ ਕਰਕੇ ਤੇ ਕਿਹਾ ਜਾਂਦਾ ਹੈ। ਇਸ ਬੰਦੇ ਨੂੰ ਬਦਨਾਮ ਕਰਨ ਵਾਸਤੇ ਅੰਗਰੇਜ਼ਾਂ ਨੇ ਪਤਾ ਕੀ ਕਿਹਾ ਸੀਗਾ ਕਿ ਇਹ ਸੈਕੂਲਰ ਨਹੀਂ ਹੈਗਾ, ਪਰ ਲੋਕ ਇਹਦੇ ਸਬੂਤ ਨਹੀਂ ਮਿਟੇ ਸਕੇ। ਬਾਅਦ 'ਚ ਪਤਾ ਲੱਗਿਆ ਕਿ ਇਹਨੇ ਤੇ ਬੜੇ ਹਿੰਦੂਆਂ ਦੇ ਮੰਦਰਾਂ ਨੂੰ ਵੀ ਚੰਦਾ ਦਿੱਤਾ ਸੀਗਾ। ਠੀਕ ਆ, ਮੰਨਿਆ ਕਿ ਇਹਨੂੰ ਸੈਕੂਲਰ ਨਹੀਂ, ਥੋੜਾ ਜਿਹਾ ਕੱਟੜ ਮੰਨਿਆ ਜਾਂਦਾ ਸੀਗਾ, ਬਟ ਹਾਂ ਇਹਨੇ, ਤੁਸੀਂ ਇੱਕ ਗੱਲ ਹੋਰ, ਤੁਹਾਨੂੰ ਪਤਾ ਆਜ਼ਾਦੀ ਤੋਂ ਪਹਿਲਾਂ ਇੰਡੀਆ 'ਚ ਇੱਕ 15 ਸਤੰਬਰ ਆ ਜਿਹੜੀ, ਇਹ ਇੰਜੀਨੀਅਰਸ ਡੇ ਦੇ ਤੌਰ ਤੇ ਮਨਾਈ ਜਾਂਦੀ ਆ। 15 ਸਤੰਬਰ ਐਮ ਵਿਸਵੇਸ਼ਵਰਿਆ, ਉਹਨਾਂ ਦਾ ਬਰਥਡੇ ਹੁੰਦਾ 15 ਸਤੰਬਰ ਨੂੰ। ਇਹ ਐਮ ਵਿਸਵੇਸ਼ਵਰਿਆ ਕਿੱਥੋਂ ਦਾ ਇੰਜੀਨੀਅਰ ਸੀਗਾ? ਮੈਸੂਰ ਦਾ। ਤੇ ਇਹ ਕਦੋਂ ਦਾ ਇੰਜੀਨੀਅਰ ਆ ਭਲਾ? ਇਹ 1900 ਦੇ 10-15 ਦੇ ਅਰਾਊਂਡ ਦਾ ਮਸ਼ਹੂਰ ਇੰਜੀਨੀਅਰ ਆ। ਮੈਸੂਰ ਦੇ ਵਿੱਚ ਇੰਜੀਨੀਅਰਿੰਗ ਦੀ ਇੰਨੀ ਇੱਜ਼ਤ ਕਿਉਂ ਆ? ਇਰੀਗੇਸ਼ਨ ਦੀ ਇੰਨੀ ਇੱਜ਼ਤ ਕਿਉਂ ਆ? ਅੱਜ ਵੀ ਕਰਨਾਟਕਾ ਤੇ ਕੇਰਲਾ ਦੇ ਵਿੱਚ ਕਾਵੇਰੀ ਨਦੀ ਦੇ ਪਾਣੀ ਨੂੰ ਲੈ ਕੇ ਰੌਲੇ ਕਿਉਂ ਆ? ਰੌਲਾ ਪਾਣੀ ਨੂੰ ਲੈ ਕੇ ਜ਼ਿਆਦਾ ਨਹੀਂ ਗੇ, ਜ਼ਿਆਦਾ ਰੌਲੇ ਪਤਾ ਕੀ ਆ? ਜਿਹੜੇ ਵਿੱਚ ਡੈਮ ਬਣੇ ਹੋਏ ਆ। ਮੈਸੂਰ ਦੇ ਵੇਲੇ ਤੋਂ, ਟੀਪੂ ਸੁਲਤਾਨ ਦੇ ਵੇਲੇ ਤੋਂ ਹੀ ਸਾਊਥ ਇੰਡੀਆ ਦੇ ਵਿੱਚ ਜਿਹੜੇ ਡੈਮ ਵਗੈਰਾ ਸੀ ਨਾ, ਉਹ ਮੈਸੂਰ ਸਟੇਟ ਨੇ ਬਹੁਤ ਬਣਵਾ ਰੱਖੇ ਆ। ਮੈਸੂਰ ਦੀ ਇਰੀਗੇਸ਼ਨ, ਮੈਸੂਰ ਦੀ ਸਾਇੰਸ ਟੈਕ, ਮੈਸੂਰ ਦੀ ਰਾਕਟ ਟੈਕਨੋਲੋਜੀ ਟੀਪੂ ਸੁਲਤਾਨ ਦੇ ਵੇਲੇ ਤੋਂ ਹੀ ਟੌਪ ਲੈਵਲ ਤੇ ਚੱਲਦੀ ਆ। ਬੜਾ ਐਡਵਾਂਸ ਰਾਜਾ ਸੀਗਾ। ਸੋ ਆ ਸਾਰੀਆਂ ਗੱਲਾਂ ਟੀਪੂ ਸੁਲਤਾਨ ਦੇ ਹੱਕ 'ਚ ਭੁਗਤਦੀਆਂ, ਇਹਨਾਂ 'ਚੋਂ ਕਿਸੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਸਮਝ ਆ ਗਈ ਇਹ ਚੀਜ਼? ਨੈਕਸਟ ਉਸ ਤੋਂ ਬਾਅਦ ਅਗਲੀ ਗੱਲ ਕਹਿੰਦਾ ਰਿਆਤਵਾੜੀ ਸੈਟਲਮੈਂਟ ਨਾਲ ਕੌਣ-ਕੌਣ ਬੰਦਾ ਸੰਬੰਧਿਤ ਆ? ਬਸ ਇਹ ਦੱਸੋ ਕਿ ਕਾਰਨਵਾਲੀ, ਇਹ ਰਿਆਤਵਾੜੀ ਕੀ ਆ ਭਲਾ? ਕਿਸਾਨਾਂ ਤੋਂ ਸਿੱਧਾ ਟੈਕਸ ਵਸੂਲਣਾ। ਇਹ ਕਿਹੜੇ ਹਿੱਸੇ 'ਚ ਇੰਡੀਆ 'ਚ ਲਾਗੂ ਕੀਤਾ ਗਿਆ ਸੀ? ਸਾਊਥ ਇੰਡੀਆ 'ਚ। ਕੀ ਇਹਦੇ 'ਚ ਕਾਰਨਵਾਲਿਸ ਦਾ ਜ਼ਿਕਰ ਹੈਗਾ? ਬਿਲਕੁਲ ਨਹੀਂ। ਇਹ ਕਿੰਨੇ ਸ਼ੁਰੂ ਕੀਤਾ ਸੀਗਾ? ਸਾਊਥ ਇੰਡੀਆ 'ਚ। ਚਲੋ ਇਹ ਦੱਸੋ, ਇਹ ਸਾਊਥ ਇੰਡੀਆ 'ਚ ਮਸ਼ਹੂਰ ਕਦੋਂ ਹੋਇਆ ਸੀ? 1818 'ਚ। ਉਦੋਂ ਇੰਡੀਆ ਦਾ ਗਵਰਨਰ ਜਨਰਲ ਕੌਣ ਸੀਗਾ? ਹਾਸਟਿੰਗ ਟੂ। ਉਸ ਟਾਈਮ ਬੰਗਾਲ, ਉੱਥੋਂ ਦਾ ਮਦਰਾਸ ਦਾ ਗਵਰਨਰ ਕੌਣ ਸੀ ਜਿੱਥੇ ਇਹ ਲਾਗੂ ਕੀਤਾ ਸੀਗਾ? ਥੋਮਸ ਮੁਰਨੋ। ਸਾਰੀ ਸਟੋਰੀ ਮੈਂ ਦੱਸੀ ਹੋਈ ਆ। ਰੈਵਨਿਊ ਅਗਲਾ ਪੜ੍ਹ ਕੇ ਦੇਖਿਓ। ਉਹ ਸ਼ੁਰੂ ਕਰਨ 'ਚ ਇਹਨੂੰ ਸੈੱਟ ਕਰਕੇ, ਇਹਨੂੰ ਪਹਿਲੀ ਵਾਰੀ ਐਕਸਪੈਰੀਮੈਂਟਲ ਤੌਰ ਤੇ ਟੀਪੂ ਸੁਲਤਾਨ ਤੋਂ ਖੋਈ ਹੋਈ ਟੈਰੀਟਰੀ ਤੇ ਲਾ ਕੇ ਕਿਹਨੇ ਦੇਖਿਆ ਸੀਗਾ? ਅਲੈਗਜ਼ੈਂਡਰ ਰੀਡ ਨੇ। ਆ ਸਮਝ ਆ ਗਈ ਚੀਜ਼? ਅਲੈਗਜ਼ੈਂਡਰ ਰੀਡ ਨੇ ਇਹਨੂੰ ਪਹਿਲੀ ਵਾਰੀ ਟੀਪੂ ਸੁਲਤਾਨ ਤੋਂ ਤਾਂ 2 ਬੰਦਿਆਂ ਦੇ ਨਾਮ ਆਉਂਦੇ ਆ ਜਿਨ੍ਹਾਂ ਦਾ ਨਾਮ ਕਿਹਦੇ ਨਾਲ ਜੁੜਦਾ ਜਾ ਕੇ? ਰਿਆਤਵਾੜੀ ਸਿਸਟਮ ਨਾਲ। ਇੱਕ ਮੁਰਨੋ ਤੇ ਇੱਕ ਰੀਡ। ਪੜ੍ਹਿਆ ਨਾ? ਇਹਨੇ ਸਭ ਤੋਂ ਪਹਿਲਾਂ ਟੀਪੂ ਸੁਲਤਾਨ ਤੋਂ ਖੋਈਆਂ ਹੋਈਆਂ ਟੈਰੀਟਰੀਜ਼ 'ਚ ਇਹਨੂੰ ਲਾ ਕੇ ਦੇਖਿਆ ਸੀ। ਇਹ ਉਸ ਟਾਈਮ ਮਦਰਾਸ ਦਾ ਗਵਰਨਰ ਸੀ, ਤੇ ਪੇਪਰ 'ਚ ਇਹ ਵੀ ਆ ਸਕਦਾ ਉਸ ਟਾਈਮ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਤੇ ਸਾਲ ਕਿਹੜਾ ਸੀ। ਤੇ ਇੰਡੀਆ ਦੇ ਸਾਊਥ ਦੇ ਵਿੱਚ ਬਹੁਤ ਜਗ੍ਹਾ ਤੇ ਲੱਗਿਆ ਸੀਗਾ। ਇਹ ਵੀ ਪਰਮਾਨੈਂਟ ਸਿਸਟਮ ਟਾਈਪ ਹੀ ਸੀਗਾ। ਬਸ ਇਹਦੇ 'ਚ ਕੌਣ ਨਹੀਂ ਸੀਗੇ ਵਿੱਚ ਪ੍ਰੈਜ਼ੈਂਟ? ਜ਼ਮੀਨਦਾਰ। ਬਸ ਰਿਆਤ ਸਿੱਧੇ ਹੀ ਟੈਕਸ ਦਿੰਦੇ ਸੀਗੇ। ਆ ਜਾਓ ਵੀ ਅੱਗੇ। ਹਾਂਜੀ, ਡੱਚ ਬਾਰੇ ਗੱਲ ਦੱਸੋ। ਡੱਚ ਵਾਲਿਆਂ ਦੀ ਪਹਿਲੀ ਕੰਪਨੀ ਕਿੱਥੇ ਲੱਗੀ ਇੰਡੀਆ 'ਚ? ਮਸਲੀਪਤਨਮ। ਪਹਿਲੀ ਆਪਸ਼ਨ ਗਲਤ ਕਰ ਦਈਏ, ਚੱਕੋ। ਆ ਜਾਓ ਅਗਲੀ ਗੱਲ। ਕਹਿੰਦਾ ਐਲਬਰੂਕੀ 1510 ਦੇ ਵਿੱਚ ਗੋਆ, ਇਹਨਾਂ ਦਾ ਗਵਰਨਰ ਸੀਗਾ, ਯਾਦ ਆ? ਪੁਰਤਗਾਲੀਆਂ ਦਾ। ਉਹਨੇ ਗੋਆ ਕਿਹਨਾਂ ਤੋਂ ਕੈਪਚਰ ਕੀਤਾ ਸੀਗਾ? ਬੀਜਾਪੁਰ ਦੇ ਸੁਲਤਾਨ ਆਦਿਲ ਸ਼ਾਹ ਤੋਂ। ਠੀਕ ਆ, ਦੂਜੀ ਆਪਸ਼ਨ ਬਿਲਕੁਲ ਸਹੀ ਹੈ। ਈਸਟ ਇੰਡੀਆ ਕੰਪਨੀ ਨੇ ਮਦਰਾਸ ਵਾਲੀ ਜਿਹੜੀ ਫੈਕਟਰੀ ਸੀਗੀ, ਮਦਰਾਸ ਵਾਲੀ ਫੈਕਟਰੀ ਨਿਜ਼ਾਮ ਉਲ ਮੁਲਕ ਦੇ ਨੁਮਾਇੰਦਿਆਂ ਤੋਂ ਲੈ ਕੇ ਲਾਈ ਸੀਗੀ। ਸਹੀ ਕਿ ਗਲਤ? ਚੰਦਰਗਿਰੀ ਦੇ ਰਾਜੇ ਤੋਂ ਜਗ੍ਹਾ ਲੈ ਕੇ ਲਾਈ ਸੀ। ਤੇ ਚੰਦਰਗਿਰੀ ਦੇ ਰਾਜੇ ਕਿਹਦੇ ਵਾਰਸ ਸੀਗੇ? ਵਿਜੇਨਗਰ ਅੰਪਾਇਰ ਵਾਲਿਆਂ ਦੇ ਕਿ ਕਿਹਨਾਂ ਦੇ? ਇਹ ਮੈਂ ਇੱਕ ਸਵਾਲ ਦੀ ਡਿਸਕਸ਼ਨ 'ਚ ਪਹਿਲਾਂ ਦੱਸ ਚੁੱਕਿਆ ਕਿ ਉਹ ਵਿਜੇਨਗਰ ਅੰਪਾਇਰ ਵਾਲਿਆਂ ਦੇ ਉਹ ਵਾਰਸ ਸੀਗੇ। ਲੈਕਚਰ ਸੁਣ ਲਿਓ ਮੇਰੇ ਪੁਰਾਣੇ, ਕਿ ਇਹਨਾਂ ਨੇ ਅੰਗਰੇਜ਼ਾਂ ਨੇ ਆਪਣੀਆਂ ਫੈਕਟਰੀਆਂ ਲਾਈਆਂ। ਜੇ 1615 'ਚ ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਪਤਾ ਕਿੱਥੇ ਲਾਈ ਹੈ? ਇੰਡੀਆ 'ਚ, ਸੂਰਤ 'ਚ। ਫਿਰ ਇਹਨਾਂ ਨੇ 1615 'ਚ ਇੱਥੇ ਲਾਈ ਆ। 1639 'ਚ ਇਹਨਾਂ ਨੇ ਇੱਕ ਫੈਕਟਰੀ ਲਾਈ ਆ ਆਪਣੀ ਬਿਲਕੁਲ ਮਦਰਾਸ 'ਚ। ਉੱਥੇ ਆਪਣਾ ਕਿਲਾ ਬਣਾਇਆ।
ਚੰਦਨਗਿਰੀ ਦੇ ਰਾਜੇ ਤੋਂ ਜਗ੍ਹਾ ਲੈ ਕੇ। ਤੇ ਚੰਦਨਗਿਰੀ ਦਾ ਰਾਜਾ ਜਿਹੜਾ ਸਾਊਥ ਇੰਡੀਆ 'ਚ ਸੀ ਨਾ, ਉਹ ਵਿਜੇਨਗਰ ਅੰਪਾਇਰ ਵਾਲਿਆਂ ਦਾ ਵੰਸ਼ਜ ਸੀਗਾ, ਅੱਗੇ ਉਹਨਾਂ ਦਾ ਨੁਮਾਇੰਦਾ ਸੀਗਾ। ਵਿਜੇਨਗਰ ਅੰਪਾਇਰ ਕੀ ਹੈ ਮੈਂ ਪੜ੍ਹਾਇਆ ਹੀ ਨਹੀਂ ਹਜੇ, ਮੈਡੀਵਲ ਹਿਸਟਰੀ 'ਚ ਪੜ੍ਹਾਊਂਗਾ, ਤੇ ਮੈਂ ਇੰਨੀ ਕੁ ਜਾਣਕਾਰੀ ਤਾਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਲੈਕਚਰ 'ਚ, ਤੁਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਮੈਂ ਦੱਸਿਆ ਨਹੀਂ। ਹਾਂ ਆਹ ਆਪਸ਼ਨ ਗਲਤ ਹੋ ਗਈ, ਤੇ ਮੈਂ ਤੁਹਾਡੀ ਜਾਣਕਾਰੀ ਲਈ ਵੀ ਦੱਸਦਾ, ਇਹਨਾਂ ਨੇ 1632 ਕੇ 33 'ਚ ਆਪਣੀ ਪਹਿਲੀ ਫੈਕਟਰੀ ਈਸਟ ਦੇ ਵਿੱਚ ਪਤਾ ਕਿੱਥੇ ਲਾਈ ਸੀਗੀ? ਉੜੀਸਾ 'ਚ। ਤੇ ਉੜੀਸਾ 'ਚ ਕਿਹੜੀ ਜਗ੍ਹਾ ਸੀਗੀ ਆਪਣੀ, ਕਿਹੜੀ ਜਗ੍ਹਾ ਹੈ ਉੜੀਸਾ ਦੇ ਵਿੱਚ ਜਿੱਥੇ ਇਹਨਾਂ ਨੇ ਲਾਈ ਸੀਗੀ? ਸੀ ਤੋਂ ਨਾਮ ਉਹਦਾ ਬੜਾ ਮਸ਼ਹੂਰ, ਹਾਂਜੀ ਚੰਦਨਨਗਰ। ਚੰਦਨਨਗਰ ਚ ਲਾਈ ਸੀ ਇਹਨਾਂ ਨੇ ਉੜੀਸਾ ਦੇ ਵਿੱਚ ਆਪਣੀ ਪਹਿਲੀ ਫੈਕਟਰੀ। ਠੀਕ ਆ, ਸੋ ਪੇਪਰ 'ਚ ਜੇ ਆ ਗਿਆ ਕਿ ਆ ਦੂਜੀ ਆਪਸ਼ਨ ਬਿਲਕੁਲ ਸਹੀ ਹੈ, ਪਹਿਲੀ ਸਹੀ ਹੈ ਕਿ ਗਲਤ ਆ? ਪਹਿਲੀ ਵੀ ਗਲਤ ਆ। ਮਸਲੀਪਤਨਮ 'ਚ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਇੱਕ ਤਾਂ ਇਹਨਾਂ ਦੇ ਭਾਰਤ 'ਚ ਹੈੱਡਕੁਆਟਰ ਰੱਟੇ ਮਾਰ ਲਿਓ, ਤੇ ਇੱਕ ਇਹਨਾਂ 'ਚ ਪਹਿਲੀਆਂ ਫੈਕਟਰੀਆਂ ਰੱਟਾ ਮਾਰ ਲਿਓ। ਆ ਦੱਸੋ ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਰਹਿਣੀ ਚਾਹੀਦੀ ਇਹਦੇ 'ਚ। ਸੋ ਇਹਦਾ ਸਹੀ ਆਨਸਰ ਕਿਹੜਾ ਬਣਿਆ ਆਪਣੇ ਕੋਲ? ਬੀ ਆਹੀ। ਨੈਕਸਟ ਅੱਗੇ ਆ ਜਾਓ। ਹਾਂਜੀ, ਕਹਿੰਦਾ ਅੰਗਰੇਜ਼ਾਂ ਦੀਆਂ ਆਰਥਿਕ ਨੀਤੀਆਂ ਦਾ ਜੋ ਬਸਤੀਵਾਦ ਦੇ ਵੇਲੇ ਕੀ ਆਰਥਿਕ ਪ੍ਰਭਾਵ ਭਾਰਤ ਦੇ ਪਏ ਆ? ਪਹਿਲੀ ਇਹ ਦੱਸੋ, ਸਾਡੀ ਜਿਹੜੀ ਖੇਤੀਬਾੜੀ ਸੀਗੀ ਉਹਦਾ ਵਪਾਰੀਕਰਨ ਹੋ ਗਿਆ, ਸਹੀ ਕਿ ਗਲਤ? ਸਹੀ ਹੈ। ਖੇਤੀਬਾੜੀ ਤੇ ਦਬਾਅ ਵੱਧ ਗਿਆ, ਸਹੀ ਹੈ ਕਿ ਗਲਤ ਹੈ? ਬਿਲਕੁਲ ਸਹੀ ਹੈ। ਭਾਰਤ 'ਚ ਜਿਹੜਾ ਦਸਤਕਾਰੀ ਉਹ ਉਤਪਾਦਨ ਸੀ ਉਹ ਬਹੁਤ ਵੱਧ ਗਿਆ, ਉਹਦਾ ਤੇ ਬੇੜਾ ਬਿਠਾਤਾ ਸੀ ਇਹਨਾਂ ਨੇ। ਯਾਦ ਆ, ਦਸਤਕਾਰੀ ਤੇ ਖਤਮ ਕਰਤੇ ਸੀ, ਸਾਡੇ ਜਿਹੜੇ ਹੈਂਡੀਕ੍ਰਾਫਟ ਸੀਗੇ ਸਾਰਾ ਖਤਮ ਕਰਤਾ ਸੀ। ਕਹਿੰਦੇ ਸੀ ਇਹਦੀ ਜਗ੍ਹਾ ਤੇ ਸਾਡਾ ਸਮਾਨ ਖਰੀਦੋ। ਯਾਦ ਆ ਇੰਗਲੈਂਡ 'ਚ ਇੱਕ ਲੇਡੀ ਇੰਡੀਆ ਦਾ ਮਾਲ ਚੱਕੀ ਬੈਠੀ ਸੀ ਜਿਹਨੂੰ 200 ਪਾਉਂਡ ਫਾਈਨ ਲਾਤਾ ਸੀਗਾ। ਸਟੋਰੀ ਸਾਰੀ ਪਤਾ ਹੋਣੀ ਚਾਹੀਦੀ ਤੁਹਾਨੂੰ। ਆਹ ਤਾਂ ਗਲਤ ਹੋ ਗਿਆ ਜੀ। ਸੋ ਆਨਸਰ ਕੀ ਸਹੀ ਆ? 1 into only। ਆਹ ਦੱਸੋ, ਆ ਗੱਲ ਸਮਝ ਆ ਰਹੀ ਹੈ? ਸੋ ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਇਹਦੇ 'ਚ। ਨੈਕਸਟ ਉਸ ਤੋਂ ਬਾਅਦ ਕਹਿੰਦਾ ਅੰਤਰਰਾਸ਼ਟਰੀ ਪੱਧਰ ਦੇ ਮਾਮਲੇ 'ਚ ਜਿਹੜੀ ਆਕਲੈਂਡ 1836 ਤੋਂ ਲੈ ਕੇ 42 ਤੱਕ, ਰਣਜੀਤ ਸਿੰਘ ਦੀ ਡੈਥ ਵੀ ਇਸੇ ਦੇ ਵੇਲੇ ਹੋਈ ਆ। ਰਣਜੀਤ ਸਿੰਘ ਮਰਨ ਤੋਂ 1 ਸਾਲ ਪਹਿਲਾਂ ਟਰਾਈ ਪਾਰਟੀ ਟ੍ਰੀਟੀ ਵੀ ਇਹਦੇ ਨਾਲ ਹੀ ਕਰਕੇ ਗਿਆ ਹੈ। ਤੇ ਇਹੀ ਬੰਦਾ ਸੀਗਾ ਜਿਹੜਾ ਅਗਲੇ ਸਾਲ ਅਫਗਾਨਿਸਤਾਨ ਨਾਲ ਲੜਨ ਚਲੇ ਗਿਆ। ਇਹਨੇ ਰਣਜੀਤ ਸਿੰਘ ਦੇ ਨਾਲ ਦੋਸਤੀ ਪਤਾ ਕਿਉਂ ਕੀਤੀ ਸੀ? ਕਿਹੜੇ ਰਾਜੇ ਨੂੰ ਹਰਾਉਣ ਵਾਸਤੇ? ਅਫਗਾਨਿਸਤਾਨ ਦੇ ਰਾਜੇ ਨੂੰ। ਕਿਉਂ? ਉਸ ਤੋਂ ਉੱਪਰ ਇਹਨੂੰ ਫਰਾਂਸ ਦਾ ਤੇ ਰਸ਼ੀਆ ਦਾ ਖਤਰਾ ਮੰਡਰਾ ਰਿਹਾ ਸੀਗਾ। ਤਾਂ ਇਹੀ ਉਹਦੀ ਅਗਾਊਂ ਨੀਤੀ ਸੀਗੀ, ਫਾਰਵਰਡ ਪਾਲਿਸੀ ਸੀਗੀ ਕਿ ਬਈ ਅਗਲੇ ਖਤਰੇ ਤੋਂ ਬਚਣ ਵਾਸਤੇ ਸਿੱਖਾਂ ਦੇ ਨਾਲ ਤੇ ਸਿੱਖਾਂ ਦੇ ਨਾਲ ਮਿਲ ਕੇ ਕਿਹਨੂੰ ਹਰਾ ਦਈਏ? ਉਹਨੂੰ ਅਫਗਾਨ ਨੂੰ ਹਰਾ ਕੇ ਉੱਥੇ ਆਪਣਾ ਚੇਲਾ ਸੂਜਾ ਸ਼ਾਹ ਫਿੱਟ ਕਰ ਦਈਏ। ਕੁਛ ਐਵੇਂ ਦੀ ਗੱਲ ਸੀ। ਪਹਿਲੀ ਗੱਲ ਉਹਦੀ ਫਾਰਵਰਡ ਨੀਤੀ ਕਹਿੰਦਾ ਇਹ ਸੀ ਕਿ ਉਹ ਇੰਗਲੈਂਡ ਤੇ ਰਸ਼ੀਆ ਨੂੰ ਦੋਸਤ ਬਣੇ ਦੇਖਣਾ ਚਾਹੁੰਦਾ ਸੀ। ਇਹ ਕੋਈ ਤੁੱਕ ਬਣਿਆ? ਉਹ ਰਸ਼ੀਆ ਤੋਂ ਡਰਨ ਵਾਸਤੇ, ਰਸ਼ੀਆ ਤੋਂ ਡਰ ਕੇ ਉਹਨੇ ਕਿਹਦੇ ਨਾਲ ਹੱਥ ਮਿਲਾ ਲਿਆ ਸੀਗਾ? ਰਣਜੀਤ ਸਿੰਘ ਨਾਲ। ਤੇ ਰਣਜੀਤ ਸਿੰਘ ਨਾਲ ਹੱਥ ਮਿਲਾ ਕੇ ਉਹ ਕਿੱਥੋਂ ਦੇ ਰਾਜੇ ਨੂੰ ਹਰਾਉਣਾ ਚਾਹੁੰਦਾ ਸੀ? ਅਫਗਾਨਿਸਤਾਨ ਦੇ ਨੂੰ। ਤਾਂ ਕਿ ਅਫਗਾਨਿਸਤਾਨ 2 ਸਟੇਟਾਂ ਦੇ ਵਿੱਚ, ਰਸ਼ੀਆ ਦੇ ਵਿੱਚ ਤੇ ਇੰਡੀਆ ਦੇ ਵਿੱਚ ਕਿਹੜੀ ਸਟੇਟ ਦਾ ਕੰਮ ਕਰ ਲੇ? ਬਫਰ ਸਟੇਟ ਦਾ। ਕਿਹਦੀ ਸਟੇਟ ਦਾ? ਬਫਰ। ਕਿ ਜਦੋਂ ਬਫਰ ਸਟੇਟ ਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਕਈ ਵਾਰੀ ਇੱਕ ਛੋਟਾ ਬੱਚਾ ਮਾਂ ਪਿਓ ਦੇ ਵਿੱਚ ਬਫਰ ਦਾ ਕੰਮ ਕਰਦਾ ਹੁੰਦਾ। ਠੀਕ ਆ, ਮਾਂ ਆ ਕੇ ਇੱਕ ਧਰ ਦਿੰਦੀ ਆ, ਇਹਦਾ ਮਤਲਬ ਕਿ ਉਹ ਫਾਦਰ ਸਾਹਿਬ ਨੂੰ ਕੁਝ ਕਹਿਣਾ ਚਾਹੁੰਦੀ ਆ ਤੇ ਉਹਦੇ ਨਾਲ ਜਾਂ ਫਾਦਰ ਸਾਹਿਬ ਮਦਰ ਨੂੰ ਡਾਇਰੈਕਟ ਕੁਝ ਕਹਿ ਨਹੀਂ ਸਕਦੇ। ਉਹ ਜਵਾਕ ਨੂੰ ਗੁੱਸਾ ਕਰਕੇ ਜਾਂ ਜਵਾਕ ਨੂੰ ਝਿੜਕ ਕੇ ਇੱਕ ਦੂਜੇ ਨੂੰ ਮੈਸੇਜ ਕਨਵੇ ਕਰਦੇ ਹੁੰਦੇ ਕਿ ਤੂੰ ਦੇਖ ਲਾ, ਉਹ ਕਹਿੰਦਾ ਕਿ ਤੂੰ ਦੇਖ ਲਾ। ਸੋ ਉਵੇਂ ਦਾ ਹੀ ਕੁਝ ਟਰੀਟ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਬਫਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਸੋ ਉਹੀ ਕਹਾਣੀ ਇੱਥੇ ਆ ਕਿ ਉਹ ਅਫਗਾਨਿਸਤਾਨ ਨੂੰ ਇੱਕ ਕਿਹਦੇ ਤੌਰ ਤੇ ਦੇਖਣਾ ਚਾਹੁੰਦਾ ਸੀ? ਹੀ ਵਾਂਟਡ ਟੂ ਕ੍ਰੀਏਟ ਅਫਗਾਨਿਸਤਾਨ ਏ ਬ੍ਰਿਟਿਸ਼ ਫਰੈਂਡਲੀ ਬਫਰ ਸਟੇਟ। ਇਸੇ ਕਰਕੇ ਉਹ ਬ੍ਰਿਟਿਸ਼ ਫਰੈਂਡਲੀ ਬਫਰ ਸਟੇਟ ਕਿਵੇਂ ਬਣੂਗਾ? ਕਹਿੰਦਾ ਬ੍ਰਿਟਿਸ਼ ਫਰੈਂਡਲੀ ਬਫਰ ਸਟੇਟ ਐਵੇਂ ਬਣੂਗਾ ਕਿ ਉੱਥੋਂ ਦਾ ਜਿਹੜਾ ਰਾਜਾ ਹੈ ਉਹਨੂੰ ਹਰਾ ਕੇ ਉੱਥੇ ਆਪਣਾ ਚੇਲਾ ਰਾਜਾ ਬਣਾ ਦਈਏ। ਤੇ ਕਿਹਨੂੰ ਰਾਜਾ ਬਣਾਉਣ ਗਿਆ ਸੀ ਉੱਥੇ ਭਲਾ? ਸ਼ਾਹ ਸ਼ੂਜਾ ਨੂੰ, ਜਾਂ ਸੂਜਾ ਸ਼ਾਹ, ਕੁਝ ਵੀ ਕਹਿ ਲਓ। ਤੇ ਕਿਹੜੀ ਟ੍ਰੀਟੀ ਕਰਕੇ ਗਿਆ ਸੀ ਭਲਾ? ਟਰਾਈ ਪਾਰਟੀ ਟ੍ਰੀਟੀ। ਸੋ ਆਹ ਹੈ ਜੀ ਇਹਦੀ ਫਾਰਵਰਡ ਪਾਲਿਸੀ। ਫਾਰਵਰਡ ਪਾਲਿਸੀ ਮਤਲਬ ਅਗਾਂਹ ਵਧੂ ਨੀਤੀ, ਕਿ ਅਸੀਂ ਅੱਗੇ ਦਾ ਸੋਚੀਏ ਕਿ ਕਿਵੇਂ ਕਰਨਾ ਹੈ। ਸੋ ਅੱਗੇ ਪੜ੍ਹਨ ਦੀ ਤਾਂ ਲੋੜ ਹੀ ਨਹੀਂ। ਆ ਜਾਓ, ਫਾਰੂਕ ਸਿਆਰ ਨੇ ਕਿਹੜੇ ਸਾਲ 'ਚ? 1717 'ਚ ਅੰਗਰੇਜ਼ਾਂ ਨੂੰ ਨਜਾਇਜ਼ ਹੱਕ ਦੇਤੇ ਸੀਗੇ। ਕੀ ਦਿੱਤਾ ਸੀ ਭਲਾ? ਇਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਬੰਗਾਲ ਦੇ ਵਿੱਚ ਤੇ ਹੈਦਰਾਬਾਦ 'ਚ ਦਸਤਕ ਫ੍ਰੀ ਚੁੰਗੀਆਂ ਕੱਟਣ ਦੀ ਪਰਮਿਸ਼ਨ ਤੁਹਾਨੂੰ ਦਿੱਤੀ। ਠੀਕ ਆ, ਇੱਥੋਂ ਤੱਕ ਕਿ ਇਹ ਵੀ ਕਹਿਤਾ ਕਿ ਜਿਹੜੇ ਕੋਇਨਸ ਨੇ
ਉਹਦੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ, ਉਹ ਮੁਗਲ ਅੰਪਾਇਰ ਦੇ ਵਿੱਚ ਜਿੱਥੇ ਜਿਹੜੇ ਤੁਹਾਡੇ ਬੰਬੇ ਸਿੱਕੇ ਬਣਦੇ ਆ ਨਾ, ਉਹ ਜਿੱਥੇ ਮੁਗਲ ਸ਼ਾਸਨ ਹੈਗਾ ਹੈ ਉਹਦੇ ਅੰਦਰ ਅੰਦਰ ਤੁਹਾਡੇ ਸਾਰੇ ਸਿੱਕੇ ਵੀ ਚੱਲਣਗੇ। ਇੱਥੋਂ ਤੱਕ ਦੀ ਪਾਵਰ ਕਿਸੇ ਨੂੰ ਦੇ ਦੇਣੀ। ਤੇ ਇੱਥੋਂ ਤੱਕ ਤਾਂ ਹੋਰ ਛੱਡੋ, ਇੱਕ ਤੀਜੀ ਚੀਜ਼ ਹੋਰ ਵੀ ਦਿੱਤੀ ਸੀ ਕਿ ਤੁਸੀਂ ਨਾ ਸੂਰਤ 'ਚ 3000 ਰੁਪਈਆ ਜਮ੍ਹਾਂ ਕਰਾ ਦਿਓ ਸਾਲ ਦਾ, ਫਿਰ ਉੱਥੋਂ ਦੇ ਇੰਟਰਨਲ ਟ੍ਰੇਡ ਤੋਂ ਵੀ ਤੁਹਾਡਾ ਖਹਿੜਾ ਛੁੱਟ ਜਾਊਗਾ। ਇੱਥੋਂ ਤੱਕ ਕਿ 1000 ਰੁਪਈਆ ਕਹਿੰਦਾ ਬੰਗਾਲ 'ਚ ਜਮ੍ਹਾਂ ਕਰਾ ਦਿਓ, ਆ ਜਿਹੜੇ ਰੋਜ਼ ਪੈਸੇ ਪੂਸੇ ਚੁੰਗੀਆਂ ਕਟਾਉਂਦੇ ਉਹ ਵੀ ਖਤਮ ਤੁਹਾਡੀਆਂ, ਜਿਹੜਾ ਰੋਜ਼ ਇੰਪੋਰਟ ਐਕਸਪੋਰਟ ਹਰ ਇੱਕ ਚੀਜ਼ ਤੇ ਟੈਕਸ ਦਿੰਦੇ ਉਹ ਖਤਮ, ਇੱਕੋ ਵਾਰ 1000 ਰੁਪਈਆ ਭਰ ਦਿਓ। ਤਾਂ ਕਿੱਡੇ ਵੱਧ ਸਹੂਲਤਾਂ, ਪਹਿਲੀ ਵੀ ਸਹੀ ਆ, ਦੂਜੀ ਵੀ ਸਹੀ ਆ, ਬਾਕੀ ਤਾਂ ਪੁੱਛਿਆ ਹੀ ਨਹੀਂ। ਤਾਂ ਮੈਂ ਤੁਹਾਨੂੰ ਦੱਸੋ ਕਿੱਡੀ ਵੱਡਾ ਹੱਕ ਆ, ਇਸ ਤੋਂ ਵੱਡਾ ਹੱਕ ਹੋ ਸਕਦਾ ਕਿ ਤੁਹਾਨੂੰ ਕਹਾਂ ਰੋਜ਼ ਦੇ ਯਾਰ 5-5 10-10 ਰੁਪਏ ਜਮ੍ਹਾਂ ਕਰਾਉਂਦੇ ਹੋ, ਇੱਕ ਵਾਰ 1000 ਰੁਪਈਆ ਜਮ੍ਹਾਂ ਕਰਾਓ, ਕਿਤੇ ਕਿਸੇ ਚੀਜ਼ ਤੇ ਟੈਕਸ ਦੇਣ ਦੀ ਲੋੜ ਨਹੀਂ। ਇੱਕ ਫਿਰ ਦੂਜੀ ਗੱਲ, ਤੁਸੀਂ ਆਪਣੀਆਂ ਚੁੰਗੀਆਂ ਲਾ ਸਕਦੇ ਹੋ ਜਿੱਥੇ ਤੁਸੀਂ ਖੁਦ ਟੈਕਸ ਇਕੱਠਾ ਕਰ ਸਕਦੇ ਹੋ 10 ਤੱਕ, ਠੀਕ ਆ। ਹੋਰ ਤਾਂ ਹੋਰ ਛੱਡੋ, ਤੁਹਾਡੇ ਚਲਾਏ ਹੋਏ ਸਿੱਕੇ ਜਿਹੜੇ ਤੁਸੀਂ ਸਿੱਕੇ ਬਣਾਉਂਦੇ ਹੋ, ਵੈਸੇ ਤਾਂ ਤੁਹਾਡੇ ਸਿੱਕੇ ਸਿਰਫ ਤੁਹਾਡੇ ਆਪਣੇ ਕਿਲੇ ਦੇ ਅੰਦਰ ਅੰਦਰ ਹੀ ਚੱਲਦੇ ਆ, ਮੁਗਲ ਦਰਬਾਰ ਦੇ ਕਿਤੇ ਵੀ ਤੁਹਾਡੇ ਸਿੱਕੇ ਵੀ ਚੱਲਣਗੇ। ਇਸ ਤੋਂ ਵੱਡੀ ਪਾਵਰ ਦੱਸ ਕੀ ਹੋ ਸਕਦੀ ਹੈ ਜੀ? ਇਹਦਾ ਮਤਲਬ ਬੋਥ 1 ਐਂਡ 2। ਸੋ ਇਹ ਪਾਵਰ, ਇਹਨੂੰ ਕਿਹਾ ਸੀ ਮੈਗਨਾ ਕਾਰਟਾ ਆਫ ਬ੍ਰਿਟਿਸ਼ ਟ੍ਰੇਡ, ਸਭ ਤੋਂ ਵੱਡਾ ਵਪਾਰ ਦਾ ਮੈਗਨਾ ਕਾਰਟਾ। ਇਹ ਫਾਰੂਕ ਸਿਆਰ ਦੇ ਵੇਲੇ ਇਹਨਾਂ ਨੂੰ ਮਿਲਿਆ ਸੀਗਾ, ਤੇ ਫਾਰੂਕ ਸਿਆਰ ਨੇ ਕਿੰਨਾਂ ਨੂੰ ਨੀਵਾਂ ਦਿਖਾਉਣ ਵਾਸਤੇ ਕਰਿਆ ਸੀ, ਦੱਸਣ ਦੀ ਲੋੜ ਹੀ ਨਹੀਂ। ਇਹ ਦੱਸੋ ਸਬਸਿਡਰੀ ਅਲਾਇੰਸ ਲੈ ਕੇ ਕੌਣ ਆਇਆ ਸੀ? ਇਹ ਮੈਨੂੰ ਲੱਗਦਾ ਸਵਾਲ ਪਹਿਲਾਂ ਵੀ ਆ ਗਿਆ, ਕੌਣ ਲੈ ਕੇ ਆਇਆ ਸੀ? ਵੈਲਸਲੇ। ਤੇ ਇਹਦੇ ਹਿਸਾਬ ਨਾਲ ਪਹਿਲਾ ਸਭ ਤੋਂ ਸ਼ਿਕਾਰ ਕਿਹੜਾ ਸੀਗਾ? ਹੈਦਰਾਬਾਦ। ਦੱਸਣ ਦੀ ਲੋੜ ਤਾਂ ਨਹੀਂ। ਹੈਦਰਾਬਾਦ ਤੋਂ ਬਾਅਦ ਦੂਜਾ ਸ਼ਿਕਾਰ ਅਵਧ 1801 ਚ। ਤੁਸੀਂ ਕਹੋਗੇ ਅਵਧ ਦੇ ਨਾਲ ਤੇ 1765 ਚ ਵੀ ਸੰਧੀ ਹੋਈ ਸੀ, ਉਦੋਂ ਵੀ ਸਬਸਿਡਰੀ ਅਲਾਇੰਸ ਸੀ, ਪਰ ਉਦੋਂ ਸਬਸਿਡਰੀ ਅਲਾਇੰਸ ਸ਼ਬਦ ਹੁੰਦਾ ਥੋੜਾ ਸੀ। ਉਹਨੂੰ ਵੀ ਤਾਂ ਕਿਹਾ ਸੀ ਅੱਧਾ ਰਾਜ ਦੇ ਦੇ, ਤੇਰੇ ਦਰਬਾਰ 'ਚ ਸਾਡੇ ਬੰਦੇ ਬੈਠਣਗੇ। ਕਲਾਈ ਵੀ ਤਾਂ ਐਵੇਂ ਕਰਕੇ ਆਏ ਸੀ ਟ੍ਰੀਟੀ ਆਫ ਅਲਾਹਾਬਾਦ 'ਚ, ਪਰ ਉਦੋਂ ਸਬਸਿਡਰੀ ਅਲਾਇੰਸ ਸ਼ਬਦ ਸੀਗਾ ਹੀ ਨਹੀਂ। 1801 ਚ ਅਵਧ ਦੇ ਰਾਜੇ ਨਾਲ ਫਿਰ ਸਬਸਿਡਰੀ ਅਲਾਇੰਸ ਸਾਈਨ ਹੋਇਆ। ਉਸ ਤੋਂ ਬਾਅਦ ਇਹ ਦੱਸੋਗੇ ਮਰਾਠਿਆਂ ਦੇ ਹੋਲਕਰਸ ਦੇ ਨਾਲ ਸਬਸਿਡਰੀ ਅਲਾਇੰਸ ਹੋਇਆ ਸੀ ਕਿ ਨਹੀਂ? ਹੁਣ ਇੱਕ ਗੱਲ ਸੁਣੋ, ਸਭ ਤੋਂ ਪਹਿਲਾਂ ਕੋਈ ਦੱਸ ਸਕਦਾ ਜਿਹੜੀ ਮਰਾਠਿਆਂ ਦੇ ਨਾਲ ਦੂਜੀ ਲੜਾਈ ਹੋਈ ਆ, ਸੈਕਿੰਡ ਐਂਗਲੋ ਮਰਾਠਾ ਵਾਰ, ਜਿਹੜੀ 1801 ਤੋਂ ਸ਼ੁਰੂ ਹੋਈ ਆ, 1801 2 ਤੋਂ 4 ਤੱਕ ਚੱਲੀ ਹੈ, ਸਭ ਤੋਂ ਪਹਿਲਾਂ ਕਿਹੜਾ ਮਰਾਠਾ ਜਾ ਕੇ ਅੰਗਰੇਜ਼ਾਂ ਦੇ ਨਾਲ ਹੱਥ ਮਿਲਾ ਕੇ ਆਉਂਦਾ ਹੈ? ਬਾਜੀਰਾਓ। ਬਾਜੀਰਾਓ ਟ੍ਰੀਟੀ ਆਫ ਬੈਸੀਨ 'ਚ ਜਾ ਕੇ ਅੰਗਰੇਜ਼ਾਂ ਨੂੰ ਕਹਿੰਦਾ ਮੈਨੂੰ ਆਪਣਾ ਸਬਸਿਡਰੀ ਬਣਾ ਲਓ। ਬਾਕੀ ਦੇ ਮਰਾਠੇ ਉਲਟ ਹੋ ਕੇ ਉਹਦੇ ਖਿਲਾਫ ਲੜ ਲੈਂਦੇ ਆ, ਤੇ ਅੰਗਰੇਜ਼ ਫਿਰ ਇਕੱਲੇ ਇਕੱਲੇ ਮਰਾਠੇ ਨੂੰ ਹਰਾਉਂਦੇ ਆ। ਚਾਰ ਪ੍ਰਜਾਤੀਆਂ ਸੀ, 4 ਕਾਸਟਾਂ ਸੀ ਇਹਨਾਂ ਦੀਆਂ ਜਿਨ੍ਹਾਂ ਨੂੰ ਹਰਾਉਂਦੇ ਆ, ਹੋਲਕਰਸ, ਸਿੰਧਿਆ, ਸਾਰਿਆਂ ਨੂੰ ਸਭ ਨਾਲ ਅੱਡੋ ਅੱਡ ਸੰਧੀ ਕਰਦੇ ਆ ਨਾ। ਜਿਵੇਂ ਉਹਨਾਂ ਨਾਲ ਕਰਦੇ ਸੀ ਆਪਣੇ, ਇੱਕ ਨਾਲ ਸੁਰਜੀ ਦੀ ਸੰਧੀ ਕੀਤੀ ਸੀਗੀ, ਕਿਸੇ ਨਾਲ ਕੋਈ ਕੀਤੀ ਸੀ। ਇਹ ਜਿਹੜੀ ਜਿੰਨੀਆਂ ਵੀ 3-4 ਸੰਧੀਆਂ ਸਾਰੇ ਰਾਜਿਆਂ ਨਾਲ ਅੱਡ ਅੱਡ ਕੀਤੀਆਂ ਸੀ, ਉਹ ਕੀ ਸੀ ਭਲਾ? ਉਹ ਸਬਸਿਡਰੀ ਅਲਾਇੰਸ ਹੀ ਸੀ ਕਿ ਅੱਜ ਤੋਂ ਬਾਅਦ ਤੁਸੀਂ ਹਾਰ ਗਏ, ਆਪਣੀ ਹਾਰ ਸਵੀਕਾਰ ਕਰੋ, ਤੁਹਾਡੇ ਦਰਬਾਰ 'ਚ ਇੱਕ ਸਾਡਾ ਬੰਦਾ ਬੈਠੂਗਾ, ਚਾਹੇ ਹੋਲਕਰਸ ਹੋਣ ਚਾਹੇ ਜਿਹੜੇ ਮਰਜ਼ੀ ਆ। ਜੇ ਪੇਪਰ 'ਚ ਆ ਗਿਆ ਨਾ ਕਿ ਮਰਾਠਿਆਂ 'ਚੋਂ ਸਭ ਤੋਂ ਪਹਿਲਾਂ ਸੰਧੀ ਕਿਹਦੇ ਨਾਲ ਹੋਈ ਆ, ਕੋਈ ਦੱਸ ਸਕਦਾ? ਹੋਲਕਰਸ ਨਾਲ ਹੋਈ ਆ ਕਿ ਸਿੰਧਿਆਸ ਨਾਲ ਹੋਈ ਆ ਕਿ ਪੇਸ਼ਵਾਸ ਨਾਲ ਹੋਈ ਆ ਕਿ ਬੌਂਸਲੇਸ ਨਾਲ ਹੋਈ ਆ? ਪੇਸ਼ਵਾਸ ਨਾਲ। ਕਿਹਨਾਂ ਨਾਲ ਹੋਈ ਆ? ਪੇਸ਼ਵਾਸ ਨਾਲ। ਭਲਾ ਕਿਉਂ? ਬਾਜੀਰਾਓ ਪੇਸ਼ਵਾ ਹੀ ਸੀ, ਸਭ ਤੋਂ ਪਹਿਲਾਂ ਉਹੀ ਤਾਂ ਸੰਧੀ ਕਰਕੇ ਆਇਆ ਸੀ ਬਸੀਨ ਵਾਲੀ, ਸੈਕਿੰਡ ਐਂਗਲੋ ਮਰਾਠਾ ਵਾਰ 'ਚ। ਬਸ ਉੱਥੋਂ ਲੜਾਈ ਛਿੜ ਗਈ, ਫਿਰ ਨਾਲੇ ਫਿਰ ਅੰਗਰੇਜ਼ਾਂ ਨਾਲ ਮਿਲ ਕੇ ਉਹਨੇ ਸਾਰੇ ਹਰਾਏ, ਤੇ ਫਿਰ ਉਸ ਤੋਂ ਬਾਅਦ ਸਮਝ ਆ ਗਈ ਸਾਰੀ ਸਟੋਰੀ। ਤਾਂ ਸੋ ਸਟੋਰੀ ਇਹ ਨਿਕਲ ਕੇ ਆਈ ਆ ਕਿ ਮਰਾਠਿਆਂ ਨਾਲ ਹਾਂਜੀ ਹਾਂਜੀ ਅੱਛਾ, ਬੌਂਸਲੇਸ ਕਿਹੜੇ ਸੀਗੇ? ਹੁਣ ਇੱਕ ਸਵਾਲ ਆ ਕਿ ਬੌਂਸਲੇਸ ਕਿਹੜੇ ਮਰਾਠੇ ਸੀਗੇ? ਤੁਸੀਂ ਇਹ ਦੱਸੋ, ਸਭ ਤੋਂ ਪਹਿਲਾਂ ਪੇਸ਼ਵਾ ਕੌਣ ਸੀ? ਬਾਲਾਜੀ ਵਿਸ਼ਵਾਨਾਥ। ਬਾਲਾਜੀ ਵਿਸ਼ਵਾਨਾਥ ਨੂੰ ਕਿੰਨੇ ਰਾਜਾ ਬਣਾਇਆ ਸੀ? ਸ਼ਾਹੂ ਜੀ ਭੋਂਸਲੇ ਨੇ। ਇਹ ਜਿਹੜੇ ਸ਼ਿਵਾਜੀ ਦੇ ਪਰਿਵਾਰ ਸੀਗਾ, ਇਹ ਭੋਂਸਲੇ ਪਰਿਵਾਰ ਸੀਗਾ। ਇਹ ਕੌਣ ਸੀਗੇ? ਇਹ ਹੌਲੀ ਹੌਲੀ ਪਾਵਰਲੈਸ ਹੋ ਗਏ ਸੀ। ਸ਼ਿਵਾਜੀ ਤੋਂ ਬਾਅਦ ਸਾਂਬਾ ਜੀ, ਸ਼ਾਹੂ ਜੀ, ਸ਼ਿਵਾਜੀ 2, ਇਹ ਸਾਰੇ ਲੋਕ ਜਿਹੜੇ ਸੀਗੇ ਇਹ ਕੌਣ ਸੀਗੇ ਭਲਾ? ਇਹ ਹੌਲੀ ਹੌਲੀ ਬਾਅਦ 'ਚ ਪਾਵਰ ਜਿਹੜੀ ਸੀਗੀ ਉਹ ਸ਼ਿਵਾਜੀ ਦੇ ਪਰਿਵਾਰ ਦੇ ਕੋਲੋਂ ਖੋ ਕੇ ਕਿਹਨਾਂ ਦੇ ਹੱਥ 'ਚ ਆ ਗਈ ਸੀ? ਪੇਸ਼ਵਾਸ ਦੇ ਹੱਥ 'ਚ। ਤੇ ਜਿਹੜਾ ਪੂਨੇ ਦਾ ਇਹ ਪਰਿਵਾਰ ਸੀ ਸ਼ਿਵਾਜੀ ਦਾ, ਉਹ ਭੋਂਸਲੇ ਪਰਿਵਾਰ ਸੀਗਾ। ਹੋਲਕਰਸ ਅੱਡ ਸੀਗੇ, ਜਸਵੰਤਰਾਓ ਹੋਲਕਰ ਹੋਣੀ, ਠੀਕ ਆ। ਸਿੰਧਿਆਸ ਅੱਡ ਸੀ, ਮਹਾਦਜੀ ਸਿੰਧਿਆ ਹੋਣੀ। ਗੋਖਲੇਸ ਅੱਡ ਸੀਗੇ, ਭੋਂਸਲੇਸ ਅੱਡ ਸੀ। ਭੋਂਸਲੇਸ ਤਾਂ ਸੀਗੇ ਸ਼ਿਵਾਜੀ ਦੇ ਪਰਿਵਾਰ ਵਾਲੇ ਸੀਗੇ। ਭੋਂਸਲੇਸ ਪੁਣੇ ਦੇ ਵਿੱਚ ਹੁੰਦੇ ਸੀਗੇ, ਠੀਕ ਆ। ਜਿਹੜੇ ਉਹ ਸੀ ਹੋਲਕਰ ਸੀਗੇ, ਉਹ ਇੰਦੌਰ ਦੇ ਬੜੇ ਮਸ਼ਹੂਰ ਸੀਗੇ। ਹਰ ਇੱਕ ਮਹਾਰਾਸ਼ਟਰਾ, ਗੁਜਰਾਤ ਤੇ ਮੱਧ ਪ੍ਰਦੇਸ਼ ਤੇ ਥੋੜਾ ਜਿਹਾ ਰਾਜਸਥਾਨ, ਇਹ ਸਾਰੇ ਦਾ ਸਾਰਾ ਇਲਾਕਾ ਮਰਾਠਿਆਂ ਦੇ ਕਬਜ਼ੇ ਸੀ। ਵੱਖ ਵੱਖ
ਕਾਸਟਾਂ ਦੇ ਅੰਡਰ ਸੀਗਾ ਇਹ, ਠੀਕ ਆ। ਇਹਨਾਂ ਸਾਰਿਆਂ ਨੂੰ ਸੈਕਿੰਡ ਐਂਗਲੋ ਮਰਾਠਾ ਵਾਰ 'ਚ ਹਰਾ ਕੇ ਸਭ ਨਾਲ ਅੰਗਰੇਜ਼ਾਂ ਨੇ ਟ੍ਰੀਟੀ ਸਾਈਨ ਕੀਤੀ ਆ। ਸੋ ਇਸ ਸਵਾਲ ਦਾ ਜਵਾਬ ਆ 1, 2 ਐਂਡ 3, ਸਾਰਿਆਂ ਨੇ ਵੱਖੋ ਵੱਖਰੇ ਸਮੇਂ 'ਚ ਟ੍ਰੀਟੀ ਕਰੀ ਹੋਈ ਆ। ਬਸ ਇੰਨਾ ਦੱਸ ਦਿਓ, ਇਹ ਜਿਹੜਾ ਕੋਇਨੇਜ ਐਕਟ 1835 ਸੀ ਅੰਗਰੇਜ਼ਾਂ ਦਾ, ਉਹ ਕੀ ਸੀਗਾ? ਇਹ ਮੈਂ ਪੜ੍ਹਾਇਆ ਨਹੀਂ ਹੋਇਆ। ਕਈ ਸਵਾਲ ਜਿਹੜੇ ਬਿਲਕੁਲ ਅਣਪਛਾਣੇ ਆ ਜਾਂਦੇ ਆ ਨਾ, ਉਹਨਾਂ ਦੇ ਵਿੱਚ ਮੇਰੀ ਗੱਲ ਸੁਣੋ। ਤੁਹਾਨੂੰ ਪਤਾ ਇਸ ਵੇਲੇ ਅੰਗਰੇਜ਼ਾਂ ਦਾ ਗਵਰਨਰ ਜਨਰਲ ਇੰਡੀਆ 'ਚ ਸੀ ਵਿਲੀਅਮ ਬੈਂਟਿਕ, 1828 ਤੋਂ ਲੈ ਕੇ 35 ਤੱਕ। ਇਹਦੇ ਵੇਲੇ ਹੀ 1833 ਦਾ ਚਾਰਟਰ ਐਕਟ ਆਇਆ ਸੀ, ਜਿਹਨੇ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਤਾ ਸੀ। ਕਹਿੰਦੇ ਆ ਵਿਲੀਅਮ ਬੈਂਟਿਕ ਬਾਰੇ ਖਾਸ ਗੱਲ ਦੱਸੋ। ਪੇਪਰ 'ਚ ਆਉਂਦਾ ਹੁੰਦਾ ਕਿ ਵਿਲੀਅਮ ਬੈਂਟਿਕ ਵੇਲੇ ਸਾਡੇ ਦੇਸ਼ 'ਚ ਕੋਇਨ ਐਕਟ ਆਇਆ ਸੀਗਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਭਾਰਤ ਦੇ ਵਿੱਚ ਨਾ ਚਾਂਦੀ ਦੇ ਸਿੱਕੇ ਜਿਹੜੇ ਆ, ਉਹ ਜਿਹੜੇ ਇੰਡੀਆ 'ਚ ਰੁਪਈਏ ਚੱਲਦੇ ਰਹੇ ਆ ਚਾਂਦੀ ਦੇ ਸਿੱਕੇ, ਇਹ ਸ਼ੇਰ ਸ਼ਾਹ ਸੂਰੀ ਦੇ ਵੇਲੇ ਤੋਂ ਸ਼ੁਰੂ ਹੋਏ ਆ, ਠੀਕ ਆ। ਉਦੋਂ ਤੋਂ ਸਿੱਕੇ ਚੱਲਣੇ ਸ਼ੁਰੂ ਹੋਇਆ। ਉਸ ਤੋਂ ਵੀ ਪਹਿਲਾਂ ਦਿੱਲੀ ਸਲਤਨਤ ਦੇ ਵੇਲੇ ਦੇ ਬਣ ਗਏ ਸੀ ਚਾਂਦੀ ਦੇ ਸਿੱਕੇ, ਪਰ ਜਿਹੜੇ ਚਾਂਦੀ ਦੇ ਸਿੱਕੇ ਸ਼ੇਰ ਸ਼ਾਹ ਸੂਰੀ ਨੇ ਚਲਾਏ ਆ, ਉਹ ਉਦੋਂ ਦੇ ਚੱਲੇ ਆ ਰੁਪਈਏ। ਤੇ ਕਦੋਂ ਤੱਕ ਚੱਲਦੇ ਰਹੇ ਆ? 1835 ਤੱਕ, ਜਦੋਂ ਤੱਕ ਅੰਗਰੇਜ਼ਾਂ ਨੇ ਇਹ ਐਕਟ ਬਣਾ ਕੇ ਇਹਨੂੰ ਬੰਦ ਨਹੀਂ ਕੀਤਾ। ਇਸ ਤੋਂ ਬਾਅਦ ਅੰਗਰੇਜ਼ਾਂ ਦੇ ਚਲਾਏ ਹੋਏ ਸਿੱਕੇ ਚੱਲੇ ਆ। ਤੇ ਅੰਗਰੇਜ਼ ਕਿੰਗ ਜਾਰਜ 4 ਨਾਮ ਦਾ ਇੱਕ ਅੰਗਰੇਜ਼ ਸੀਗਾ, ਠੀਕ ਹੈ, ਕਿੰਗ ਜਾਰਜ 4, ਮੈਂ ਸਹੀ ਆ, ਸ਼ਾਇਦ ਕੋਈ ਗੜਬੜ ਵੀ ਹੋ ਸਕਦੀ, ਵੈਸੇ ਮੈਂ ਆਲਮੋਸਟ ਸਹੀ ਹੋਊਗਾ ਇੱਥੇ। ਉਹਦੀ ਫੋਟੋ ਦੇ ਨਾਲ ਅੰਗਰੇਜ਼ਾਂ ਨੇ 1835 'ਚ ਚਾਂਦੀ ਦੇ ਸਿੱਕੇ ਸ਼ੁਰੂ ਕੀਤੇ ਆ, ਠੀਕ ਆ। ਤੇ ਪੇਪਰ ਐਕਟ 'ਚ ਬਕਾਇਦਾ ਲਿਖਿਆ ਕਿ ਚਾਂਦੀ ਦੇ ਸਿੱਕੇ ਸ਼ੁਰੂ ਕੀਤੇ ਜਾਣਗੇ। ਤੇ ਇਹ ਵੀ ਕਿਹਾ ਗਿਆ ਇਹਦੇ 'ਚ ਕਿ ਜਿਹੜੇ ਇਸੇ ਸ਼ਕਲ ਦੇ ਤੇ ਇਸੇ ਭਾਰ ਦੇ 골ਡ ਦੇ ਸਿੱਕੇ ਆ, ਠੀਕ ਆ, ਉਹਨਾਂ ਨੂੰ ਵੀ ਮਾਨਤਾ ਦਿੱਤੀ ਜਾਂਦੀ ਆ। ਪਰ ਇਹ ਐਕਟ ਜਿਹੜਾ ਸੀਗਾ ਬਕਾਇਦਾ ਭਾਰਤ 'ਚ ਕਿਹੜੇ ਇੱਕ ਸਿੱਕਿਆਂ ਨੂੰ ਲੀਗਲ ਕਰੰਸੀ ਮੰਨਦਾ ਸੀਗਾ? ਚਾਂਦੀ ਦੇ ਸਿੱਕਿਆਂ ਨੂੰ। ਤੁਸੀਂ ਕਹੋਗੇ ਲੀਗਲ ਕਰੰਸੀ ਕੀ ਹੁੰਦੀ ਆ? ਜਿਹੜੀ ਕਰੰਸੀ ਨੌਨ ਲੀਗਲ ਹੋਵੇ ਨਾ, ਉਹ ਇਲੀਗਲ ਨਹੀਂ ਹੁੰਦੀ। ਉਹਨੂੰ ਬਸ ਇਹ ਆ, ਮੰਨ ਲਓ ਮੇਰੇ ਕੋਲ ਇੱਕ ਚਾਂਦੀ ਦਾ ਸਿੱਕਾ, ਮੇਰੇ ਕੋਲ ਇੱਕ 100 ਦਾ ਨੋਟ ਆ, ਇੱਕ 500 ਦਾ ਨੋਟ ਆ। 500 ਦਾ ਨੋਟ ਪੁਰਾਣਾ ਹੈ, ਰਾਤ ਦੇ 8 ਵਜੇ ਆ, ਠੀਕ ਆ, 8 ਨਵੰਬਰ ਆ ਤੇ 2016 ਹੈ। ਕੀ ਹੋਇਆ ਸੀ ਉਸ ਦਿਨ? ਡੀਮੋਨੇਟਾਈਜੇਸ਼ਨ। 9 ਤਰੀਕ ਨੂੰ ਸਵੇਰੇ ਮੈਂ ਚਲੇ ਗਿਆ ਕਿ ਚਲੋ ਚਾਹ ਪੀਂਦੇ ਆ ਜਾ ਕੇ ਗੋਪਾਲ ਵਾਲਿਆਂ ਦੇ। ਉਹਨਾਂ ਨੂੰ ਜਾ ਕੇ 500 ਦਾ ਨੋਟ ਦਿੱਤਾ ਤਾਂ ਉਹਨਾਂ ਨੇ ਕੀ ਮੈਨੂੰ ਕਹਿ ਦੇਣਗੇ ਕਿ ਤੇਰੇ ਕੋਲ ਆ ਇਲੀਗਲ ਨੋਟ ਆ, ਕਿ ਤੈਨੂੰ ਜੇਲ੍ਹ ਹੋਊਗੀ? ਨਹੀਂ ਕਹਿ ਸਕਦੇ, ਕਿਉਂਕਿ ਉਹ 500 ਦਾ ਨੋਟ ਇਲੀਗਲ ਕਰੰਸੀ ਨਹੀਂਗਾ। ਉਹ ਕਿਹੜੀ ਕਰੰਸੀ ਆ? ਨੌਨ ਲੀਗਲ। ਕੀ ਮੈਂ ਕੋਈ ਹੋਰ ਐਗਜ਼ਾਮਪਲ ਦੇ ਸਕਦਾ ਨੌਨ ਲੀਗਲ ਕਰੰਸੀ ਦੀ? ਭਾਰਤ 'ਚ ਟੈਂਡਰ ਕਿਹੜੇ ਹੋ ਸਕਦੇ ਆ? ਚੈੱਕ। ਮੈਂ ਕਿਸੇ ਕੋਲ ਚਾਹ ਪੀਣਾ ਰੇਹੜੀ ਵਾਲੇ ਕੋਲ, ਮੈਂ ਕਹਿ ਸਕਦਾ ਕਿ ਆਹ 20 ਰੁਪਏ ਦਾ ਚੈੱਕ ਲੈ ਲਾ? ਨਹੀਂ। ਹੋਵੇ ਲੀਗਲ, ਉਹ ਚੀਜ਼ ਲੀਗਲ ਹੋਵੇ ਪਰ ਅਗਲਾ ਲੈਣ ਤੋਂ ਨਾ ਕਰ ਸਕਦਾ ਹੋਵੇ, ਉਹਨੂੰ ਕਹਿੰਦੇ ਆ ਨੌਨ ਲੀਗਲ। ਚੀਜ਼ ਜਾਲੀ ਹੋਵੇ, ਉਹਨੂੰ ਕਹਿੰਦੇ ਇਲੀਗਲ। ਚੀਜ਼ ਓਰੀਜਨਲ ਹੋਵੇ ਤੇ ਅਗਲਾ ਉਹਨੂੰ ਲੈਣ ਤੋਂ ਡਿਨਾਈ ਨਾ ਕਰ ਸਕਦਾ ਹੋਵੇ, ਉਹਨੂੰ ਕਹਿੰਦੇ ਆ ਲੀਗਲ ਟੈਂਡਰ। ਤਾਂ ਚਾਂਦੀ ਦੇ ਸਿੱਕੇ ਤਾਂ ਲੀਗਲ ਸੀ, ਸੋਨੇ ਦੇ ਸਿੱਕੇ ਜਿਹੜੇ ਸੀ ਉਸੇ ਸਾਈਜ਼ ਦੇ ਉਸੇ ਸ਼ੇਪ ਦੇ, ਬਸ ਫਰਕ ਇਹ ਸੀ ਕਿ ਉਹ ਚਾਂਦੀ ਦੇ ਸਿੱਕੇ ਤੋਂ 18 ਗੁਣਾ ਵੈਲਿਊ ਦੇ ਸੀਗੇ। ਉਹਨਾਂ ਦੇ ਬਣਨ ਤੇ ਕੋਈ ਰੋਕ ਨਹੀਂ ਸੀ, ਪਰ ਇਹ ਕਿਹਾ ਗਿਆ ਸੀ ਕਿ ਲੀਗਲ ਟੈਂਡਰ ਨਹੀਂ, ਅਗਲਾ ਬੰਦਾ ਲੈਣ ਤੋਂ ਡਿਨਾਈ ਕਰ ਸਕਦਾ। ਕੀ ਪਤਾ ਉਹਦੇ ਕੋਲ ਐਡਾ ਭਾਰਾ ਸਿੱਕਾ ਹੀ ਨਾ ਹੋਵੇ, ਉਹ 18 ਗੁਣਾ ਵਧੀਆ ਹੈ, ਉਹਦੇ ਬਰਾਬਰ ਦੇ ਕੀ ਪਤਾ ਉਹਦੇ ਕੋਲ ਦੇਣ ਲਈ 18 ਚਾਂਦੀ ਦੇ ਸਿੱਕੇ ਨਾ ਹੀ ਹੁਣ, ਫਿਰ ਕੀ ਕਰੋਗੇ? ਇਸ ਕਰਕੇ ਉਹਨੂੰ ਦੇਣ ਤੋਂ ਲੈਣ ਤੋਂ ਉਹ ਨਾ ਕਰ ਸਕਦਾ ਹੈ, ਉਹ ਲੀਗਲ ਟੈਂਡਰ ਨਹੀਂ ਹੋਣਗੇ। ਕੋਇਨੇਜ ਐਕਟ ਨੇ ਇੱਕੋ ਚੀਜ਼ ਨੂੰ ਲੀਗਲ ਟੈਂਡਰ ਬਣਾਇਆ ਸੀ, ਕਿਹਨੂੰ ਭਲਾ? ਚਾਂਦੀ ਦੇ ਸਿੱਕਿਆਂ ਨੂੰ। ਤੇ ਉਹਨੂੰ ਕੀ ਨਾਮ ਦਿੱਤਾ ਸੀ? ਰੁਪਈਆ। 180 ਗ੍ਰਾਮ ਦਾ ਸਿੱਕਾ ਸੀਗਾ ਇਹ, ਠੀਕ ਆ, ਚਾਂਦੀ ਦਾ। ਉਸੇ ਭਾਰ ਦੇ 골ਡ ਦੇ ਸਿੱਕਿਆਂ ਨੂੰ ਮਿਨਟ ਕਰਨ ਤੋਂ ਪ੍ਰੋਹਿਬਿਟ ਨਹੀਂ ਕੀਤਾ ਗਿਆ, ਇਹ ਵੀ ਗੱਲ ਸਹੀ ਆ। ਤੇ ਅਸਲੀ ਲੀਗਲ ਟੈਂਡਰ ਚਾਂਦੀ ਦੇ ਸਿੱਕੇ ਨੂੰ ਬਣਾਇਆ ਗਿਆ। ਤੇ ਇੱਕ ਗੱਲ ਹੋਰ, ਇਹਦੇ 'ਚ ਕਿਸੇ ਤਰੀਕੇ ਨਾਲ ਭਾਰਤ 'ਚ ਕਰੰਸੀ ਨੂੰ ਇਸ਼ੂ ਕਰਨ ਦਾ ਕੋਈ ਹੱਕ ਨਹੀਂ ਦਿੱਤਾ ਗਿਆ ਅੰਗਰੇਜ਼ ਸਰਕਾਰ ਨੂੰ। ਕਰੰਸੀ ਦਾ, ਕਾਗਜ਼ ਦੀ ਪੇਪਰ ਕਰੰਸੀ ਦਾ ਕੋਈ ਜ਼ਿਕਰ ਨਹੀਂ ਸੀ, ਕਰੰਸੀ ਨੋਟਸ ਦਾ, ਠੀਕ ਆ। ਤੇ ਇੱਕ ਗੱਲ ਹੋਰ, ਉਹ ਜਿਹੜਾ ਸਿਲਵਰ ਦੀ ਸਿੱਕੇ ਦੀ ਵੈਲਿਊ ਸੀ, ਉਹ ਅੰਗਰੇਜ਼ੀ ਤੇ ਫਾਰਸੀ ਦੋਵਾਂ ਭਾਸ਼ਾ 'ਚ ਲਿਖੀ ਗਈ ਸੀ। ਸੋ ਉਹਨਾਂ ਨੇ ਪੁੱਛਿਆ ਕਿਹੜੀ ਗੱਲ ਗਲਤ ਆ? ਤੀਸਰੀ ਗੱਲ ਗਲਤ ਆ। ਮੈਂ ਇੱਕ ਬਹਾਨੇ ਨਾਲ ਕੋਇਨੇਜ ਐਕਟ ਸਾਰਾ ਪੜ੍ਹਾਤਾ ਤੁਹਾਨੂੰ। ਕੋਇਨੇਜ ਐਕਟ 'ਚ 4 ਹੀ ਗੱਲਾਂ ਸੀ ਕਿ ਚਾਂਦੀ ਦੇ ਸਿੱਕਿਆਂ ਬਾਰੇ ਕੀ ਕਹਿੰਦਾ ਹੈ ਕੋਇਨੇਜ ਐਕਟ, 골ਡ ਦੇ ਸਿੱਕਿਆਂ ਬਾਰੇ ਕੀ ਕਹਿੰਦਾ ਹੈ, ਪੇਪਰ ਕਰੰਸੀ ਬਾਰੇ ਕੀ ਕਹਿੰਦਾ ਹੈ, ਤੇ ਸਿੱਕਿਆਂ ਦੇ ਬਸ 3 ਚੀਜ਼ਾਂ, ਤਿੰਨਾਂ ਬਾਰੇ 4 ਗੱਲਾਂ ਸੀ ਡਿਸਕਸ ਕਰਤੀਆਂ। ਕਹਿੰਦਾ ਇਹ ਦੱਸੋ ਆਹ 4 ਘਟਨਾਵਾਂ 'ਚੋਂ ਸਭ ਤੋਂ ਪਹਿਲੀ ਘਟਨਾ ਕਿਹੜੀ ਹੋਈ ਆ? ਹਾਂਜੀ, ਸਭ ਤੋਂ ਪਹਿਲੀ ਗੱਲ, ਈਸਟ ਇੰਡੀਆ ਕੰਪਨੀ ਨੂੰ ਗੋਲਡਨ ਫਰਮਾਨ ਮਿਲਿਆ ਸੁਲਤਾਨ ਆਫ ਗੋਲਕੁੰਡਾ। ਦੇਖੋ ਗੋਲਕੁੰਡਾ ਹੈ ਉੜੀਸਾ ਵਾਲੇ ਪਾਸੇ। ਉੜੀਸਾ ਵਾਲੇ ਪਾਸੇ ਅੰਗਰੇਜ਼ਾਂ ਨੂੰ ਫਰਮਾਨ ਪਤਾ ਕਦੋਂ ਮਿਲਿਆ? ਜਦੋਂ ਇਹ ਉੜੀਸਾ ਵਾਲੇ ਪਾਸੇ ਚਾਂਦੀ ਨਗਰ ਫੈਕਟਰੀ ਲਾਉਣ ਗਏ ਆ।
ਚਾਂਦੀ ਉੱਥੇ ਪਤਾ ਨਾ ਇਹ ਗੱਲ ਚਾਂਦੀਪੁਰ ਸੌਰੀ ਚਾਂਦੀਪੁਰ 'ਚ ਫੈਕਟਰੀ ਲਾਉਣ ਗਏ ਆ। ਉਹ ਚਾਂਦੀਪੁਰ ਸੀ ਕਿਹੜਾ ਸੀ ਉੜੀਸਾ? ਚੰਦਨ ਨਗਰ ਨਹੀਂ ਯਾਰ, ਉੜੀਸਾ ਤੋਂ ਬੜੀ ਫੇਮਸ ਜਗ੍ਹਾ ਹੈ ਜਿੱਥੇ ਆਪਣਾ ਉਹ ਆ ਅਬਦੁਲ ਕਲਾਮ ਆਈਲੈਂਡ, ਵੀਲਰ ਆਈਲੈਂਡ ਆ ਜਿੱਥੇ, ਬੜਾ ਮਸ਼ਹੂਰ ਜੀ ਜਗ੍ਹਾ ਹੈ। ਮੇਰੇ ਦਿਮਾਗ 'ਚ ਚੰਦਨ ਨਗਰ ਹੀ ਹੈ। ਨਹੀਂ ਮੇਰੇ ਦਿਮਾਗ ਨਹੀਂ ਉਹ 'ਚ ਆਪਣਾ ਜਿੱਥੇ ਵੀਲਰ ਆਈਲੈਂਡ ਆ, ਦੇਖਿਓ ਵੀਲਰ ਆਈਲੈਂਡ ਡਿਸਟ੍ਰਿਕਟ ਦੇਖਿਓ ਕਿਹੜਾ ਹੈ? ਵੀਲਰ ਆਈਲੈਂਡ ਉੜੀਸਾ ਡਿਸਟ੍ਰਿਕਟ, ਮੇਰੇ ਦਿਮਾਗ 'ਚੋਂ ਸਕਿਪ ਹੋ ਗਿਆ। ਉੜੀਸਾ ਇੰਡੀਆ 'ਚ ਅੰਗਰੇਜ਼ਾਂ ਨੇ ਈਸਟ ਵਾਲੇ ਪਾਸੇ ਆਪਣੀ ਪਹਿਲੀ ਫੈਕਟਰੀ ਉੱਥੇ ਹੀ ਲਾਈ ਆ 1632 ਦੇ ਅਰਾਊਂਡ। ਤਾਂ ਪੇਪਰ 'ਚ ਇਹ ਆ ਸਕਦਾ ਹੈ ਕਿ ਈਸਟ ਇੰਡੀਆ ਕੰਪਨੀ ਦੀ ਪਹਿਲੀ ਫੈਕਟਰੀ ਈਸਟ ਦੇ ਵਿੱਚ ਉੜੀਸਾ 'ਚ ਲੱਗੀ ਆ। ਵੀਲਰ ਆਈਲੈਂਡ ਡਿਸਟ੍ਰਿਕਟ ਕਿਹੜਾ ਵੀਲਰ ਆਈਲੈਂਡ ਵਾਲਾ? ਹਾਂਜੀ ਬੱਚੇ ਇੱਕ ਗੱਲ ਹੋਰ, ਉੜੀਸਾ 'ਚ ਪਹਿਲੀ ਈਸਟ ਵਾਲੇ ਪਾਸੇ ਜਿਹੜੀ ਪਹਿਲੀ ਫੈਕਟਰੀ ਉਹ ਕਿੱਥੇ ਲੱਗੀ ਆ? ਉੜੀਸਾ 'ਚ। ਠੀਕ ਆ। ਹਾਂ ਦੂਜੀ ਗੱਲ, ਉਹ ਥੋਮਸ ਰਾਏ ਕਦੋਂ ਆਇਆ ਸੀ ਦਰਬਾਰ 'ਚ? 1616 'ਚ। ਦੱਸਿਆ ਵੀ ਸੀ ਇਹ ਬਈ ਈਸਟ ਇੰਡੀਆ ਕੰਪਨੀ ਨੇ ਪਹਿਲੀ ਫੈਕਟਰੀ ਸੂਰਤ 'ਚ ਕਦੋਂ ਲਾਈ ਆ? 1615 'ਚ। ਠੀਕ ਆ। ਇਹਨਾਂ ਨੇ ਸਾਊਥ 'ਚ ਆਪਣੀ ਪਹਿਲੀ ਫੈਕਟਰੀ ਮਸੂਲੀਪਤਨਮ 'ਚ ਕਦੋਂ ਲਾਈ ਆ? ਲੇਟ ਹੀ ਲਾਈ ਆ, 1617 ਕੇ 18 'ਚ ਲਾਈ ਆ। ਬੱਚੇ ਪਤਾ ਲੱਗਾ ਉੜੀਸਾ ਦਾ ਕਿਹੜਾ? ਵੀਲਰ ਆਈਲੈਂਡ। ਚਾਂਦੀਪੁਰ। ਠੀਕ ਆ। ਪਹਿਲੀ ਫੈਕਟਰੀ ਲੱਗੀ ਸੀ ਚਾਂਦੀਪੁਰ 'ਚ, ਚਾਂਦੀ ਨਗਰ ਨੀਗਾ, ਚਾਂਦੀਪੁਰ। ਪੇਪਰ 'ਚ ਬਲਾਸੌਰ ਡਿਸਟ੍ਰਿਕਟ ਦਾ ਨਾਮ ਆ ਬਲਾਸੌਰ, ਹੁਣ ਫਾਈਨਲ ਹੋ ਗਿਆ। ਹਾਂ ਕਹਿੰਦੇ ਈਸਟ 'ਚ ਇਹਨਾਂ ਦੀ ਪਹਿਲੀ ਫੈਕਟਰੀ ਲੱਗੀ ਆ। ਪੇਪਰ 'ਚ ਆ ਸਾਊਥ ਇੰਡੀਆ 'ਚ ਇਹਨਾਂ ਦੀ ਪਹਿਲੀ ਫੈਕਟਰੀ ਕਿੱਥੇ ਲੱਗੀ ਆ? ਮਸੂਲੀਪਤਨਮ 1617 ਦੇ ਵਿੱਚ, 17 ਜਾਂ 18 'ਚ ਇਹਦੇ ਅਰਾਊਂਡ ਲੱਗੀ ਆ। ਤੇ ਯਾਦ ਕਰ ਲਿਓ ਮਸੂਲੀਪਤਨਮ ਵਾਲੀ ਫੈਕਟਰੀ ਜਿਹੜੀ ਆ ਉਹ ਦੂਜੇ ਨੰਬਰ ਤੇ ਲੱਗੀ ਆ। ਪਹਿਲੇ ਨੰਬਰ ਤੇ ਫੈਕਟਰੀ ਇਹਨਾਂ ਦੀ ਵੈਸਟ 'ਚ ਲੱਗੀ ਆ ਸੂਰਤ 'ਚ 1615 'ਚ। ਦੂਜੇ ਨੰਬਰ ਤੇ 1617 18 'ਚ ਮਸੂਲੀਪਤਨਮ। ਈਸਟ ਵਾਲੇ ਪਾਸੇ ਜਿਹੜੀ ਪਹਿਲੀ ਫੈਕਟਰੀ ਲੱਗੀ ਆ ਉਹ ਲੱਗੀ ਆ ਬਲਾਸੌਰ ਡਿਸਟ੍ਰਿਕਟ 'ਚ ਉੜੀਸਾ ਦੇ ਵਿੱਚ। ਠੀਕ ਆ। ਚਾਂਦੀਪੁਰ ਦੇ ਵਿੱਚ, ਚਾਂਦੀਪੁਰ ਦੇ ਨੇੜੇ ਹੀ ਸੀਗੀ। ਬਲਾਸੌਰ ਜ਼ਿਲ੍ਹੇ ਦਾ ਨਾਮ ਆ, ਉੜੀਸਾ ਦਾ ਜ਼ਿਲ੍ਹਾ ਹੈ। ਇਹ ਲੱਗੀ ਆ 1632 ਜਾਂ 33 ਦੇ ਅਰਾਊਂਡ ਜਾ ਕੇ। ਫਿਰ ਇਹਨਾਂ ਨੇ ਮਦਰਾਸ ਬਣਾਇਆ 1639 'ਚ। ਕਦੋਂ ਬਣਾਇਆ? 1639 'ਚ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਇਹਨਾਂ ਨੂੰ 1668 ਦੇ ਵਿੱਚ ਬੰਬੇ ਮਿਲ ਗਿਆ ਸੀਗਾ। ਬੰਬੇ ਇਹਨਾਂ ਦੇ ਰਾਜੇ ਨੂੰ ਦਾਸ 'ਚ ਮਿਲਿਆ ਸੀ ਪੁਰਤਗਾਲ ਵੱਲੋਂ। ਪੂਰੀ ਸਟੋਰੀ ਮੈਂ ਸੁਣਾਈ ਹੋਈ ਆ, ਹੁਣ ਮੈਂ ਸਟੋਰੀ ਨਹੀਂ ਸੁਣਾ ਸਕਦਾ। ਸੋ ਪੇਪਰ 'ਚ ਆ ਸਕਦਾ ਇਹਨਾਂ ਦੀ ਪਹਿਲੀ ਫੈਕਟਰੀ ਸੂਰਤ ਵਾਲੀ, ਪਹਿਲੀ ਸਾਊਥ 'ਚ ਫੈਕਟਰੀ। ਪਲੀਜ਼ ਬੱਚੇ, ਪਹਿਲੀ ਸਾਊਥ 'ਚ ਫੈਕਟਰੀ ਮਸੂਲੀਪਤਨਮ, ਪਹਿਲੀ ਈਸਟ 'ਚ ਫੈਕਟਰੀ ਬਲਾਸੌਰ ਉੜੀਸਾ ਵਾਲੀ। ਸੋ ਇੱਕ ਘਟਨਾ 1632 ਦੀ ਹੋ ਗਈ ਆ। ਜਿਹੜਾ ਉਹ ਸੀਗਾ ਆਪਣਾ ਥੋਮਸ ਰੋਏ, ਉਹ ਇੰਡੀਆ ਆਇਆ 1616 'ਚ। ਈਸਟ ਇੰਡੀਆ ਦੀ ਪਹਿਲੀ ਸੂਰਤ 'ਚ ਫੈਕਟਰੀ ਲੱਗਦੀ ਆ 1615 'ਚ। ਸਾਊਥ ਇੰਡੀਆ 'ਚ ਪਹਿਲੀ ਫੈਕਟਰੀ ਲੱਗਦੀ ਆ 1618 'ਚ। ਤਾਂ ਕਰਨੋਲਜੀ ਦੇ ਹਿਸਾਬ ਨਾਲ ਦੇਖੀਏ ਤਾਂ ਸਭ ਤੋਂ ਪਹਿਲੀ ਘਟਨਾ ਕਿਹੜੀ ਹੋਈ ਭਲਾ? ਸੂਰਤ ਵਾਲੀ। ਆ ਦੱਸੋ, ਸਮਝ ਆ ਗਈ? ਨੈਕਸਟ ਅੱਗੇ ਆ ਜਾਓ, 28ਵਾਂ ਸਵਾਲ। ਆ ਲਓ ਜੀ, 1 ਮਿੰਟ 'ਚ ਇਹਦਾ ਸਵਾਲ ਦਾ, ਹੁਣ ਕਿਉਂਕਿ ਅਗਲੇ ਸਵਾਲ ਬਹੁਤ ਆਸਾਨ ਆ ਆਪਣੇ। ਠੀਕ ਆ। ਇਸ ਸਵਾਲ ਦਾ ਦੱਸੋ ਬਈ ਪਹਿਲੀ ਐਂਗਲੋ ਮੈਸੂਰ ਵਾਰ ਓਏ ਹੈਦਰ ਅਲੀ ਜਿੱਤਿਆ ਸੀ ਜਾਂ ਹਾਰਿਆ ਸੀ? ਜਿੱਤਿਆ ਸੀ, ਟ੍ਰੀਟੀ ਆਫ ਮਦਰਾਸ। ਸਹੀ ਆ। ਦੂਜੀ ਐਂਗਲੋ ਮੈਸੂਰ ਵਾਰ, ਪਹਿਲਾਂ ਹੈਦਰ ਅਲੀ ਲੜਿਆ, ਕੈਂਸਰ ਤੋਂ ਬਾਅਦ ਉਹਦੀ ਡੈਥ ਹੋ ਗਈ, ਤੇ ਬਾਅਦ 'ਚ ਦੂਜਾ ਲੜਿਆ ਤੇ ਮੈਂਗਲੌਰ ਦੇ ਨਾਲ ਲੜਾਈ ਖਤਮ ਹੋ ਗਈ, ਦੋਵਾਂ ਦਾ ਬਰਾਬਰ। ਤੀਜੀ ਐਂਗਲੋ ਮੈਸੂਰ ਵਾਰ 1792, ਉਹਨੂੰ ਟੀਪੂ ਸੁਲਤਾਨ ਨੂੰ ਆਪਣੇ 2 ਮੁੰਡੇ ਦੇਣੇ ਪੈ ਗਏ ਤੇ ਕਿੱਥੇ ਹੋਈ ਸੀ? ਸ਼੍ਰੀ ਰੰਗਾਪਟਨਮ। ਆ ਗੱਲ ਦੱਸੋ, ਸਹੀ ਸਮਝ ਆ ਗਈ ਚੀਜ਼? ਠੀਕ ਆ। ਤਾਂ ਸੋ ਇਹਦਾ ਕਿਹੜਾ ਆਪਸ਼ਨ ਸਹੀ ਹੋਇਆ ਆਪਣੇ ਕੋਲ? ਤਿੰਨੇ ਆਪਸ਼ਨ। ਕਹਿੰਦੇ ਡਾਕਟਰਾਈਨ ਆਫ ਲੈਪਸ ਕਿੱਥੇ ਲੱਗੀ ਇਹਨਾਂ 'ਚੋਂ? ਡਾਕਟਰਾਈਨ ਆਫ ਲੈਪਸ ਨਾਲ ਸਭ ਤੋਂ ਪਹਿਲਾਂ ਕਿਹੜਾ ਇਲਾਕਾ ਖੋਇਆ ਸੀਗਾ ਡਲਹੌਜ਼ੀ ਨੇ? 1848 'ਚ ਜਿਹੜੇ ਸਾਲ ਆਇਆ ਸੀਗਾ। ਵੈਸੇ ਇੱਕ ਗੱਲ ਦੱਸੋਗੇ, ਉਹਨੇ ਡਾਕਟਰਾਈਨ ਆਫ ਲੈਪਸ ਲਾਉਣ ਲੱਗੇ ਕਿਹੜੇ ਇੰਡੀਆ ਦੇ ਰਾਜੇ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਨੇ ਵੀ ਲਾਈ ਸੀ? ਅਸੀਂ ਤਾਂ ਲਾਈ ਹੈ ਮਹਾਰਾਜਾ ਰਣਜੀਤ ਸਿੰਘ ਦੀ, ਕਿਉਂਕਿ ਇਹਨੇ ਮਿਸਲਾਂ ਤੇ ਲਾਈ ਸੀ ਡਾਕਟਰਾਈਨ ਆਫ ਲੈਪਸ। ਕਹਿੰਦੇ ਸਭ ਤੋਂ ਪਹਿਲਾਂ ਆਪਣਾ 17, ਫਿਰ ਉਸ ਤੋਂ ਬਾਅਦ ਉਦੈਪੁਰ, ਸੰਬਲਪੁਰ, ਨਾਗਪੁਰ, ਤੇ ਸਭ ਤੋਂ ਲਾਸਟ 'ਚ ਕਿਹੜੀ ਐਕਵਾਇਰ ਹੋਈ ਸੀ? ਝਾਂਸੀ 1854 'ਚ ਐਕਵਾਇਰ ਹੋਈ ਸੀਗੀ। ਠੀਕ ਆ। ਜਿਹੜੇ ਸਾਲੇ ਮਤਲਬ ਜਿੱਥੋਂ ਬਾਅਦ ਇਹ ਰੌਲਾ ਪਿਆ ਡਾਕਟਰਾਈਨ ਆਫ ਲੈਪਸ ਤੋਂ ਬਾਅਦ ਨਾ, ਇਹ ਰਾਜੇ ਬਹੁਤ ਨਾਰਾਜ਼ ਹੋ ਗਏ। ਤੇ ਮੈਂ ਤੁਹਾਡੇ ਲਈ ਜਾਣਕਾਰੀ ਲਈ ਦੱਸਦਾ, ਉਦੈਪੁਰ ਦਾ ਜਿਹੜਾ ਰਾਜਾ ਸੀਗਾ ਉਹਨੇ ਬਾਅਦ 'ਚ ਸਾਬਤ ਕਰਤਾ ਸੀ
कि मेरे मुंडे नूं तुसीं धक्के नाल, उदयपुर ते एक भगत सीगा, भगत दा राजा, उथों दे राजे ने कहा सी कि तुसीं धक्के नाल कह रहे हो कि मेरी औलाद नहीं गी, जिहड़ा अगले मुंडा है ये मेरी असली औलाद आ। फिर उन्हें डॉकूमेंट पेश किए, गवाह पेश किए, तो फिर उस तो बाद उहदा राज भाग उहनूं मोड़ भी दिता सीगा। ठीक है, पर जे मैं गल करां ये सारी दियां सारियां टैरेटरीज जिहड़ियां ने ये डॉक्ट्राइन ऑफ लैप्स, हड़ दी नीति, पंजाबी च इहनूं कहंदे हड़प्पण दी नीति, हड़प्पण दी नीति के तहत किन्ने हड़प्पीਆਂ है? डलहौजी ने, क्योंकि डॉक्ट्राइन ऑफ लैप्स लैके ही वो आया। तो मैं तुहानूं जदों स्ट्रगल फॉर सुपरमैसी, ब्रिटिश सुपरमैसी पढ़ाया है, ਉਹਦੇ 'ਚ मैं तुहानूं ये पढ़ाई हुई है गल डॉक्ट्राइन ऑफ लैप्स ते सबसिडरी अलायंस। आ जाओ अगे, कहंदे ब्लैक होल ट्रैजडी। चलो मैं इदां करदा, जे मैं इनू कट के एक वर्ड लिखां, ट्रीटी ऑफ अलीनगर, अलीनगर की संधि, ਇਹਦਾ समझौता ਕਿਹੜੀ लड़ाई नाल आ? पलासी की लड़ाई नाल, क्योंकि जो मैं पलासी की लड़ाई पढ़ाई है ना, ध्यान नाल देखियो, दो घटनावां होईयां सी, एक अलीनगर की संधि ते एक ब्लैक होल ट्रैजडी। ठीक है, ये दो घटना जिहड़ियां सी उन्हें उकसाया सी अंग्रेज़ां नूं किहड़ी लड़ाई लड़न वास्ते? पलासी की लड़ाई। ते पलासी की लड़ाई किहड़ी नदी के कंढे ते होई आ? भागीरथी नदी दे। ते वो किहड़ी नदी की ट्रिब्यूटरी नदी आ, किहदी सहायक नदी आ? हुगली नदी की। ठीक है ना, हुगली नदी अगे जाके फिर समुंदर च बह जाती है, तो भागीरथी नदी, वैसे एक भागीरथी नदी उत्तराखंड च भी आ। ठीक है, जिहदे कंढे ते एक दो दिन पहला बहुत वड्डा इंसीडेंट होया सीगा, पता होना तुहानूं सारिआं नूं कि वो एक लड़की की उत्थे होटल च डैथ हो गई ओहदी लड़की। ठीक है, उन्होंने कतल करता सीगा, पर वो भी भागीरथी नदी के कंढे ते लक्ष्मण झूले की घटना है। ठीक है, खैर वो अपने काम की नहीं। एक भागीरथी नदी वैस्ट बंगाल च भी आ, जिहदे कंढे ते पलासी की लड़ाई लड़ी है। पर मैंने एक गल दसो, आपां तां पलासी की लड़ाई नूं लैके मेन्स दे भी बहुत क्वेश्चन डिस्कस कर चुके हैं, पर दोबारा इस गल नूं समझदे होए कि की तुसीं पलासी की लड़ाई लड़दे पढ़दे होए अलीनगर की ट्रीटी नहीं पढ़ी, दोबारा पढ़ियो, फिर हुण अपने आप नूं मौका दो दूजा। ठीक है, कहंदे आ जाओ, कहंदा इन्हां चों किहड़ा कारण मन्निया जा सकदा जिहदे करके अंग्रेज यूरोप बाकी यूरोपीयंस तो वध इंडिया च? तुहानूं एवें तो नहीं लग रहा कि मेन्स दे क्वेश्चन प्री दे बन बन के आए हुए आ, जिवें आ कि किहड़े वो फैक्टर ने जिहदे करके आपां कह सकदे हां। हुण तुहानूं ये समझ आ गई ना कि किवें एक थॉरोली पढ़ना पैंदा है तां जाके प्री दे क्वेश्चनस अटैम्प्ट हुंदे आ। पहली गल ये दसो कि इन्हां चों किहड़ा कारण लगदा है कि बई वो अंग्रेज़ां दे फेवर च गया कि उन्हां दी कंपनी बाकी यूरोपीयन कंपनियां दे मुकाबले कामयाब रही है? पहली गल, ईस्ट अंग्रेज़ां दी कंपनी का पूरी तरह सरकारी होना सही कि गलत? यही तो गलत आ। अंग्रेज़ां दी कंपनी पूरी तरह की सी भला? प्राइवेट। क्विक डिसीजन, फ्रांस वाली सरकारी सी, तां ही तो डलहौजी नूं डुपले नूं बदलण च टाइम लग गया। अगली गल, उन्हां दी नेवी बहुत स्ट्रोंग होनी, बिल्कुल सही गल आ। सब तो पहला इंडस्ट्रीयल रेवोल्यूशन का इंग्लैंड च आ जाना, बिल्कुल सही गल आ। ठीक है, 2 3 ते सब तो इंपॉर्टेंट गल, बाजार चों पैसा चक के लड़ लेना। जे तुसी बाजार, जे थोड़े देश च बाजार तुहानूं बैंक तुहानूं पैसा लड़ाई लड़न वास्ते लोन दिंदे आ ना, तो तुहानूं पैसे की कदी तंगी नहीं आ सकती। अंग्रेज़ां ने 1772 दे विच जदों इन्हां कोल ईस्ट इंडिया कंपनी को पैसे मुक गए सीगे, इन्हां ने 1772 च बैंक ऑफ इंग्लैंड अगे लोन ही तो अपलाई करिया सीगा। चलो उस तो बाद कंपनी दे किंतु परंतु हुई कि इन्नी अमीर कंपनी लोन की क्यों अपलाई कर रही है। कंपनी का कंट्रोल बाद च ब्रिटिश गौरमेंट ने अपने हाथ च ले लिया, बोर्ड ऑफ कंट्रोल बना के, पर कंपनी नूं कदे भी ये नहीं कहा कि तुसी लोन लिए अपलाई नहीं कर सकते। जदों लड़ाई लड़ते सी, याद आ जदों 1845 च आके सिखां नाल इन्हां ने लड़ाई लड़ी है, 46 च पहली एंगलो सिख वार, जिन्ना लोन इन्हां ने मंगिया सीगा, फिर उस तो बाद एडिशनल लोन फिर अपलाई करता कि असीं सिखां नाल लड़ाई लड़ी, उस साडा खर्चा वध हो गया, उन्होंने कहा असीं नहीं दिंदे वाधू दा लोन। फिर इन्हां ने 75 लाख च किन्नू की वेचता सीगा? कश्मीर वेचता सी, वो लोन का चक्कर ही सी सारा। तो इन्हां नूं हमेशा बाजार चों लोन मिलता रहा, इंग्लैंड के बाजार चों। इंग्लैंड च बड़े तगड़े तगड़े व्यापारी सीगे, याद आ उही तो व्यापारी सी जिन्होंने एंड च इन्हां दी गेम घुमाई आ। बाद जो उन्होंने पता लग्या कि ईस्ट इंडिया कंपनी हुण साडे हत्थों बाहर निकलती जा रही है, फिर इंग्लैंड के उन्होंने तगड़े तगड़े व्यापारियों ने गेम पा के ईस्ट इंडिया कंपनी का इंडिया चो बोरी बिस्तरा भी पैक कराता सीगा। पूरी स्टोरी पता होनी चाहिए, तुहानूं मैं पूरी दसी सी कि कदे भी ईस्ट इंडिया कंपनी के ब्रिटिश मर्चेंट, इन्होंने एक ना समझ लियो, ਇਹਦੀ ਤਾਂ पूरी स्टोरी सी। लैक्चर बहुत गौर नाल सुनने पढ़ने तुसीं, ठीक है। सो इसका सही आंसर की हो गया भला? 2 3 एंड 4, ठीक है। अगे आ जाओ, कहंदा ਕਿਹੜੀ ਇਹਨਾਂ ਚੋਂ ਬ੍ਰਿਟਿਸ਼ यूरोपीयन पावर आ जिन्हां दा संबंध कारटेज सिस्टम नाल आ? तुहानूं लगदा मैनूं एक्सप्लेन करन दी लोड़ आ? पुर्तगीज़ कोई एक्सप्लेन करन दी लोड़ नहीं है। नैक्सट अगे आ जाओ, कहंदा 1813 के एक्ट बारे दसो की खासियत आ? इन्हें
इस एक्ट ने और सारे ब्रिटिश ਭਾਰਤ ਦੇ ਸਾਰੇ ਅੰਗਰੇਜ਼ਾਂ ਨੂੰ ਚਾਈਨਾ ਨਾਲ ਵਪਾਰ ਕਰਨਾ ਅਲਾਓ ਕਰਤਾ। ਸਹੀ ਕਿ ਗਲਤ? ਅੰਗਰੇਜ਼ਾਂ ਨੂੰ ਭਾਰਤ 'ਚ ਜਿੰਨੇ ਵੀ ਅੰਗਰੇਜ਼ ਰਹਿੰਦੇ ਸੀ ਉਹਨਾਂ ਨੂੰ ਇਹ ਅਲਾਓ ਕਰਤਾ ਕਿ ਤੁਸੀਂ ਚਾਈਨਾ ਨਾਲ ਵਪਾਰ ਕਰ ਸਕਦੇ ਹੋ। ਗਲਤ। ਸਿਰਫ ਇਹ ਚਾਈਨਾ ਨਾਲ ਵਪਾਰ ਤੇ ਕਿਹਨਾਂ ਦੀ ਮੋਨੋਪੋਲੀ ਸੀ? ਸਿਰਫ ਕੰਪਨੀ ਦੀ। ਸਾਰੇ ਇੰਡੀਆ 'ਚ ਰਹਿਣ ਵਾਲੇ ਅੰਗਰੇਜ਼ਾਂ ਨੂੰ ਇਹ ਹੱਕ ਨਹੀਂ ਮਿਲਿਆ। ਇਹੀ ਤੇ ਸ਼ਬਦ ਨੇ। ਕਹਿੰਦੇ ਇਹਦੇ ਨਾਲ ਅੰਗਰੇਜ਼ਾਂ ਨੇ ਭਾਰਤ ਦੇ ਮਾਮਲਿਆਂ 'ਚ, ਰਿਲੀਜੀਅਸ ਮਾਮਲਿਆਂ 'ਚ ਇੰਟਰਫੇਅਰ ਕਰਨਾ ਜਿਹੜਾ ਸੀਗਾ, ਲੋਕਲ ਇੰਡੀਅਨਸ ਦੇ ਮਾਮਲੇ 'ਚ ਨਾ ਇੰਟਰਫੇਅਰ ਕਰਨ ਦੀ ਨੀਤੀ ਨੂੰ ਅਪਣਾਇਆ। ਇਹ ਸਹੀ ਆ ਕਿ ਗਲਤ ਆ? 1813 ਦੇ ਐਕਟ ਨਾਲ ਭਾਰਤ 'ਚ ਪ੍ਰਚਾਰ ਕਰਨ ਵਾਸਤੇ ਕੌਣ ਆਏ ਸੀ? ਕ੍ਰਿਸਚਨਸ, ਮਿਸ਼ਨਰੀਜ਼ ਆਏ ਸੀ। ਉਹ ਮਿਸ਼ਨਰੀ ਇੰਡੀਆ 'ਚ ਵਪਾਰ ਪ੍ਰਚਾਰ ਕਰਨ ਆਉਣ, ਪੰਜਾਬ 'ਚ ਆਉਣ ਜਾਂ ਕਿਤੇ ਵੀ ਆਉਣ, ਉਹ ਪੰਜਾਬੀਆਂ ਦੇ, ਸਿੱਖਾਂ ਦੇ, ਹਿੰਦੂਆਂ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਨਗੇ। ਇਹ ਗੱਲ ਜੱਚਦੀ ਆ? ਇਹੀ ਰੌਲਾ ਤਾਂ ਹੁਣ ਪੈ ਰਿਹਾ ਕਿ ਬਈ ਸਾਡੇ ਬੰਦੇ ਤੁਸੀਂ ਕ੍ਰਿਸਚਨ ਬਣਾ ਲਏ ਆ। ਬਈ ਜਦੋਂ ਤੁਸੀਂ ਕ੍ਰਿਸਚਨ ਮਿਸ਼ਨਰੀਜ਼ ਅਲਾਓ ਹੀ ਕਰਤੇ ਤਾਂ ਉਹ ਤਾਂ ਤੁਹਾਡੇ ਧਾਰਮਿਕ ਮਾਮਲਿਆਂ 'ਚ ਪੂਰਾ ਕਰਨਗੇ। ਠੀਕ ਆ, ਜਿਹੜੇ ਮਤਲਬ ਕਿ ਜਿੰਨੇ ਵੀ ਉਹਨਾਂ ਦੇ ਸਪਿਰਿਚੁਅਲ ਲੀਡਰ ਆ, ਠੀਕ ਆ, ਉਹ ਜੇ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਨਗੇ ਤਾਂ ਸਾਡੇ ਬੰਦਿਆਂ ਨੂੰ ਪੱਟ ਕੇ ਆਪਣੇ ਧਰਮ 'ਚ ਲੈ ਕੇ ਕਿਵੇਂ ਜਾਣਗੇ? ਤਾਂ ਓਬਵੀਅਸ ਜੀ ਗੱਲ ਆ, ਨੌਨ ਇੰਟਰਫੇਰੈਂਸ ਦੀ ਪਾਲਿਸੀ। ਇਹ ਤਾਂ ਆਪਸ਼ਨ ਹੀ ਗਲਤ ਆ। ਇਸ ਸਵਾਲ ਦਾ ਕੋਈ ਵੀ ਆਪਸ਼ਨ ਸਹੀ ਨਹੀਂ ਹੈਗਾ। ਸਗੋਂ ਇੰਟਰਫੇਰੈਂਸ ਤੇ ਵਧੀ ਸੀ। ਪਹਿਲੀ ਵਾਰੀ ਤਾਂ ਕ੍ਰਿਸਚਨ ਮਿਸ਼ਨਰੀਜ਼ ਅਲਾਉਡ ਹੋ ਰਹੇ ਸੀ। ਕਿਵੇਂ ਇਸ ਸਵਾਲ ਨੂੰ ਟਵਿਸਟ ਕਰਕੇ ਪਾਇਆ ਗਿਆ? ਕਿਵੇਂ 1813 ਦੇ ਐਕਟ ਨੂੰ ਉਲਝਾ ਲਿਆ ਗਿਆ? ਕਹਿੰਦਾ ਐਂਗਲੋ ਮਰਾਠਾ ਵਾਰ ਦੇ ਕੰਟੈਕਸਟ 'ਚ ਦੱਸੋ। ਓਏ ਦੱਸੋ ਕਿ ਬਸੀਨ ਦੀ ਸੰਧੀ ਕਦੋਂ ਹੋਈ ਆ? ਇਹ ਕਿਹੜੀ ਐਂਗਲੋ ਮਰਾਠਾ ਵਾਰ 'ਚ ਹੋਈ ਆ ਭਲਾ? ਦੂਜੀ ਐਂਗਲੋ ਮਰਾਠਾ ਵਾਰ 'ਚ। ਪਤਾ ਸਾਰਿਆਂ ਨੂੰ? ਉਹ ਬਸੀਨ ਦੀ ਸੰਧੀ ਕਿਹੜੀ ਐਂਗਲੋ ਮਰਾਠਾ ਵਾਰ 'ਚ ਹੋਈ ਆ? ਦੂਸਰੀ ਐਂਗਲੋ ਮਰਾਠਾ ਵਾਰ 'ਚ ਹੋਈ ਆ। ਇਸ ਟ੍ਰੀਟੀ ਦੇ ਅਨੁਸਾਰ ਕੌਣ ਸੀ, ਕੀ ਹੋਇਆ ਸੀ ਭਲਾ? ਕੋਈ ਦੱਸ ਸਕਦਾ ਕੀ ਸੀਗਾ? 1802 'ਚ ਸੰਧੀ ਕਿਹਦੇ ਨਾਲ ਹੋਈ ਹੈ, ਜਿਸ ਤੋਂ ਬਾਅਦ ਸੈਕਿੰਡ ਐਂਗਲੋ ਮਰਾਠਾ ਵਾਰ ਸ਼ੁਰੂ ਹੋਈ ਹੈ? ਪੇਸ਼ਵਾ ਦੇ ਨਾਲ। ਪੇਸ਼ਵਾ ਨੇ ਅੰਗਰੇਜ਼ਾਂ ਨਾਲ ਜਾ ਕੇ ਕਿਹੜੀ ਸੰਧੀ ਕਰ ਲਈ ਸੀ? ਸਬਸਿਡਰੀ ਅਲਾਈਅੰਸ। ਇਹਨੂੰ ਤਾਂ ਟ੍ਰੀਟੀ ਆਫ ਬੈਸੀਨ ਕਿਹਾ ਗਿਆ। ਇਹਦੇ ਮੁਤਾਬਕ ਹੁਣ ਤੁਸੀਂ ਨਾ ਟ੍ਰੀਟੀ ਆਫ ਬੈਸੀਨ ਨਾ ਪੜ੍ਹਿਓ, ਸਬਸਿਡਰੀ ਅਲਾਈਅੰਸ ਹੀ ਪੜ੍ਹਿਓ। ਕਹਿੰਦਾ ਇਹਦੇ ਨਾਲ ਪੇਸ਼ਵਾ ਕਿਸੇ ਹੋਰ ਯੂਰੋਪੀਅਨ ਪਾਵਰ ਦੇ ਬੰਦੇ ਨੂੰ ਨੌਕਰੀ ਨਹੀਂ ਰੱਖ ਸਕਦਾ। ਸਹੀ ਹੈ ਗੱਲ? ਇਹਦੇ ਨਾਲ ਇੱਕ ਈਸਟ ਇੰਡੀਆ ਕੰਪਨੀ ਦੀ ਇੱਕ ਜਿਹੜੀ ਥਲ ਸੈਨਾ ਹੋਊਗੀ ਉਹ ਪੇਸ਼ਵਾ ਦੇ ਉਹਦੇ 'ਚ ਇਲਾਕੇ 'ਚ ਰਹੂਗੀ। ਇਹ ਵੀ ਬਿਲਕੁਲ ਸਹੀ ਹੈ। ਤੀਸਰੀ, ਪੇਸ਼ਵਾ ਨੂੰ ਚੌਥ ਇਕੱਠਾ ਕਰਨ ਦਾ ਹੱਕ ਦੇਤਾ ਨਿਜ਼ਾਮ ਦੇ ਇਲਾਕੇ ਤੋਂ। ਬਈ ਇੱਕ ਗੱਲ ਹੋਰ, ਅੰਗਰੇਜ਼ ਕਿਸੇ ਨਾਲ ਸਬਸਿਡਰੀ ਅਲਾਈਅੰਸ ਕਰਨ ਤੇ ਉਹਨੂੰ ਕੋਈ ਹੱਕ ਦੇ ਦੇਣ, ਇਜ਼ ਇਟ ਪੋਸੀਬਲ? ਸਗੋਂ ਨਿਜ਼ਾਮ ਦੇ ਇਲਾਕੇ ਤੇ ਪਹਿਲਾਂ ਪੇਸ਼ਵਾ ਦਾ ਉਹ ਹੁੰਦਾ ਸੀ ਚੌਥ ਦਾ ਹੱਕ। ਉਹਨੂੰ ਪਤਾ ਕੀ ਕਹਿੰਦੇ? ਉਹਨੂੰ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਤੇਰੇ ਤੋਂ ਇਹ ਵੀ ਖੋ ਰਹੇ ਹੁਣ ਅਸੀਂ। ਅੱਜ ਤੋਂ ਬਾਅਦ ਇੱਥੇ ਚੌਥ ਕੌਣ ਇਕੱਠਾ ਕਰੂਗਾ? ਜਿੰਨਾ ਵੀ ਤੂੰ ਪੈਸਾ ਇਕੱਠਾ ਕਰਕੇ ਇੱਥੋਂ ਲੈ ਕੇ ਜਾਂਦਾ ਸੀ ਨਿਜ਼ਾਮ ਦੇ ਇਸ ਇਲਾਕੇ 'ਚੋਂ, ਹੁਣ ਤੂੰ ਨਹੀਂ ਲੈ ਕੇ ਜਾਏਂਗਾ। ਇਹ ਪੈਸਾ ਕੌਣ ਲੈ ਕੇ ਜਾਊਗਾ? ਅਸੀਂ ਲੈ ਕੇ ਜਾਵਾਂਗੇ। ਆਹ ਕਹਾਣੀ ਉਲਟ ਹੋ ਗਈ। ਪੇਸ਼ਵਾ ਦਾ ਜਿਹੜਾ ਹੱਕ ਸੀ ਨਾ, ਕਲੇਮ, ਇਟ ਵਾਜ਼ ਰਿਜੈਕਟਡ, ਜਾਂ ਇਹ ਕਹਿ ਲਓ ਕਿ ਉਹਨੂੰ ਡਿਸਕੰਟੀਨਿਊ ਕਰ ਦਿੱਤਾ ਗਿਆ। ਉਹ ਪਹਿਲਾਂ ਹੀ ਉੱਥੋਂ ਚੌਥ ਇਕੱਠਾ ਕਰਦਾ ਸੀਗਾ ਨਿਜ਼ਾਮ ਦੇ ਇਲਾਕੇ 'ਚੋਂ, ਕਿਉਂਕਿ ਨਿਜ਼ਾਮ ਨੂੰ ਇਹਨੇ ਡਰਾਇਆ ਹੋਇਆ ਸੀਗਾ ਕਿ ਅਸੀਂ ਤੇਰੇ ਇਲਾਕੇ 'ਤੇ ਕਬਜ਼ਾ ਕਰ ਲਾਂਗੇ ਜੇ ਤੂੰ ਸਾਨੂੰ ਚੌਥ ਨਾ ਦਿੱਤਾ। ਹੁਣ ਤਾਂ ਚੌਥਾ ਹਿੱਸਾ ਦੇ ਕੇ ਸਰ ਜੂ, ਫਿਰ ਸਾਰਾ ਟੈਕਸ ਇਕੱਠਾ ਕਰਾਂਗੇ, ਸੌਖਾ ਰਹੇਗਾ। ਚੌਥ ਦੇ ਦੇ, ਬਹੁਤ ਸਹੀ ਆ। ਤੇ ਜਦੋਂ ਇਹ ਕੰਟਰੋਲ 'ਚ ਆ ਗਏ, ਮਰਾਠੇ ਕਮਜ਼ੋਰ ਹੋ ਗਏ, ਅੰਗਰੇਜ਼ਾਂ ਨੇ ਕਿਹਾ ਜਿਹੜਾ ਤੂੰ ਜਿੱਥੋਂ ਜਿੱਥੋਂ ਤੁਸੀਂ ਟੈਕਸ ਇਕੱਠਾ ਕਰਦੇ ਸੀ ਉੱਥੋਂ ਟੈਕਸ ਵੀ ਅਸੀਂ ਇਕੱਠਾ ਕਰਾਂਗੇ। ਸਾਡਾ ਤੁਹਾਡੇ ਦਰਬਾਰ 'ਚ ਇੱਕ ਅੰਗਰੇਜ਼ ਵੀ ਬੈਠੂਗਾ, ਤੇਰੀ ਟੈਰੀਟਰੀ 'ਚ ਸਾਡੀ ਸੈਨਾ ਵੀ ਜਾਊਗੀ, ਤੇ ਤੂੰ ਅੱਜ ਤੋਂ ਬਾਅਦ ਸਾਨੂੰ ਪੁੱਛੇ ਬਿਨਾਂ ਕਿਸੇ ਹੋਰ ਵਿਦੇਸ਼ੀ ਰਾਜੇ ਨਾਲ ਸੰਪਰਕ ਵੀ ਨਹੀਂ ਬਣਾਏਗਾ। ਸਾਡੇ ਤੋਂ ਪੁੱਛੇ ਬਿਨਾਂ, ਸਾਡੇ ਤੋਂ ਪੁੱਛਣ ਦੀ ਵੀ ਲੋੜ ਨਹੀਂ, ਤੂੰ ਕਿਸੇ ਯੂਰੋਪੀਅਨ ਨੂੰ ਆਪਣੀ ਸੈਨਾ ਦੇ ਵਿੱਚ ਬ੍ਰਿਟਿਸ਼ ਤੋਂ ਬਿਨਾਂ ਭਰਤੀ ਨਹੀਂ ਕਰੇਗਾ। ਸੋ ਇਹ ਸਬਸਿਡਰੀ ਅਲਾਈਅੰਸ ਦੀ ਸਾਰੇ ਰੂਪ ਆ। ਦੂਜੀ ਆਪਸ਼ਨ ਨੂੰ ਕੱਟ ਦਿੱਤਾ ਜਾਵੇ ਤਾਂ ਸਹੀ ਆਪਸ਼ਨ ਕੀ ਬਣਦੀ ਹੈ ਜੀ? 1 ਐਂਡ 3। ਆਹ ਦੱਸੋ ਜੀ, ਕਲੀਅਰ ਹੈ ਕੰਸੈਪਟ? ਸੋ ਇਹ ਮੇਰੇ ਹਿਸਾਬ ਨਾਲ ਨਾ ਆਪਾਂ ਪ੍ਰੋਪਰ, ਜਦੋਂ ਆਪਾਂ ਕਿਸੇ ਨੂੰ ਕਹਿੰਦੇ ਪ੍ਰੋਪਰ ਡਿਸਕਸ਼ਨ, ਸੋ ਆਹ ਚੀਜ਼ ਪ੍ਰੋਪਰ ਡਿਸਕਸ਼ਨ ਹੁੰਦੀ ਆ ਕਿ ਕੱਲਾ ਕੱਲਾ ਕਲੌਜ਼ 1773 ਦੇ ਕਲੌਜ਼ ਨੂੰ ਦੇਖਿਆ ਜਾਵੇ। ਪਹਿਲੀ ਗੱਲ ਇਹ ਦੱਸੋ ਕਿ 1773 ਦੇ ਕਲੌਜ਼ ਨੂੰ ਜੇ ਦੇਖਿਆ ਜਾਵੇ, ਤੁਸੀਂ ਬਿਨਾਂ ਸੋਚੇ ਦੱਸ ਸਕਦੇ ਹੋ ਕਿਹੜੀ ਆਪਸ਼ਨ ਗਲਤ ਆ? ਦੂਜੀ। ਕਿੰਨੇ ਮੈਂਬਰਾਂ ਦੀ ਟੀਮ ਸੀ ਭਲਾ? 4 ਮੈਂਬਰਾਂ ਦੀ। 4 + 1 5। ਤਾਂ ਕੌਂਸਲ 'ਚ 10 ਮੈਂਬਰ ਤਾਂ ਸਹੀ ਹੀ ਨਹੀਂ। ਤਾਂ ਕੰਪਨੀ ਜਿਹੜੀ ਸੀ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਕੰਟਰੋਲ 'ਚ ਆ ਗਈ। ਜੇ ਮੈਂ ਕਹਾਂ ਬ੍ਰਿਟਿਸ਼ ਰੈਵਨਿਊ, ਕੰਪਨੀ ਦਾ ਰੈਵਨਿਊ ਕਦੋਂ ਕੰਟਰੋਲ 'ਚ ਆਇਆ? 84 'ਚ, ਜਦੋਂ ਬੋਰਡ ਆਫ ਕੰਟਰੋਲ ਬਣਿਆ। ਆਹ ਗਵਰਨਰ ਜਨਰਲ ਦੀ ਕੌਂਸਲ ਨੂੰ, ਇਹ ਤਾਂ ਸਾਰੇ ਬੜੇ ਸੌਖੇ ਆ, ਗਿਫਟ ਲੈਣ ਤੋਂ ਰੋਕਤਾ, ਇਹ ਤਾਂ ਪੜ੍ਹਾਏ ਹੋਈ ਆ ਸਾਰੀਆਂ ਗੱਲਾਂ। ਆਹ ਤਾਂ ਵੈਸੇ ਹੀ ਪਛਾਣਿਆ ਗਿਆ। 1784 ਦਾ ਪਿਟਸ ਐਕਟ ਆ, ਇਹਦੇ ਬਾਰੇ ਦੱਸ ਦਿਓ। ਆਹ ਸਵਾਲ ਕਿੰਨਾ ਸੌਖਾ ਹੈ, ਸਾਫ਼ ਪਤਾ ਲੱਗ ਰਿਹਾ ਕਿ ਬੋਰਡ ਆਫ ਕੰਟਰੋਲ ਬਣ ਗਿਆ ਸੀ। ਸਹੀ ਗੱਲ ਆ। ਉਹ ਗਵਰਨਰ ਜਨਰਲ ਦੀ ਕੌਂਸਲ ਦਾ ਸਾਈਜ਼ ਵਧਿਆ ਕਿ ਘਟਿਆ ਸੀ? ਹਾਂਜੀ,
73 ਚ ਚਾਰ ਮੈਂਬਰਾਂ ਦੀ ਕੌਂਸਲ ਸੀ, 84 ਚ ਕਿੰਨੇ ਮੈਂਬਰਾਂ ਦੀ ਰਹਿ ਗਈ ਸੀ? 3 ਮੈਂਬਰਾਂ ਦੀ। ਆ ਦੂਜੀ ਆਪਸ਼ਨ ਨੂੰ ਗਲਤ ਕਰੋ। ਜੇ ਮੈਂ ਦੂਜੇ ਨੂੰ ਕੱਢਾਂ, ਪਹਿਲਾ ਸਹੀ ਹੋਣਾ ਚਾਹੀਦਾ, ਦੂਜਾ ਗਲਤ, ਦੂਜਾ ਹੋਣਾ ਨਹੀਂ ਚਾਹੀਦਾ ਤੇ ਪਹਿਲਾ ਹੋਣਾ ਚਾਹੀਦਾ, ਫਿਰ ਵੀ ਤੀਜਾ ਚੈੱਕ ਕਰਨਾ ਪੈਣਾ। ਕੰਪਨੀ lost right of appointing and dismiss British official in India। ਕੰਪਨੀ ਦੇ ਭਾਰਤ ਦੇ ਵਿੱਚੋਂ ਕਿਸੇ ਵੀ ਅਫਸਰ ਨੂੰ ਰੱਖਣ ਕੱਢਣ ਦੇ ਹੱਕ ਖੋਏ ਗਏ। ਐਵੇਂ ਦੇ ਹੱਕ ਕਿਤੇ ਵੀ ਨਹੀਂ ਖੋਏ ਗਏ। ਕਿਤੇ ਲਿਖਿਆ ਸੀ ਆਪਾਂ? ਕਿਤੇ ਵੀ ਨਹੀਂ ਇਹੋ ਜਿਹੀ ਚੀਜ਼ ਦਾ ਜ਼ਿਕਰ ਆਇਆ ਕਿ ਕੰਪਨੀ ਦੇ ਕੋਈ ਹੱਕ ਜਿਹੜੇ ਆ ਜੀ ਉਹ ਖੋਏ ਗਏ ਆ। 1773 ਦੇ ਐਕਟ ਨੂੰ ਬਕਾਇਦਾ ਪੜ੍ਹ ਕੇ ਦੇਖ ਲਿਓ, ਐਵੇਂ ਦਾ ਕਿਤੇ ਵੀ ਨਹੀਂ ਕਿ ਕੰਪਨੀ ਦੇ ਕੋਈ ਹੱਕ। ਤੇ ਇੱਕ ਗੱਲ ਹੋਰ, ਆਪਸ਼ਨ ਚੈੱਕ ਕਰਨ ਦਾ ਇੱਕ ਹੋਰ ਤਰੀਕਾ ਦੱਸਦਾ। ਜਿੱਥੇ ਤੁਹਾਨੂੰ ਵੱਧ ਦਿਮਾਗ ਲਾਉਣਾ ਪਵੇ ਨਾ, ਆਹ ਚੀਜ਼ ਐਵੇਂ ਹੋ ਸਕਦੀ ਆ, ਉਹ ਕਦੀ ਨਾ ਠੀਕ ਕਰਿਆ ਕਰੋ। ਉਹੀ ਠੀਕ ਕਰਿਆ ਕਰੋ ਜੋ ਤੁਸੀਂ ਐਗਜ਼ੈਕਟ ਲਾਈਨ ਪੜ੍ਹੀ ਹੋਈ ਹੈ। ਮੰਨ ਲਓ 10 ਚੋਂ ਇੱਕ ਸਵਾਲ ਗਲਤ ਹੋ ਜਾਊਗਾ, ਇੰਟਰਪ੍ਰੀਟੇਸ਼ਨ ਨਾ ਸਹੀ ਕਰਨ ਦੇ ਚੱਕਰ 'ਚ 9 ਤੁਹਾਡੇ ਸਹੀ ਜਾਣਗੇ। ਹਮੇਸ਼ਾ 90% ਉਹੀ ਚੀਜ਼ ਸੱਚ ਹੁੰਦੀ ਆ ਜੋ ਸਿੱਧੀ ਪੜ੍ਹੀ ਹੋਈ ਹੈ ਤੁਸੀਂ। ਜੇ ਕੋਈ ਚੀਜ਼ ਤੁਸੀਂ ਸਿੱਧੀ ਨਹੀਂ ਪੜ੍ਹੀ, ਜਿਵੇਂ ਹੁਣ ਮੰਨ ਲਓ ਇੱਕ ਉਹ ਸੀਗਾ ਬ੍ਰਿਟਿਸ਼ ਪਾਰਲੀਮੈਂਟ ਉਹ ਲੈਂਡ ਉਹਦੇ ਰੈਵਨਿਊ ਤੇ ਕੰਟਰੋਲ ਕਰਨਾ, ਤੁਸੀਂ ਉਹਦੀ ਇੰਟਰਪ੍ਰੀਟੇਸ਼ਨ ਨਹੀਂ ਕਰ ਸਕੇ, ਸਵਾਲ ਗਲਤ ਕਰ ਲਿਆ। 10 ਸਵਾਲਾਂ ਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੋਗੇ, ਇੱਕ ਹੀ ਸਵਾਲ ਗਲਤ ਕਰ ਪਾਓਗੇ, ਬਾਕੀ 9 ਠੀਕ ਹੋਣਗੇ। ਸਹੀ ਰੂਲ ਕੀ ਆ? ਜੋ ਕੁਝ ਪੜ੍ਹਿਆ ਨਾ ਸਿੱਧਾ ਉਹਨੂੰ ਹੀ ਠੀਕ ਕਰਕੇ ਆਓ। ਠੀਕ ਆ? ਇਹ ਨਾ ਮਤਲਬ ਕੱਢੋ ਕਿ ਇਹਦਾ ਆ ਵੀ ਮਤਲਬ ਹੋ ਸਕਦਾ, ਇਹਦਾ ਵੀ ਮਤਲਬ ਹੋ ਸਕਦਾ। 10 ਚੋਂ ਕਿਸੇ ਇੱਕ ਦੀ ਇੰਟਰਪ੍ਰੀਟੇਸ਼ਨ ਸਹੀ ਕਰਕੇ ਬੈਠੋਗੇ ਤੇ 9 ਗਲਤ ਕਰ ਲੋਗੇ। ਤੇ ਦੂਜੀ ਗੱਲ, ਕਦੇ ਵੀ ਕਿਸੇ ਐਕਟ ਬਾਰੇ ਪੜ੍ਹਨਾ ਹੋਵੇ ਉੱਪਰੋਂ ਨਾ ਪੜ੍ਹਿਓ। ਹੁਣ ਤੁਹਾਨੂੰ ਪਤਾ ਲੱਗ ਗਿਆ ਮੈਂ ਕਿਉਂ ਕਹਿੰਦਾ ਹੁੰਦਾ ਕਿ ਕਿਸੇ ਡਿਟੇਲ ਦੀ ਜਗ੍ਹਾ ਤੋਂ, ਕਿਉਂ ਕਹਿੰਦਾ ਹੁੰਦਾ ਕਿ ਸਪੈਕਟਰਮ ਕਿਤਾਬ 'ਚ ਵੀ ਇੱਕ ਵਾਰ ਜ਼ਰੂਰ ਪੜ੍ਹ ਲਓ। ਕਿਉਂਕਿ ਪਤਾ ਕੀ ਆ, ਹੁਣ ਉਹ ਜ਼ਮਾਨਾ ਗਿਆ ਜਦੋਂ ਤੁਸੀਂ ਕਹਿੰਦੇ ਸੀ ਕਿ ਉੱਪਰੋਂ ਇੰਪੋਰਟੈਂਟ ਗੱਲਾਂ ਪੜ੍ਹ ਲਈ ਆਪਾਂ ਇਹਦੀਆਂ। ਇੰਪੋਰਟੈਂਟ ਵਾਲੀ ਲਾਈਨ ਤੇ ਪੁੱਛਦੇ ਹੀ ਨਹੀਂ। ਉਹ ਪਤਾ ਕੀ ਪੁੱਛਦੇ ਆ, ਇਹ ਨਾ ਕਿਤਾਬਾਂ ਦੀ ਵਰਡਿੰਗ ਹੀ ਆ। ਸਪੈਕਟਰਮ ਕਿਤਾਬ 'ਚ ਨਾ ਪੈਰੇ 'ਚ ਇੱਕ ਲਾਈਨ ਲਿਖੀ ਆ ਕਿ ਬੋਰਡ ਆਫ ਕੰਟਰੋਲ ਬਣਾਇਆ ਗਿਆ ਕੋਰਟ ਆਫ ਡਾਇਰੈਕਟਰ ਦੀ ਨਿਗਰਾਨੀ ਵਾਸਤੇ। ਹੈਂਸ ਇਸ ਤਰੀਕੇ ਨਾਲ ਬ੍ਰਿਟਿਸ਼ ਗੌਰਮੈਂਟ ਨੇ, ਬ੍ਰਿਟਿਸ਼ ਪਾਰਲੀਮੈਂਟ ਨੇ ਉਹਨਾਂ ਦੇ ਰੈਵਨਿਊ ਤੇ ਕੰਟਰੋਲ ਕਰ ਲਿਆ। ਆਹ ਲਾਸਟ ਵਾਲੀ ਲਾਈਨ ਚੱਕ ਕੇ ਉਹਨਾਂ ਨੇ ਪੇਪਰ 'ਚ ਪਾਤੀ। ਬੋਰਡ ਆਫ ਕੰਟਰੋਲ ਬਣਾਇਆ ਕੋਰਟ ਆਫ ਡਾਇਰੈਕਟਰਸ ਨੂੰ ਰੈਗੂਲੇਟ ਕਰਨ ਵਾਸਤੇ, ਕੰਟਰੋਲ ਕਰਨ ਵਾਸਤੇ। ਇਹ ਲਾਈਨ ਤਾਂ ਪਾਈ ਨਹੀਂ, ਮਗਰਲੀ ਲਾਈਨ ਚੱਕ ਕੇ ਪਾਤੀ। ਤੁਹਾਨੂੰ ਖੁਦ ਵੀ ਇੰਟਰਪ੍ਰੀਟੇਸ਼ਨ ਕਰਨ ਦੀ ਲੋੜ ਨਹੀਂ। ਚੰਗੀ ਕਿਤਾਬ ਪੜ੍ਹੀ ਹੋਈ ਹੈ ਨਾ ਜੇ, ਤਾਂ ਤੁਸੀਂ ਲਿਖ ਕੇ ਲੈ ਲਓ ਕਿ ਉਹਦੀ ਹੀ ਕੋਈ ਨਾ ਕੋਈ ਲਾਈਨ ਚੱਕ ਕੇ ਪੇਪਰ 'ਚ ਪਾ ਦੇਣਗੇ ਤੁਹਾਨੂੰ। ਇਹੀ ਖਾਸੀਅਤ ਆ, ਇਹੀ ਸਾਨੂੰ ਸਭ ਤੋਂ ਵਧੀਆ ਹੈ। ਤੇ ਜਿਵੇਂ ਇਸ ਵਾਰ ਨਾ ਮਾਡਰਨ ਹਿਸਟਰੀ ਦਾ ਮੈਂ ਦੇਖ ਰਿਹਾ ਸੀਗਾ, 7ਵੀਂ ਕਿ 8ਵੀਂ ਕਲਾਸ ਦੀ ਕਿਤਾਬ NCERT, ਉਹ 'ਚ ਸਵਾਲ ਦਿੱਤਾ ਹੋਇਆ 8ਵੀਂ ਕਲਾਸ ਦੀ ਕਿਤਾਬ 'ਚ ਕਿ ਅੰਗਰੇਜ਼ ਇੰਡੀਆ ਦੇ ਸੈਨਿਕਾਂ ਦੇ ਨਾਲ ਹੀ ਆਪਣੀ ਉਹ ਜਿਹੜੀ ਉਹ ਇੰਡੀਆ ਦੇ ਰਾਜਿਆਂ ਦੇ ਖਿਲਾਫ ਕਿਵੇਂ ਜਿੱਤ ਗਏ। ਐਗਜ਼ੈਕਟ ਸਵਾਲ UPSC ਦੇ ਮੇਨਸ 'ਚ ਪਿਆ ਹੋਇਆ ਹੈ। ਸੋ ਐਵੇਂ ਦੀਆਂ ਚੀਜ਼ਾਂ ਤੁਹਾਡੀਆਂ ਸਟੈਂਡਰਡ ਦੀਆਂ ਕਿਤਾਬਾਂ ਦੇ ਵਿੱਚ ਸਾਰੇ ਸਵਾਲ ਪਏ ਹੁੰਦੇ ਆ ਸਾਰੇ। ਬਸ ਗੱਲ ਇਹ ਆ ਕਿ ਅਸੀਂ ਸਟੈਂਡਰਡ ਕਿਤਾਬ ਨੂੰ ਸਟੈਂਡਰਡ ਤਰੀਕੇ ਨਾਲ ਨਹੀਂ ਪੜ੍ਹਦੇ। ਤੁਹਾਡੇ 'ਚੋਂ 50 ਜਾਣੇ ਕਹਿਣਗੇ ਕਿ ਅਸੀਂ ਸਪੈਕਟਰਮ ਇੰਨੀ ਵਾਰ ਪੜ੍ਹ ਲਈ ਆ। ਜਿਹੜੇ ਬੱਚੇ UPSC ਦੀ ਤਿਆਰੀ ਦੀ ਬਹੁਤੇ ਥੋੜ੍ਹੇ ਤਿਆਰੀ ਕਰਦੇ ਆ, ਬਹੁਤੇ ਫੀਲ ਚੱਕਦੇ ਆ। ਫੀਲ ਚੱਕਣ ਵਾਲੇ ਕਹਿਣਗੇ ਅਸੀਂ ਸਪੈਕਟਰਮ 8 ਵਾਰ ਪੜ੍ਹ ਲਈ, ਕੋਈ ਕਹੂਗਾ 4 ਵਾਰ ਪੜ੍ਹ ਲਈ। ਮੈਂ ਲਿਖ ਕੇ ਦੇਣ ਨੂੰ ਤਿਆਰ ਹੈ, ਚੰਗੀ ਤਰ੍ਹਾਂ ਕਿਸੇ ਨੇ ਇੱਕ ਵਾਰ ਵੀ ਨਹੀਂ ਪੜ੍ਹੀ। ਚੰਗੀ ਤਰ੍ਹਾਂ ਪੜ੍ਹੀ ਹੁੰਦੀ ਤੇ ਆਹ ਸਵਾਲਾਂ ਦੀ ਕੱਲੀ ਲਾਈਨ ਉਹਦੇ 'ਚ ਤੁਸੀਂ ਉਹਦੇ ਨਾਲ ਹਾਈਲਾਈਟਰ ਨਾਲ ਯੈਲੋ ਕਰੀ ਹੁੰਦੀ ਕਿ ਕੋਰਟ ਆਫ ਡਾਇਰੈਕਟਰਸ ਬਣੇ ਆ। ਉਹ ਤਾਂ ਜੀ ਸਭ ਨੂੰ ਪਤਾ, ਮੈਂ ਨਹੀਂ ਹਾਈਲਾਈਟ ਕਰਨੀ। ਆਹ ਨਵੀਂ ਲਾਈਨ ਪਤਾ ਲੱਗੀ ਆ, ਇਹਨੇ ਅੱਜ ਸਾਡਾ ਟੈਸਟ 'ਚ ਨੁਕਸਾਨ ਕਰਿਆ ਹੈ, ਇਹਨੂੰ ਹਾਈਲਾਈਟ ਕਰ ਲਓ, ਇਹ ਬਹੁਤ ਇੰਪੋਰਟੈਂਟ ਲਾਈਨ ਆ। ਇੰਨਾ ਡੀਪਲੀ ਪੜ੍ਹੋਗੇ। ਇੱਕ ਤੁਹਾਡੇ ਦਿਮਾਗ 'ਚ ਡਰ ਸੀਗਾ ਆਨਸਰ ਰਾਈਟਿੰਗ ਨੂੰ ਲੈ ਕੇ, ਹੌਲੀ ਤੁਹਾਡਾ ਉਹ ਡਰ ਨਿਕਲ ਰਿਹਾ। ਇਸ ਤੋਂ ਬਿਨਾਂ ਜਦੋਂ ਇੱਕ ਬੰਦੇ ਦਾ ਆਨਸਰ ਰਾਈਟਿੰਗ ਦਾ ਡਰ ਹੀ ਨਿਕਲ ਗਿਆ, ਉਸ ਤੋਂ ਬਾਅਦ UPSC ਦੀ ਜਾਂ PPSC ਦੀ ਤਿਆਰੀ 'ਚ ਪਤਾ ਕੀ ਰਹਿ ਗਿਆ? ਚੰਗੀ ਤਰ੍ਹਾਂ ਪੜ੍ਹਨਾ ਤੇ ਚੰਗੇ ਕੰਟੈਂਟ ਵਾਸਤੇ ਚੰਗੇ ਮੈਂਟਰ ਦਾ ਗਾਈਡ ਕਰਨਾ। ਠੀਕ ਆ? ਚੰਗੀ ਤਰ੍ਹਾਂ ਪੜ੍ਹਨ ਵਾਲਾ ਹੱਲ ਵੀ ਤੁਹਾਡਾ ਹੱਲ ਠੀਕ ਹੋ ਜਾਊਗਾ। ਗਾਈਡ ਤਾਂ ਜਿਹੜਾ ਮਰਜ਼ੀ ਕਰਦੇ, ਪਰ ਤੁਹਾਨੂੰ ਫੀਲ ਹੋ ਜੇ ਕਿ ਆਹ ਸਹੀ ਗਾਈਡ ਕਰ ਰਿਹਾ ਹੈ। ਉਹਦਾ ਪਤਾ ਇੱਥੋਂ ਲੱਗ ਜਾਂਦਾ। ਆਲੇ ਦੁਆਲੇ ਪੇਪਰ ਹੁੰਦੇ ਦੇਖਦੇ ਆ ਜਦੋਂ ਆਪਾਂ, ਭਾਵੇਂ UPSC PPSC ਦੇ ਪੇਪਰਾਂ ਦਾ ਮਾਹੌਲ ਦੇਖਦੇ ਆ, ਪਤਾ ਲੱਗਦਾ ਯਾਰ ਆਹ ਚੀਜ਼ਾਂ ਜੋ ਪੇਪਰਾਂ 'ਚ ਪਈਆਂ ਹੋਈਆਂ ਨੇ, ਇਹ ਕਰਾਈਆਂ ਹੋਈਆਂ ਨੇ ਜਾਂ ਕਰ ਰਹੇ ਹਾਂ ਅਸੀਂ, ਇਹਦੇ ਨੇੜੇ ਤੇੜੇ ਤੁਰੇ ਫਿਰਦੇ ਹਾਂ ਅਸੀਂ। ਉੱਥੋਂ ਪਤਾ ਲੱਗਦਾ ਹੈ। ਤੇ ਚੰਗੀ ਤਰ੍ਹਾਂ ਪੜ੍ਹਨਾ, ਉਹ ਤੁਹਾਨੂੰ ਇੱਥੋਂ ਪਤਾ ਲੱਗਦਾ ਕਿ ਹਾਂ ਤੁਸੀਂ ਕਿੰਨੀ ਕੁ ਤਿਆਰੀ ਕੀਤੀ ਆ। ਤੁਹਾਨੂੰ ਚੰਗੀਆਂ ਕਿਤਾਬਾਂ ਨਾਲ ਜੋੜਨਾ ਮੇਰੀ ਜ਼ਿੰਮੇਵਾਰੀ ਆ, ਅੱਗੇ ਤੁਸੀਂ ਆਪ ਕਰਨਾ ਸਾਰਾ। ਬਸ ਅੱਗੇ 1-2 ਸਵਾਲ ਰਹਿ ਗਏ ਆ। ਕਹਿੰਦਾ ਰਿਆਤਵਾੜੀ ਸਿਸਟਮ ਨਾਲ ਸੰਬੰਧਿਤ ਕਿਹੜੀ ਗੱਲ ਠੀਕ ਨਹੀਂ ਹੈ। ਠੀਕ ਆ? ਕਹਿੰਦਾ ਸਭ ਤੋਂ ਪਹਿਲੀ ਗੱਲ, ਇਹ ਫੀਲਡ ਜਿਹੜੀ ਸੀ ਉਹਦਾ ਸਰਵੇ ਕੀਤਾ ਜਾਂਦਾ ਸੀ ਅਸੈਸਮੈਂਟ ਤੋਂ ਪਹਿਲਾਂ। ਦੂਜੀ ਗੱਲ, ਠੀਕ ਆ, ਐਵਰੀ ਰਜਿਸਟਰਡ ਹੋਲਡਰ ਜਿਹੜਾ ਸੀਗਾ ਉਹ ਆਪਣੀ ਜ਼ਮੀਨ ਨੂੰ ਵੇਚ ਸਕਦਾ ਸੀਗਾ। ਟੈਨੈਂਸੀ ਜਿਹੜੀ ਸੀਗੀ, ਮਤਲਬ ਕਿ ਜਿਹੜਾ ਉਹ ਸੀਗਾ ਇਹ ਕਿਰਾਏਦਾਰੀ,
ਉਹ ਇਹਦੇ ਤੋਂ ਬਾਅਦ ਘਟ ਗਈ। चौथी ऑप्शन लैंड रेवेन्यू जिहड़ी सी वो सीधा कल्टीवेटर्स नाल किया जाता। आ ऑप्शन तो ठीक है, सानू सीधा सीधा पता है। देखो एक गल तो क्लीयर आ, पीरियोडिक सर्वे तो हुंदा नहीं सीगा, सीधी जी गल आ, पीरियोडिक सर्वे तो होया नहीं, पर असैसमेंट तो पहला एक बार सर्वे होया कि नहीं इनू लैके आपां डाउट च आ। दूजी गल पढ़ ली एक बार, मैं एक चीज़ तुहानूं दस दिना, तैनूं पता जदों आ देखो, जदों आ सीधा टैनेट आ, ठीक आ अंग्रेज आ, टैनेट तो सीधा अंग्रेज़ों ने पैसे वो लैने सीगे, की लैने सीगे, रेंट। जदों टैनेट तो सीधा रेंट लैना सीगा अंग्रेज़ों ने, ठीक है, टैनेट तो सीधा रेंट लैना सीगा। टैनेट जे किसी केस च रेंट नहीं सी दे सकदा, ठीक आ, वो किहदे कोल जाऊगा, मनी लैंडर कोल, कि बई मैनू पैसे चाहिए आ। तो मनी लैंडर जिहड़ा सीगा उहदी जमीन जिहड़ी सी अपने कोल गिरवी रख लैंदा सीगा। जिहड़ा मनी लैंडर सीगा, ठीक है, मनी लैंडर ने तो जमीन का कुछ करना नहीं सी हुंदा, वो बाद उस जमीन की ला दिंदा सी बोली, तो बाद इहदी जमीन नूं कोई दूजा या तीजा बंदा आके खरीददा सीगा, वो वध पैसे दे के खरीददा सी। इहदा मतलब जदों दा रियायतवाड़ी सिस्टम साउथ इंडिया च गया, डील सीधी किहनां नाल हो रही सी, किसानां नाल। जिहड़े किसान दी जमीन, जिहड़े किसान कोल पैसे देण लई नहीं सी हुंदे, ओह किहदे कोल जांदा सी, मनी लैंडर कोल। मनी लैंडर उहदे कोल उहदे बदले पैसे दे के उहदी जमीन एक्वायर कर लैंदा सीगा एक बार जां दूजी बार। इस तो बाद कहानी की हुंदी सी कि आ जिहड़ा दूजा बंदा बोली ला दिंदा सी, दूजा जां तीजा बंदा वध पैसे दे के उह तों जमीन खरीद लैंदा, ओह रेंट ते लै लैंदा सीगा मनी लैंडर तो। तां जदों वध जमीन खरीदांगे तां उस जमीन दा ठेका, जिन्हों आपां पंजाबी च ठेका कहने आ, हिंदी च किराया कहने आ, इंग्लिश च टेनेंसी कहांगे, ओह घटी के वधी। कॉम्पीटिशन के वधन नालों टेनेंसी वध गई, क्योंकि हुण उहदे होर गाहक, दूजा गाहक आया तो उन्होंने कहा मनी लैंडर ने कि मैं तो जमीन बोली ला के बेचूंगा, अगले ने दूजे ते तीजे ने उहदी बोली वध ला के वो जमीन खरीद ली। इहदा मतलब एक गल याद रखियो, रियायतवाड़ी सिस्टम च आ गल मैं नवीं दसदी कि रियायतवाड़ी सिस्टम लागू होने तो बाद जमीनां दे ठेके वध गए सी, ना कि घटे सी। की हो गए सी भला, वध गए सी। ये लॉजिक दस्सिया मैं तुहानूं, इहदे मगर की सी, बाकी तो मैं दस ही दिता कि पीरियोडिक सर्वे कोई नहीं सी हुंदा, स्टार्टिंग च सर्वे हुंदा सी। पहली गल भी सही आ। ते जिहड़ा बंदा, जिहड़े बंदे कोल जमीन सी, उहदी जमीन जिहड़ी सी ਉਹ ਆਪਣੀ ਜ਼ਮੀਨ ਕਿਸੇ ਨੂੰ ਵੀ ਵੇਚ ਸਕਦਾ ਸੀਗਾ। ਆ ਜਿਹੜੇ ਬੰਦੇ ਕੋਲ ਪੈਸੇ ਨਹੀਂ ਸੀ ਦਿੱਤੇ ਜਾਂਦੇ, ਉਹਨੇ ਆਪਣੀ ਜ਼ਮੀਨ ਕਿਹਨੂੰ ਵੇਚਤੀ ਭਲਾ, ਮਨੀ ਲੈਂਡਰ ਨੂੰ। ਮਨੀ ਲੈਂਡਰ ਨੇ ਉਹੀ ਜ਼ਮੀਨ ਕਿਹਨੂੰ ਵੇਚਤੀ, ਤੀਸਰੇ ਬੰਦੇ ਨੂੰ ਜਿਹਨੇ ਬੋਲੀ ਵੱਧ ਦਿੱਤੀ। ਤਾਂ ਇਹਦਾ ਮਤਲਬ ਹਰ ਇੱਕ ਬੰਦਾ ਜਿਹੜਾ ਰਜਿਸਟਰਡ ਹੋਲਡਰ ਸੀ, ਉਹ ਆਪਣੀ ਜ਼ਮੀਨ ਕਿਸੇ ਨੂੰ ਵੀ ਮੌਰਟੇਜ ਜਾਂ ਸੇਲ ਕਰ ਸਕਦਾ ਸੀਗਾ। ਪਰ ਤੀਜੀ ਗੱਲ ਗਲਤ ਆ, ਠੇਕੇ ਘਟੇ ਨਹੀਂ ਵਧੇ, क्योंकि ਜਿਹੜੇ ਬੰਦੇ ਕੋਲ ਜ਼ਮੀਨ ਨਹੀਂ ਸੀ ਹੁੰਦੀ, ਜਿਹੜੇ ਬੰਦੇ ਜ਼ਮੀਨ ਨਹੀਂ ਸੀ ਰੱਖ ਸਕਦਾ, ਉਹ ਠੇਕਾ ਆਪਣੀ ਜ਼ਮੀਨ ਦੀ ਬੋਲੀ ਲਾ ਕੇ ਕਿਸੇ ਨੂੰ ਵੇਚ ਦਿੰਦਾ ਸੀ। ਨਹੀਂ ਸੀ ਕੋਈ ਖਰੀਦਦਾ, ਮਨੀ ਲੈਂਡਰ ਨੂੰ ਦੇ ਦਿੰਦਾ ਸੀ, ਕੁਝ ਵੀ ਕਰਕੇ। ਫਿਰ ਮਨੀ ਲੈਂਡਰ ਅੱਗੇ ਜ਼ਮੀਨਾਂ ਵੇਚਦਾ ਸੀ। ਜ਼ਮੀਨਾਂ ਦਾ ਜਦੋਂ, ਇੱਕ ਗੱਲ ਯਾਦ ਰੱਖਿਓ, ਜਿਹੜੇ ਸ਼ਹਿਰ 'ਚ ਜ਼ਮੀਨਾਂ ਵਿਕਣ ਲੱਗ ਪੈਣ ਨਾ, ਰੇਟ ਆਪਣੇ ਆਪ ਵਧਣ ਲੱਗ ਪੈਂਦੇ। ਇਹਦਾ ਕੋਈ ਦੱਸਣ ਦੀ ਲੋੜ ਹੀ ਨਹੀਂ। ਜਦੋਂ ਚੀਜ਼ਾਂ ਦੇ ਵਿਕਣ ਦਾ ਸਰਕਲ ਤੁਰ ਪਏ ਨਾ, ਤਾਂ ਚੀਜ਼ਾਂ ਦੇ ਰੇਟ ਘਟਦੇ ਆ ਕਿ ਵੱਧਦੇ ਆ। ਇਹ ਤਾਂ ਇਕਨੋਮਿਕਸ ਦਾ ਬੇਸਿਕ ਲਾਅ ਕਿ ਚੀਜ਼ਾਂ ਦੇ ਰੇਟ ਵਧਣ ਲੱਗ ਪੈਂਦੇ ਆ। ਸੋ ਆਹ ਕਹਾਣੀ ਸਮਝ ਆ ਗਈ। ਸੋ ਇਹਦਾ ਸਹੀ ਕੀ ਆ, ਬੀ ਆਪਸ਼ਨ, ਸੌਰੀ ਸੀ ਇਹਦਾ ਸਹੀ ਆਪਸ਼ਨ ਆ, ਕਿਉਂਕਿ ਟੈਨੈਂਸੀ ਇਨਕਰੀਜ਼ਡ ਨਾ ਕਿ ਡਿਕਰੀਜ਼ਡ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ, ਮਾਹਲਵਾੜੀ ਸਿਸਟਮ। ਇਹ ਦੱਸੋ ਮਾਹਲਵਾੜੀ ਸਿਸਟਮ ਨਾਲ ਸੰਬੰਧਿਤ ਲੋਕਾਂ ਦੇ ਨਾਮ। ਪਹਿਲੀ ਗੱਲ ਆ ਸੁਣੋ, ਫਰੈਂਕਿਸ ਹਾਸਟਿੰਗ ਤੇ ਆਰ.ਐਮ. ਬਰਡ, ਇਹ ਦੋ ਬੰਦੇ ਸੀ ਜਿਨ੍ਹਾਂ ਨੇ ਐਕਸਪੈਰੀਮੈਂਟ ਤੌਰ ਤੇ ਕਰਿਆ ਸੀਗਾ। ਤੇ ਇਸ ਅਸੈਸਮੈਂਟ ਨੂੰ ਚਲਾਉਣ ਵਾਲਾ ਸਭ ਤੋਂ ਮਸ਼ਹੂਰ ਬੰਦਾ ਸੀ ਹੌਲਜ਼ ਮੈਕੈਂਜੀ। ਤੇ ਜਿਸ ਸਾਲ ਇਹ ਲਾਗੂ ਹੋਇਆ ਨਾ, ਜਦੋਂ ਇਹ ਪੂਰਾ ਕਾਮਯਾਬ ਹੋ ਕੇ ਲਾਗੂ ਹੋਇਆ, ਉਸ ਟਾਈਮ ਭਾਰਤ 'ਚ ਗਵਰਨਰ ਜਨਰਲ ਸੀ ਵਿਲੀਅਮ ਬੈਂਟਿਕ। ਤੇ ਇਹ ਸਭ ਤੋਂ ਮਸ਼ਹੂਰ ਹੋਇਆ ਪੰਜਾਬ ਵਾਲੇ ਏਰੀਏ 'ਚ ਆ ਕੇ। ਇਹਦੇ 'ਚ ਅਸੈਸਮੈਂਟ ਜਿਹੜੀ ਸੀਗੀ 30 ਜਾਂ 20 ਸਾਲ ਬਾਅਦ ਕੀਤੀ ਜਾਂਦੀ। ਤਾਂ ਹੀ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਾਹਲਵਾੜੀ, ਰਿਆਇਤਵਾੜੀ ਤੇ ਸਥਾਈ ਬੰਦੋਬਸਤ ਦੋਵਾਂ ਤੋਂ ਕਿਤੇ ਉੱਪਰ ਦੀ ਚੀਜ਼ ਸੀ। ਇਹਦੇ ਬਾਰੇ ਮੈਂ ਸਾਰੀਆਂ ਹੀ ਗੱਲਾਂ ਸਹੀ ਲਿਖਤੀਆਂ ਤਾਂ ਜੋ ਤੁਹਾਨੂੰ ਇੱਕ ਫੈਕਟ ਦੇ ਤੌਰ ਤੇ ਯਾਦ ਹੋ ਜੇ। ਹੁਣ ਮੈਂ ਜਿੰਨਾ ਮੈਂ ਤੁਹਾਨੂੰ ਰਿਆਇਤਵਾੜੀ, ਮਾਹਲਵਾੜੀ ਤੇ ਪਰਮਾਨੈਂਟ ਪੜ੍ਹਾਇਆ ਸੀ, ਉਹਦੇ 'ਚ ਅੱਜ ਵਾਲੇ ਲੈਕਚਰ 'ਚ ਦੋ ਗੱਲਾਂ ਹੋਰ ਐਡ ਹੋ ਗਈਆਂ, ਨਵੀਆਂ ਗੱਲਾਂ। ਉਹ ਐਡ ਕਰਕੇ ਤੁਹਾਡੇ ਨੋਟਸ ਦੇਖੋ। ਹੁਣ ਤੁਹਾਨੂੰ ਲੱਗਦਾ ਕਿ ਕੋਈ ਚੀਜ਼ ਔਖੀ ਕਰਕੇ ਜਿੰਨੀ ਮਰਜ਼ੀ ਪੁੱਛ ਲੈਣ, ਹੁਣ ਤੁਹਾਨੂੰ ਉਲਝਾ ਨਹੀਂ ਸਕਦਾ ਕੋਈ ਵੀ ਇਹਨਾਂ 'ਚ। ਤਾਂ ਇਹਨੂੰ ਫਰੈਂਕਿਸ ਹਾਸਟਿੰਗ ਤੇ ਆਰ.ਐਮ. ਬਰਡ ਨੇ ਸ਼ੁਰੂ ਕੀਤਾ ਸੀ। ਅਸੈਸਮੈਂਟ 30 ਜਾਂ 20 ਸਾਲ ਬਾਅਦ ਹੁੰਦੀ ਸੀ। ਹੌਲਜ਼ ਮੈਕੈਂਜੀ ਇਹਨੂੰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ 'ਚ ਲੈ ਕੇ ਆਇਆ ਸੀ। ਇਹਦੀ ਕਿਹੜੀ ਆਪਸ਼ਨ ਸਹੀ ਆ ਜੀ? ਸਾਰੀਆਂ ਆਪਸ਼ਨ ਸਹੀ ਆ। ਕੋਈ ਇਹ ਦੱਸ ਸਕਦਾ ਤੁਹਾਡੇ 'ਚੋਂ ਬੈਟਲ ਆਫ ਵੰਡੀਵਾਸ਼ ਕਦੋਂ ਹੋਈ ਆ? ਬੈਟਲ ਆਫ ਵੰਡੀਵਾਸ਼ ਉਹ ਇਹ ਕਿਹੜੀ ਲੜਾਈ ਦਾ ਹਿੱਸਾ ਹੈ? ਕਰਨਾਟਕ ਦੀ ਤੀਜੀ ਲੜਾਈ,
याद आ 1860 ਚ ਹੋਈ ਹੈ ਲੜਾਈ। ਤੇ ਕੋਈ ਦੱਸ ਸਕਦਾ ਕਰਨਾਟਕ ਦੀ ਤੀਜੀ ਲੜਾਈ ਕਿਉਂ ਹੋਈ ਸੀ ਭਲਾ? ਕਿਉਂਕਿ ਯੂਰਪ ਦੇ ਵਿੱਚ 7 ਈਅਰ ਵਾਰ ਚੱਲ ਪਈ ਸੀ, ਕਿੰਨਾ 'ਚ? ਇੰਗਲੈਂਡ ਤੇ ਫਰਾਂਸ 'ਚ। ਤਾਂ ਉਹਦੇ 'ਚ ਹੋਈ ਆ, ਉਹਦੇ 'ਚ ਸਭ ਤੋਂ ਟਰਨਿੰਗ ਪੁਆਇੰਟ ਸੀਗਾ ਬੈਟਲ ਆਫ ਵੰਡੀਵਾਸ਼। ਇੱਥੇ ਨਾ ਅੰਗਰੇਜ਼ਾਂ ਦਾ ਇੱਕ ਅਫਸਰ ਸੀਗਾ, ਮੈਨੂੰ ਉਹਦਾ ਨਾਮ ਭੁੱਲ ਗਿਆ, ਆਈ ਥਿੰਕ ਸਰਕੂਟੀ ਨਹੀਂ ਸੀ, ਕੋਈ ਹੋਰ ਸੀ। ਇਹਨੇ ਇੰਗਲੈਂਡ ਦੇ ਫਰਾਂਸ ਦੇ ਅਫਸਰ ਨੂੰ ਹਰਾਤਾ ਸੀ, ਲਾਲੀ ਨੂੰ, ਕਾਊਂਟ ਲੈਲੀ ਨੂੰ ਹਰਾਇਆ ਸੀਗਾ। ਸ਼ਾਇਦ ਲਾਰਡ ਕਲਾਈਵ ਸੀ ਕਿ ਉਹਦੇ ਨਾਲ ਕੋਈ ਹੋਰ ਸੀਗਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਇਹ ਲੜਾਈ ਬ੍ਰਿਟਿਸ਼ ਤੇ ਫ੍ਰੈਂਚ 'ਚ ਲੜੀ ਗਈ ਸੀਗੀ। ਇਹ ਲੜਾਈ ਇਸ ਕਰਕੇ ਹੋਈ ਸੀ ਕਿਉਂਕਿ ਯੂਰਪ ਦੇ ਵਿੱਚ ਇੰਗਲੈਂਡ ਤੇ ਫਰਾਂਸ ਦੇ ਵਿੱਚ 7 ਸਾਲ ਲੜਾਈ ਸ਼ੁਰੂ ਹੋਈ ਸੀਗੀ। ਇਸ ਲੜਾਈ ਤੋਂ ਬਾਅਦ ਭਾਰਤ ਵਿੱਚ ਕੋਈ ਵੀ ਯੂਰੋਪੀਅਨ ਦੁਸ਼ਮਣ ਨਹੀਂ ਰਿਹਾ। ਤੇ ਤੁਹਾਨੂੰ ਮੈਂ ਇਹ ਵੀ ਦੱਸਦਾ, ਇਸ ਲੜਾਈ ਦਾ ਸਮਝੌਤਾ ਇੰਡੀਆ 'ਚ ਨਹੀਂ ਸੀ ਹੋਇਆ। ਥਰਡ ਕਰਨਾਟਿਕ ਵਾਰ ਦਾ ਸਮਝੌਤਾ ਫਰਾਂਸ 'ਚ ਹੋਇਆ ਸੀ ਟ੍ਰੀਟੀ ਆਫ ਪੈਰਿਸ ਨਾਲ। ਜੇ ਤੁਸੀਂ ਕਰਨਾਟਿਕ ਵਾਰ ਦੀਆਂ ਤਿੰਨੇ ਲੜਾਈਆਂ ਫਸਟ, ਸੈਕਿੰਡ, ਥਰਡ ਪੜ੍ਹੋ ਨਾ, ਪਹਿਲੀ ਕਰਨਾਟਿਕ ਵਾਰ 'ਚ ਬੈਟਲ ਆਫ ਅਦਿਆਰ, ਸੈਕਿੰਡ ਕਰਨਾਟਿਕ ਵਾਰ 'ਚ ਬੈਟਲ ਆਫ ਅੰਬਿਊਰ ਤੇ ਥਰਡ ਕਰਨਾਟਿਕ ਵਾਰ ਦੇ ਵਿੱਚ ਬੈਟਲ ਆਫ ਵੰਡੀਵਾਸ਼। ਇਹ 3 ਲੜਾਈਆਂ ਜਿਹੜੀਆਂ ਨੇ ਇਹ ਮਹੱਤਵਪੂਰਨ ਲੜਾਈਆਂ ਮੰਨੀਆਂ ਗਈਆਂ। ਪਹਿਲੀ ਆਪਸ਼ਨ ਜਿਹੜੀ ਆ ਜੀ ਉਹ ਬਿਲਕੁਲ ਗਲਤ ਹੋ ਗਈ, ਦੂਜੀ ਸਹੀ ਆ ਤੇ ਤੀਸਰੀ ਸਹੀ ਆ। ਠੀਕ ਆ, ਸੋ ਦੂਜੀ ਐਂਡ ਤੀਜੀ ਆਪਸ਼ਨ। ਆ ਦੱਸੋ ਸਮਝ ਆ ਗਈ? ਜੇ ਮੈਂ ਅਗਲੇ ਸਵਾਲ ਬਾਰੇ ਤੁਹਾਡੇ ਨਾਲ ਗੱਲ ਕਰਾਂ ਦਾਦਾ ਭਾਈ ਨਾਰੋਜੀ ਬਾਰੇ, ਤਾਂ ਦਾਦਾ ਭਾਈ ਨਾਰੋਜੀ ਬਾਰੇ ਮੈਨੂੰ ਇਹ ਦੱਸੋਗੇ ਕਿ ਇਹਦੇ ਬਾਰੇ ਹੇਠ ਲਿਖਿਆਂ ਚੋਂ ਕਿਹੜੀ ਗੱਲ ਸਹੀ ਆ? ਕਹਿੰਦੇ ਇਹਨੇ ਡਰੇਨ ਥਿਊਰੀ ਦਿੱਤੀ ਸੀਗੀ, ਸਹੀ ਹੈ ਕਿ ਗਲਤ ਆ? ਪਰ ਆ ਕਿਤਾਬ ਗਲਤ ਆ। ਇਹ ਕਿਤਾਬ ਇਕਨੋਮਿਕ ਹਿਸਟਰੀ ਆਫ ਇੰਡੀਆ ਇਹਦੀ ਦਿੱਤੀ ਹੋਈ ਆ। ਇਹ ਆਰ.ਸੀ. ਦੱਤ ਦੀ ਕਿਤਾਬ ਆ। ਇਹਦੀ ਕਿਤਾਬ ਦਾ ਨਾਮ ਸੀ ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ। ਫੈਕਟ, ਕਿੰਨਾ ਇੰਪੋਰਟੈਂਟ ਫੈਕਟ ਆ। ਇੱਕ ਗੱਲ ਹੋਰ ਇਹ ਵੀ ਦੱਸਿਆ ਸੀਗਾ ਕਿ ਬ੍ਰਿਟਿਸ਼ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ ਉਦੋਂ। ਮੈਂ ਇਹਦੇ ਬਾਰੇ ਦਾਦਾ ਭਾਈ ਨਾਰੋਜੀ ਬਾਰੇ ਲੈਕਚਰ 'ਚ ਦੱਸਿਆ ਹੋਇਆ। ਹਾਂ ਚਲੋ ਇਹ ਵੀ ਕੋਈ ਪ੍ਰੋਬਲਮ ਨਹੀਂ, ਇਹ ਤਾਂ ਕੋਈ ਐਕਸਕਿਊਜ਼ ਨਹੀਂ। ਜੇ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਪਹਿਲੀ ਆਪਸ਼ਨ ਗਲਤ ਆ, ਮੈਂ ਦਾਦਾ ਭਾਈ ਨਾਰੋਜੀ ਬਾਰੇ ਹਜੇ ਕੁਝ ਨਾਮ ਹੀ ਦੱਸਿਆ ਹੋਵੇ, ਪਹਿਲੀ ਆਪਸ਼ਨ ਨੂੰ ਗਲਤ ਕਰਨ ਤੋਂ ਬਾਅਦ ਤੁਹਾਡਾ ਆਨਸਰ 2 ਤੇ 3 ਆ ਜਾਣਾ ਚਾਹੀਦਾ, ਤੁਹਾਡੇ ਕੋਲ ਕੋਈ ਐਕਸਕਿਊਜ਼ ਨਹੀਂ। ਇਹਦਾ ਮਤਲਬ ਇਹਨੇ ਈਸਟ ਇੰਡੀਆ ਐਸੋਸੀਏਸ਼ਨ ਬਣਾਈ ਸੀ। ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕਰ ਲਈਆਂ। ਠੀਕ ਆ, ਇਸ ਤੋਂ ਬਾਅਦ ਆਪਣੇ ਟੈਸਟਾਂ ਦਾ ਐਵੇਂ ਹੀ ਸੋਲੂਸ਼ਨ ਮਿਲਿਆ ਕਰੂਗਾ ਤੁਹਾਨੂੰ, ਵੀਡੀਓ ਸੋਲੂਸ਼ਨ ਆਬਜੈਕਟਿਵ ਕੁਐਸਚਨਸ ਦਾ, ਤੇ ਜਿਹੜੇ ਇਹਦੇ ਮਗਰ ਸਬਜੈਕਟਿਵ ਕੁਐਸਚਨ ਹੋਣਗੇ ਨਾ ਉਹਨਾਂ ਦੇ ਨਾਲ ਤੁਹਾਨੂੰ ਮਾਡਲ ਆਨਸਰ ਮਿਲਿਆ ਕਰਨਗੇ। ਠੀਕ ਆ, ਸੋ ਇਹ ਪਹਿਲਾ ਕੁਐਸਚਨ ਸੀ ਆਪਣਾ, ਇਹ ਉਹਦਾ ਮਾਡਲ ਆਨਸਰ ਹੋ ਗਿਆ ਇੰਗਲਿਸ਼ ਤੇ ਪੰਜਾਬੀ 'ਚ। ਠੀਕ ਆ, ਫਿਰ ਉਸ ਤੋਂ ਬਾਅਦ ਇੰਡਸਟਰੀਅਲ ਰੈਵੋਲੂਸ਼ਨ ਵਾਲਾ ਕੁਐਸਚਨ ਸੀ, ਇਹਦਾ ਮਾਡਲ ਆਨਸਰ ਹੋ ਗਿਆ। ਠੀਕ ਆ, ਫਿਰ ਉਸ ਤੋਂ ਬਾਅਦ ਤੀਸਰੀ ਕਿ ਪਾਣੀਪਤ ਹੀ ਕਿਉਂ ਬਹੁਤ ਸਾਰੀਆਂ ਲੜਾਈਆਂ ਵਾਸਤੇ ਰਿਹਾ, ਸੋ ਇਹਦਾ ਮਾਡਲ ਆਨਸਰ ਹੋ ਗਿਆ ਆਪਣੇ ਕੋਲ। ਉਸ ਤੋਂ ਬਾਅਦ ਅਗਲਾ ਕੁਐਸਚਨ ਆਪਣੇ ਕੋਲ ਚੌਥਾ ਕਿਹੜਾ ਸੀਗਾ ਕਿ ਕਿਹੜੇ ਫੈਕਟਰ ਆ ਜਿਹਦੇ ਕਰਕੇ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਅਨੈਕਸ ਕਰਿਆ। ਠੀਕ ਆ, ਸੋ ਇਹਦਾ ਮਾਡਲ ਆਨਸਰ ਹੋ ਗਿਆ ਆਪਣੇ ਕੋਲ। ਸੋ ਉਮੀਦ ਕਰਦਾ ਠੀਕ ਆ, ਸੋ ਇਹੀ ਆਪਣਾ ਇੱਕ ਪੈਟਰਨ ਰਿਹਾ ਕਰੂਗਾ ਟੈਸਟ ਦੀ ਡਿਸਕਸ਼ਨ ਦਾ। ਟੈਸਟ ਚਾਹੇ ਆਪਣੇ ਕੋਲ ਬਸ ਫਰਕ ਇਹ ਹੋਇਆ ਕਰੂਗਾ ਕਿ ਜਿਹੜੇ ਸਬਜੈਕਟ ਦਾ ਟੈਸਟ ਆ ਉਸੇ ਦੇ ਵਿੱਚ ਹੀ ਡਿਸਕਸ਼ਨ ਹੋਇਆ ਕਰੂਗੀ। ਠੀਕ ਆ, ਆਲਦੋ ਆਪਾਂ ਨੂੰ ਪਤਾ ਕਿ ਜਦੋਂ ਵੀ ਟੈਸਟ ਦਾ ਡਿਸਕਸ਼ਨ ਹੋਊਗੀ ਤਾਂ ਕਲਾਸ ਆਪਣੀ ਉਮੀਦ ਤੋਂ ਵੱਧ ਟਾਈਮ ਲੱਗੂਗੀ ਤੇ ਲੋੜ ਵੀ ਆ। ਡਿਸਕਸ਼ਨ ਨੂੰ ਕਾਲੀ ਚ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਠੀਕ ਆ, ਥੋਰੋਲੀ ਕਰਾਂਗੇ, ਪ੍ਰੋਪਰ ਤਰੀਕੇ ਨਾਲ ਕਰਾਂਗੇ ਤੇ ਟੈਸਟ ਦੇ ਲੈਕਚਰ ਜਿਹੜੇ ਆ ਨਾ ਇਹੀ ਇੱਕ ਖਾਸ ਚੀਜ਼ ਹੋਣਗੀ ਤੁਹਾਡੇ ਵਾਸਤੇ। ਤੇ ਜਦੋਂ ਤੁਹਾਡਾ ਟੈਸਟ ਹੋਇਆ ਨਾ, ਟੈਸਟ ਤੋਂ ਕਦੀ ਨਾ ਮੋਸ਼ ਨਾ ਹੋਇਓ, ਇਹ ਗੱਲ ਯਾਦ ਰੱਖਿਓ। ਹਾਂ, ਹੁਣ ਮੈਂ ਕੀ ਕਰ ਰਿਹਾ, ਇਨਵਾਇਰਨਮੈਂਟ ਦੀ ਇੱਕ PDF, ਕੁਐਸਚਨਸ ਦੀ ਇੱਕ PDF ਅੱਜ ਤੁਹਾਨੂੰ ਦੇ ਦੇਣੀ ਆ। ਠੀਕ ਆ, ਅੱਜ ਜਾਂ ਕੱਲ ਤੱਕ ਤੁਹਾਨੂੰ ਪ੍ਰੋਵਾਈਡ ਕਰਾ ਦੇਣੀ ਆ। ਇੱਕ ਹਫਤਾ ਉਹਦੇ ਕੁਐਸਚਨਸ ਤੇ ਮੱਥਾ ਮਾਰੀ ਜਾਇਓ। 100 ਕੁਐਸਚਨਸ ਨੇ ਬਾਇਓਡਾਇਵਰਸਿਟੀ ਦੇ ਜਾਂ ਇਕੋਲੋਜੀ ਨਾਲ ਰਿਲੇਟਡ 100 ਕੁਐਸਚਨਸ। ਠੀਕ ਆ, ਉਹਨਾਂ ਨੂੰ ਕਰੀ ਜਾਇਓ, ਬੈਠੇ ਦਿਮਾਗ ਲਾਈ ਜਾਇਓ, ਡਿਸਕਸ਼ਨ ਕਰਿਓ ਆਪਸ 'ਚ ਇੱਕ ਹਫਤਾ। ਉਸ ਤੋਂ ਬਾਅਦ ਜਦੋਂ ਟੈਸਟ ਆਊਗਾ ਤਾਂ ਤੁਹਾਨੂੰ ਲੱਗੂਗਾ ਕਿ ਹਾਂ ਜੇ ਅਸੀਂ ਉਸ ਤੋਂ ਪਹਿਲਾਂ 100 ਕੁਐਸਚਨਸ ਦੀ ਪ੍ਰੈਕਟਿਸ ਕੀਤੀ ਆ ਤਾਂ ਸਾਡਾ ਟੈਸਟ 'ਚ ਕੋਈ ਫਾਇਦਾ ਹੀ ਹੋਊਗਾ। ਠੀਕ ਆ, ਉਹਨਾਂ 100 ਕੁਐਸਚਨਸ ਦਾ ਪ੍ਰਿੰਟ ਆਊਟ ਲੈ ਕੇ ਕੋਈ ਕੁਐਸਚਨ ਨਹੀਂ ਸਮਝ ਆਇਆ ਤਾਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਕਿ ਆਹ ਕੁਐਸਚਨ ਡਿਸਕਸ ਕਰੋ। ਮੇਨਸ ਦੇ ਵੀ ਕਰਦੇ ਹੋ, ਕੋਈ ਵੀ ਚੀਜ਼ ਆ ਡਿਸਕਸ ਕਰ ਸਕਦੇ ਹੋ ਤੁਸੀਂ। ਠੀਕ ਆ, ਸੋ ਅੱਜ ਤੁਸੀਂ ਬੈਠ ਕੇ ਘਰੇ ਇਸ ਟੈਸਟ ਨੂੰ ਇਵੈਲੂਏਟ ਕਰਕੇ 2-3 ਦਿਨ ਦਾ ਟਾਸਕ ਦਿਓ ਕਿ ਮੈਂ ਪੁਰਾਣੀ ਮਾਡਰਨ ਹਿਸਟਰੀ ਨੂੰ ਰਿਵਾਈਜ਼ ਕਰਨਾ ਹੈ। ਕਿਵੇਂ ਕਰਨਾ ਹੈ? ਆਪਣੀ ਨਵੇਂ ਸਿਰਿਓਂ ਕਿ ਜੇ ਮੈਂ ਕਿਸੇ ਕਿਤਾਬ ਨੂੰ ਰੈਫਰੈਂਸ ਮੰਨ ਕੇ ਚੱਲ ਪਾਂ, ਬੰਦੇ ਨੂੰ ਆਪਣੀ ਪੜਤਾਲ ਕਰਦੇ ਰਹਿਣਾ ਚਾਹੀਦਾ ਹੈ ਕਿ ਮੈਨੂੰ ਕਿੱਥੋਂ ਪੜ੍ਹਨਾ ਚਾਹੀਦਾ ਹੈ, ਮੇਰੇ ਵਾਸਤੇ ਕਿਹੜੀ ਚੀਜ਼ ਠੀਕ ਆ ਜਾਂ ਕੀ ਗਲਤ ਆ, ਕਿਵੇਂ ਹੋਇਆ ਹੈ, ਸਹੀ ਆ, ਗਲਤ ਆ।
ਜੋ ਮੇਰੇ ਨੋਟਸ ਸੀ ਕਿਤੇ ਉਹੀ ਅਧੂਰੇ ਤਾਂ ਨਹੀਂ ਸੀ, ਮੈਨੂੰ ਕੋਈ ਕਿਤਾਬ ਪੜ੍ਹ ਕੇ ਆਪਣੇ ਨੋਟਸ ਦੇ ਵਿੱਚ ਕੁਝ ਐਡੀਸ਼ਨ ਕਰਨੀ ਤਾਂ ਨਹੀਂ ਸੀ ਚਾਹੀਦੀ। ਮੈਨੂੰ ਕੀ ਕਰਨਾ ਚਾਹੀਦਾ ਹੈ, ਇੱਕ ਬਹੁਤ ਸਹੀ ਸਬਕ ਮਿਲੂਗਾ ਤੁਹਾਨੂੰ ਟੈਸਟਾਂ ਤੋਂ, ਤੇ ਟੈਸਟ ਬਹੁਤ ਇੰਪੋਰਟੈਂਟ ਹੋਣਗੇ ਤੁਹਾਡੇ ਵਾਸਤੇ, ਠੀਕ ਆ। ਕਦੀ ਵੀ ਇਗਨੋਰ ਨਾ ਕਰਿਓ। ਟੈਸਟ ਕਲਾਸ 'ਚ ਦੇਣ ਬੈਠੋਗੇ ਤੇ ਡਿਸਕਸ਼ਨ ਸੁਣਨ ਦਾ ਵੀ ਮਜ਼ਾ ਆਊਗਾ, ਤੇ ਡਿਸਕਸ਼ਨ ਤੋਂ ਬਾਅਦ ਪਤਾ ਵੀ ਲੱਗੂਗਾ ਕਿ ਉਹ ਇੱਥੇ ਫਸੇ ਸੀ ਤੇ ਆਹ ਗਲਤੀ ਨਹੀਂ ਕਦੀ ਕਰਨੀ। ਟੈਸਟ ਤੋਂ ਬਾਅਦ ਜਿਹੜੀ ਡਿਸਕਸ਼ਨ ਤੋਂ ਬਾਅਦ ਜਿਹੜੀ ਰਿਵੀਜ਼ਨ ਹੁੰਦੀ ਹੈ ਨਾ, ਉਹ ਔਸਮ ਹੁੰਦੀ ਆ, ਅਲਟੀਮੇਟ ਹੁੰਦੀ ਆ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਅੱਜ।